सत श्री अकाल जी। आप सब जी का स्वागत है थोड़े अपने यूट्यूब चैनल पॉजिटिव वाइब पंजाब के उत्ते। अज आप थोड़े सामने लैके आए हैं एग्रीकल्चर की नैक्सट वीडियो, जिहड़ी कि राजे टॉपिक हैगा अपना इंस्टीट्यूशनस जिहड़े कि एग्रीकल्चर के नाल रिलेटिड ने। जिन्नियां भी संस्थावां ने एग्रीकल्चर के नाल, जिवें कि चाहे थोड़ा FCI हो गया, मिल्क फैड हो गया, मार्क फैड हो गया, जां कोई होर इंटरनेशनल लैवल दियां WT हो गया, ठीक है। इन्हां सारिਆਂ बारे आपां जानकारी प्राप्त करांगे। ਇਹਦੇ ਵਿੱਚੋਂ ਘੱਟੋ ਘੱਟ ਰਾਜੇ ਇੱਕ ਜਾਂ ਦੋ ਕੁਐਸਚਨ ਪੁੱਛੇ ਜਾ ਸਕਦੇ ਆ। ਅੱਜ ਦੀ ਵੀਡੀਓ ਲੰਬੀ ਹੋ ਸਕਦੀ ਹੈ ਲੇਕਿਨ ਕਾਫੀ ਇਨਫੋਰਮੇਟਿਵ ਹੈ। ਵੀਡੀਓ ਨੂੰ ਐਂਡ ਤੱਕ ਦੇਖਿਓ। ਜੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੱਚੇ ਨਵੇਂ ਨੇ। ਬਾਕੀ ਟੈਲੀਗ੍ਰਾਮ ਦਾ ਲਿੰਕ ਰਾਜੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ, ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ। ਚਲੋ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ, ਆਪਾਂ ਇੱਥੇ ਕਰ ਰਹੇ ਹਾਂ ਰਾਜੇ ਐਗਰੀਕਲਚਰ ਆਪਣੇ ਪਟਵਾਰੀ ਐਗਜ਼ਾਮ ਦੇ ਲਈ। ਅੱਜ ਉਹਦਾ ਨੈਕਸਟ ਪਾਰਟ ਲੈ ਕੇ ਆਏ ਹਾਂ। ਜਿਹੜੀ ਨੈਕਸਟ ਵੀਡੀਓ ਹੈ ਇਹ ਵੀ ਬਹੁਤ ਅੱਛਾ ਟੌਪਿਕ ਹੈ। ਇਹਦੇ ਤੋਂ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਜਾਂ ਦੋ ਕੁਐਸਚਨ ਪੁੱਛੇ ਜਾ ਸਕਦੇ ਆ। ਅੱਜ ਦੀ ਵੀਡੀਓ ਲੈਂਥੀ ਹੋ ਸਕਦੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਟਾਰਗੇਟ ਕੀਤਾ ਰਾਜੇ ਮੈਕਸੀਮਮ ਟੂ ਮੈਕਸੀਮਮ ਜਿਹੜੇ ਐਗਰੀਕਲਚਰ ਇੰਸਟੀਚਿਊਟ ਹੈ ਆਪਾਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਜਿਹੜੇ ਕਿ ਆਪਣੇ ਐਗਰੀਕਲਚਰ ਦੇ ਨਾਲ ਰਿਲੇਟਿਡ ਨੇ। ਕਿਹੜੇ ਕਿਹੜੇ ਇੰਸਟੀਚਿਊਟ ਕਦੋਂ ਕਦੋਂ ਮਤਲਬ ਕਿ ਸਥਾਪਿਤ ਕੀਤੇ ਗਏ, ਕਿਹੜੇ ਕਿੱਥੇ ਉਹਨਾਂ ਦੇ ਹੈੱਡਕੁਆਟਰ ਨੇ, ਜਾਂ ਫਿਰ ਉਹ ਕਾਹਦੇ ਨਾਲ ਰਿਲੇਟਿਡ ਨੇ। ਤੇ ਇਸ ਤੋਂ ਇਲਾਵਾ ਆਪਾਂ ਇਹ ਚੀਜ਼ ਦੇਖਣੀ ਹੈ ਕਿ ਉਹ ਕਿਹੜਾ ਰੋਲ ਪਲੇ ਕਰਦੇ ਨੇ, ਮਤਲਬ ਕਿਸ ਚੀਜ਼ ਵਾਸਤੇ ਉਹ ਕੀ ਕੀਤੇ ਗਏ ਨੇ, ਸਥਾਪਿਤ ਕੀਤੇ ਗਏ ਨੇ। ਤਾਂ ਰਾਈਟ ਹੈ, ਹੋ ਸਕਦਾ ਇੱਥੋਂ ਰਾਜੇ ਇੱਕ ਜਾਂ ਦੋ ਕੁਐਸਚਨ ਪੁੱਛੇ ਜਾਣ। ਤੇ ਕਾਫੀ ਸਾਰੇ ਇੰਸਟੀਚਿਊਟ ਹੈ। ਵੈਸੇ ਆਪਾਂ ਪੰਜਾਬ ਨੂੰ ਟਾਰਗੇਟ ਕਰਨਾ ਕਿਉਂਕਿ ਆਪਾਂ ਜਿਹੜਾ ਐਗਜ਼ਾਮ ਦੇਣ ਜਾ ਰਹੇ ਹਾਂ ਰਾਜੇ ਉਹ ਪੰਜਾਬ ਸਟੇਟ ਦਾ। ਇਸ ਕਰਕੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਦੇ ਕਰਵਾਊਂਗਾ ਸਾਰੇ। ਤੇ ਜੇ ਇੱਕ ਜਾਂ ਦੋ ਇੰਸਟੀਚਿਊਟ ਰਹਿ ਜਾਣਗੇ ਉਹ ਆਪਾਂ MCQ ਦੇ ਵਿੱਚ ਕਵਰ ਕਰਾਂਗੇ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਵੀਡੀਓ ਨੂੰ ਐਂਡ ਤੱਕ ਦੇਖਿਓ। ਐਂਡ ਤੇ ਤੁਹਾਡੇ ਨਾਲ ਇੱਕ ਡਿਸਕਸ਼ਨ ਕਰਨੀ ਹੈ, ਉਹ ਵੀ ਜ਼ਰੂਰੀ ਹੈ, ਉਹ ਤੁਹਾਨੂੰ ਮੈਂ ਐਂਡ ਤੇ ਦੱਸੂਗਾ। ਪਹਿਲਾਂ ਆਪਾਂ ਵੀਡੀਓ ਸਟਾਰਟ ਕਰਦੇ ਹਾਂ, ਠੀਕ ਹੈ। ਤਾਂ ਪਹਿਲੀ ਵੀਡੀਓ ਕੀ ਹੈ, ਇੱਕ ਆਪਣਾ ਜਿਹੜਾ ਟੌਪਿਕ ਹੈਗਾ ਰਾਜੇ ਇਹ ਹੈਗਾ ਖੇਤੀਬਾੜੀ ਸਹਿਯੋਗੀ ਸੰਸਥਾਵਾਂ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਾਂਗੇ ਇੰਸਟੀਟਿਊਸ਼ਨ, ਜਿਹੜੇ ਕਿ ਅਲਾਈਡ ਟੂ ਦਾ ਐਗਰੀਕਲਚਰ, ਜਿਹੜੇ ਕਿ ਰਿਲੇਟਿਡ ਨੇ ਆਪਣੇ ਐਗਰੀਕਲਚਰ ਦੇ ਨਾਲ। ਹੁਣ ਤੁਹਾਨੂੰ ਸਭ ਨੂੰ ਪਤਾ ਹੈ ਰਾਜੇ ਜਿਹੜਾ ਇੰਡੀਆ ਹੈ ਇਹ ਕੀ ਇੱਕ ਤਰ੍ਹਾਂ ਦਾ ਖੇਤੀ ਪ੍ਰਧਾਨ ਦੇਸ਼ ਹੈ, ਕਿਉਂਕਿ ਇੱਥੇ ਕੀ ਆਪਣੀ ਜ਼ਿਆਦਾ ਜਿਹੜੀ ਆਪਣੀ ਆਬਾਦੀ ਹੈ ਉਹ ਕਿਹਦੇ ਉੱਤੇ ਡਿਪੈਂਡੈਂਟ ਹੈ, ਐਗਰੀਕਲਚਰ ਸਿਸਟਮ ਦੇ ਉੱਪਰ ਡਿਪੈਂਡੈਂਟ ਹੈ। ਇਸ ਤੋਂ ਇਲਾਵਾ ਕਹਿੰਦਾ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਕਹਿੰਦਾ ਪੰਜਾਬ ਕੀ ਆ ਭਾਰਤ ਦਾ ਸਭ ਤੋਂ ਮੋਹਰੀ ਮਤਲਬ ਸਟੇਟ ਹੈ ਜਿਹੜੀ ਕੀ ਆ ਖੇਤੀਬਾੜੀ ਦੇ ਵਿੱਚ ਇੱਕ ਵਧੀਆ ਰੋਲ ਪਲੇ ਕਰਦੀ ਹੈ। ਔਰ ਤੁਹਾਨੂੰ ਸ਼ਾਇਦ ਸਭ ਨੂੰ ਪਤਾ ਹੋਵੇ ਪੰਜਾਬ ਨੂੰ ਕਹਿ ਦਿੰਦੇ ਆ ਰਾਜੇ ਬ੍ਰੈਡ ਬਾਸਕਿਟ ਆਫ ਇੰਡੀਆ। ਤਾਂ ਹੀ ਕਹਿੰਦੇ ਆ ਕਿਉਂਕਿ ਜਿਹੜਾ ਪੰਜਾਬ ਹੈ ਉਹ ਸਭ ਤੋਂ ਅਹਿਮ ਰੋਲ ਪਲੇ ਕਰਦਾ ਆਪਣੇ ਦੇਸ਼ ਦੀ ਖੇਤੀਬਾੜੀ ਸਿਸਟਮ ਦੇ ਵਿੱਚ। ਤੇ ਅਗਰ ਆਪਾਂ ਗੱਲ ਕਰੀਏ ਕਹਿੰਦਾ ਜਿਹੜੀ ਆਪਣੀ ਗ੍ਰੀਨ ਰੈਵੋਲੂਸ਼ਨ ਆਈ ਸੀਗੀ ਉਹਦਾ ਮਤਲਬ ਕਿ ਉਹਦਾ ਕਾਰਨ ਕੀ ਸੀਗਾ, ਉਹਦਾ ਕਾਰਨ ਇਹੀ ਸੀਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਬਹੁਤ ਹੀ ਮਿਹਨਤ ਕਰਨ ਵਾਲਾ ਹੈ। ਤੇ ਇਕੱਲਾ ਕਿਸਾਨ ਕੁਛ ਨਹੀਂ ਕਰ ਸਕਦਾ, ਜੇ ਆਪਣੇ ਕੋਲੇ ਬੀਜ ਵਧੀਆ ਹੋਣਗੇ, ਆਪਣੇ ਕੋਲੇ ਸਿਸਟਮ ਵਧੀਆ ਹੋਊਗਾ, ਆਪਾਂ ਤਾਂ ਹੀ ਖੇਤੀਬਾੜੀ ਵਧੀਆ ਢੰਗ ਨਾਲ ਕਰ ਸਕਦੇ ਹਾਂ। ਤਾਂ ਰਾਈਟ ਹੈ, ਕਹਿੰਦਾ ਕਿਸਾਨ ਵੀ ਮਿਹਨਤੀ ਨੇ, ਨਾਲ ਦੀ ਨਾਲ ਜਿਹੜੇ ਵਿਗਿਆਨਿਕ ਨੇ ਜਿਹੜੇ ਕਿ ਰਿਸਰਚ ਵਗੈਰਾ ਕਰਦੇ ਰਹਿੰਦੇ ਆ ਬੀਜ ਦੀ ਖੋਜਾਂ ਦੇ ਉੱਪਰ, ਜਾਂ ਕੋਈ ਹੋਰ ਕੀਟਨਾਸ਼ਕ ਹੋ ਗਏ ਐਟਸੈਟਰਾ ਐਟਸੈਟਰਾ, ਉਹਦੇ ਵਾਸਤੇ ਕੀ ਆਪਣੇ ਕੋਲੇ ਜਿਹੜੇ ਵਿਗਿਆਨੀ ਆ ਰਾਜੇ ਉਹ ਵੀ ਬਹੁਤ ਉਦਮੀ ਹੈ। ਉਦਮੀ ਮਤਲਬ ਕਿ ਬਹੁਤ ਇਨੋਵੇਸ਼ਨ ਵਾਲੇ ਹੈ। ਇਸ ਤੋਂ ਇਲਾਵਾ ਜਿਹੜੀਆਂ ਕਹਿੰਦਾ ਪ੍ਰਸਾਰ ਸੇਵਾਵਾਂ ਹੈਗੀਆਂ ਆਪਣੀਆਂ, ਹੁਣ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੰਨ ਲਓ ਕਿਸੇ ਨੇ ਮੱਛੀ ਪਾਲਣ ਦਾ ਕੰਮ ਕਰਨਾ ਹੈ, ਜਾਂ ਕਿਸੇ ਨੇ ਕੋਈ ਪੋਲੀ ਹਾਊਸ ਦਾ ਕੰਮ ਕਰਨਾ ਹੈ, ਜਾਂ ਕੋਈ ਹੋਰ ਆਧੁਨਿਕ ਖੇਤੀ ਕਰਨੀ ਹੈ, ਤਾਂ ਉਹਦੇ ਵਾਸਤੇ ਉਹਨੂੰ ਟ੍ਰੇਨਿੰਗ ਦੇਣੀ, ਉਹਨੂੰ ਸਮੇਂ-ਸਮੇਂ ਗਾਈਡ ਕਰਨਾ ਕੌਣ ਕਰੂਗਾ, ਪ੍ਰਸਾਰ ਸੇਵਾਵਾਂ ਦੁਆਰਾ ਗਾਈਡ ਕੀਤਾ ਜਾਂਦਾ ਹੈ। ਤਾਂ ਰਾਈਟ ਹੈ, ਅੱਜ ਆਪਾਂ ਸਾਰਾ ਕੁਝ ਪੜ੍ਹਾਂਗੇ ਵੀ ਕਿਹੜੇ ਕਿਹੜੇ ਇੰਸਟੀਚਿਊਟ ਕਿਹੜਾ ਕਿਹੜਾ ਰੋਲ ਪਲੇ ਕਰਦੇ ਆ ਆਪਣੇ ਖੇਤੀਬਾੜੀ ਸਿਸਟਮ ਦੇ ਵਿੱਚ, ਜਿਹਦੇ ਕਾਰਨ ਕਰਕੇ ਆਪਣੇ ਕੋਲੇ ਆਈ ਸੀਗੀ ਗ੍ਰੀਨ ਰੈਵੋਲੂਸ਼ਨ ਆਈ ਸੀਗੀ। ਰਾਈਟ ਹੈ ਜੀ, ਚਲੋ ਸਟਾਰਟ ਕਰਦੇ। ਇਹਦੇ ਵਿੱਚ ਮੋਸਟ ਇੰਪੋਰਟੈਂਟ ਵੀ ਹੈਗੇ ਔਰ ਕੁਛ ਮਾਈਨਰ ਵੀ ਹੈਗੇ ਆ ਜਿਹੜੇ ਕਿ ਤੁਸੀਂ ਪਹਿਲੀ ਵਾਰ ਸੁਣੋਗੇ, ਲੇਕਿਨ ਇਹ ਸਾਰੇ ਕਿਤੇ ਨਾ ਕਿਤੇ ਕੁਐਸਚਨ ਪੁੱਛੇ ਜਾ ਸਕਦੇ ਆ। ਤਾਂ ਆਪਾਂ ਕੋਈ ਵੀ ਨਹੀਂ ਛੱਡਣਾਗਾ, ਸਾਰਾ ਕੁਝ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਅਗਰ ਗੱਲ ਕਰੀਏ ਤਾਂ ਆਪਣੇ ਕੋਲੇ ਆਉਂਦਾ ਰਾਜੇ ਖੇਤੀਬਾੜੀ ਵਿਭਾਗ। ਹੁਣ ਖੇਤੀਬਾੜੀ ਵਿਭਾਗ ਕੀ ਹੈ ਆਪਾਂ ਇਹਨੂੰ ਥੋੜਾ ਡਿਟੇਲ ਦੇ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਖੇਤੀਬਾੜੀ ਵਿਭਾਗ ਦੇ ਵਿੱਚ ਕੀ ਆ ਕਹਿੰਦਾ, ਇਹ ਕਹਿੰਦਾ ਵਿਭਾਗ ਕਹਿੰਦਾ ਸੂਬੇ ਦੇ ਖੇਤੀ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ, ਠੀਕ ਹੈ। ਇਹਦੇ ਵਿੱਚ ਹੁਣ ਕਹਿੰਦਾ ਕੀ ਹੈ, ਇਹ ਕੀ ਕਰਦਾ ਰਾਜੇ, ਇੱਕ ਬ੍ਰਿਜ ਦਾ ਕੰਮ ਕਰਦਾ ਕਿਹਦੇ ਵਿਚਕਾਰ, ਕਿਸਾਨ ਤੇ ਖੇਤੀ ਵਿਗਿਆਨਿਕ ਦੇ ਵਿਚਕਾਰ। ਹੁਣ ਮੰਨ ਲਓ ਕੋਈ ਵਿਗਿਆਨਿਕ ਹੈ ਤੇ ਕੋਈ ਖੇਤੀਬਾੜੀ ਕਰਨ ਵਾਲੇ ਇੱਕ ਸਿੰਪਲ ਕਿਸਾਨ ਨੇ, ਅਗਰ ਉਹਨਾਂ ਨੇ ਆਪਸ ਦੇ ਵਿੱਚ ਕੋਈ ਤਾਲਮੇਲ ਕਰਨਾ ਹੈ ਉਹ ਡਾਇਰੈਕਟ ਥੋੜੀ ਕਰ ਸਕਦੇ।
ਹੁਣ ਮੰਨ ਲਓ ਮੈਂ ਕਿਸਾਨ ਆ, ਮੈਨੂੰ ਕੋਈ ਡਾਇਰੈਕਟ ਵਿਗਿਆਨਿਕ ਥੋੜੀ ਜਾਣਦਾ ਹੋਊਗਾ, ਮੈਨੂੰ ਕੋਈ ਇਦਾਂ ਦਾ ਵਿਭਾਗ, ਇਦਾਂ ਦਾ ਕੋਈ ਡਿਪਾਰਟਮੈਂਟ ਹੈ ਜਿਹੜਾ ਕਿ ਮੈਨੂੰ ਇਹ ਸਰਵਿਸਿਜ਼ ਪ੍ਰੋਵਾਈਡ ਕਰੂਗਾ। ਉਹ ਵਿਭਾਗ ਕਿਹੜਾ ਹੈਗਾ ਆਪਣੇ ਕੋਲੇ? ਖੇਤੀਬਾੜੀ ਵਿਭਾਗ ਹੈਗਾ। ਤਾਂ ਇਹ ਕਾਹਦੇ ਵਾਸਤੇ ਕੰਮ ਕਰਦਾ ਰਾਜੇ? ਖੇਤੀਬਾੜੀ ਵਿਭਾਗ ਇਹ ਆਪਾਂ ਨੂੰ ਜਾਣਕਾਰੀ ਦਿੰਦਾ ਰਾਜੇ, ਜਿਵੇਂ ਕਿ ਫਸਲਾਂ ਦੀ ਵਿਗਿਆਨਿਕ ਕਾਸ਼ਤ ਹੋ ਗਈ, ਫਸਲਾਂ ਦੀ ਸੁਰੱਖਿਆ ਤਕਨੀਕਾਂ ਹੋ ਗਈਆਂ, ਹੈ ਨਾ। ਹੁਣ ਕਈ ਵਾਰੀ ਕੀ ਹੁੰਦਾ, ਆਪਾਂ ਨੂੰ ਸਮੇਂ ਸਿਰ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਮੰਨ ਲਓ ਕਿ ਆਪਾਂ ਮੰਨ ਲਓ ਕਿ ਪੈਡੀ ਲਗਾਉਣੀ ਆ, ਕਿ ਮਾਨਸੂਨ ਕਦੋਂ ਆਊਗੀ, ਜਾਂ ਫਿਰ ਕੋਈ ਮਤਲਬ ਕਿ ਕੋਈ ਫਸਲ ਖਰਾਬ ਹੋਣ ਦੇ ਚਾਂਸ ਆ, ਮਤਲਬ ਕਿ ਉਸ ਤੋਂ ਬਚਣ ਦਾ ਢੰਗ ਦੱਸਣਾ। ਵੱਖਰੇ ਵੱਖਰੇ ਮਤਲਬ ਕਿ ਆਪਾਂ ਨੂੰ ਸਮੇਂ ਸਿਰ ਕੀ ਕਰਨਾ, ਜਾਗਰੂਕ ਕਰਨਾ ਕੌਣ ਕਰਦਾ? ਉਹ ਖੇਤੀਬਾੜੀ ਵਿਭਾਗ ਕਰਦਾ ਹੈ। ਇਸ ਤੋਂ ਇਲਾਵਾ ਅਗਰ ਆਪਾਂ ਕੋਈ ਵੀ ਖੇਤੀ ਮਸ਼ੀਨਰੀ, ਮਤਲਬ ਕਿ ਕੋਈ ਆਪਾਂ ਮਸ਼ੀਨਾਂ ਯੂਜ਼ ਕਰ ਰਹੇ ਹਾਂ ਹਾਰਵੈਸਟਿੰਗ ਵਾਸਤੇ, ਜਾਂ ਕੋਈ ਪੈਡੀ ਵਾਸਤੇ, ਜਾਂ ਕੁਛ ਵੀ ਕਿਸੇ ਵੀ ਕੰਮ ਵਾਸਤੇ ਜਿਹੜੀ ਵੀ ਆਪਾਂ ਮਸ਼ੀਨਰੀ ਆਪਾਂ ਯੂਜ਼ ਕਰਨੀ ਆ, ਉਹਦੇ ਬਾਰੇ ਜਾਣਕਾਰੀ ਕੌਣ ਦਿੰਦਾ? ਆਪਣਾ ਖੇਤੀਬਾੜੀ ਵਿਭਾਗ ਦਿੰਦਾ ਹੈ। ਇਸ ਤੋਂ ਇਲਾਵਾ ਕਹਿੰਦਾ ਜਿਹੜੀਆਂ ਸਮੂਹਿਕ ਫਸਲਾਂ, ਕਹਿੰਦਾ ਖੁਰਾਕ ਸੰਬੰਧੀ ਖੇਤੀ ਦਾ, ਕੁਦਰਤੀ ਸਾਧਨਾਂ ਦਾ ਰੱਖ ਰਖਾਓ ਹੋ ਗਿਆ, ਇਹ ਸਾਰੀ ਜਿਹੜੀ ਡਿਟੇਲ ਹੈ ਜਾਣਕਾਰੀ ਕਿਤੇ ਤੱਕ ਪਹੁੰਚਾਉਂਦਾ ਹੈ? ਕਿਸਾਨਾਂ ਤੱਕ ਪਹੁੰਚਾਉਂਦਾ ਹੈ। ਰਾਈਟ ਹੈ ਜੀ। ਆਈ ਹੋਪ ਤੁਹਾਨੂੰ ਇਹ ਪਤਾ ਲੱਗ ਗਿਆ ਹੋਊਗਾ ਖੇਤੀਬਾੜੀ ਵਿਭਾਗ ਕਰਦਾ ਕੀ ਹੈ। ਇਸ ਤੋਂ ਇਲਾਵਾ ਕਹਿੰਦਾ ਇਹ ਪਿੰਡ ਲੈਵਲ ਤੇ, ਠੀਕ ਹੈ, ਵਿਲੇਜ ਲੈਵਲ ਤੇ ਹੋ ਗਿਆ, ਬਲਾਕ ਲੈਵਲ ਤੇ ਹੋ ਗਿਆ, ਡਿਸਟ੍ਰਿਕਟ ਲੈਵਲ ਤੇ ਕਹਿੰਦਾ ਕੈਂਪ ਲਗਾ ਕੇ ਕੀ ਕਰਦੇ ਨੇ? ਕਿਸਾਨਾਂ ਨੂੰ ਜਾਗਰੂਕ ਕਰਦੇ ਨੇ, ਉਹਨਾਂ ਤੱਕ ਜਾਣਕਾਰੀ ਪਹੁੰਚਾਉਂਦੇ ਨੇ। ਕਿਹਦੀ? ਨਵੀਆਂ ਖੇਤੀ ਤਕਨੀਕਾਂ ਦੀ, ਠੀਕ ਹੈ। ਇਸ ਤੋਂ ਇਲਾਵਾ ਮਤਲਬ ਕਿ ਕੋਈ ਵੀ ਜਿਵੇਂ ਨਵੇਂ ਸੀਡਸ ਆਉਂਦੇ ਉਹਦੇ ਬਾਰੇ। ਇਸ ਤੋਂ ਇਲਾਵਾ ਕਹਿੰਦਾ ਕੀ ਹੈ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਰਾਜੇ, ਆਪਣੀ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ, ਉੱਥੇ ਇੱਕ ਮੇਲਾ ਲੱਗਦਾ, ਕਿਸਾਨ ਮੇਲਾ। ਤਾਂ ਇਸ ਤੋਂ ਇਲਾਵਾ ਕਹਿੰਦਾ ਇਹ ਕਿਸਾਨ ਮੇਲਿਆਂ ਰਾਹੀਂ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਵੀ ਕਹਿੰਦਾ ਸਿੱਧਾ ਰਾਬਤਾ ਬਣਾ ਕੇ ਰੱਖਦੇ ਆ, ਮਤਲਬ ਕਿ ਸਿੱਧਾ ਸੰਪਰਕ ਬਣਾ ਕੇ ਰੱਖਦੇ ਆ। ਕਿਹਨਾਂ ਦੇ ਨਾਲ? ਵਿਗਿਆਨਿਕਾਂ ਦੇ ਨਾਲ, ਸਾਇੰਸਦਾਨਾਂ ਦੇ ਨਾਲ। ਇਸ ਤੋਂ ਇਲਾਵਾ ਕਹਿੰਦਾ ਇਸ ਵਿਭਾਗ ਦੇ ਕੋਲੇ ਹੋਰ ਕੀ ਹੈ? ਕਹਿੰਦਾ ਖੇਤੀ ਰਸਾਇਣਾਂ ਦਾ ਕਹਿੰਦਾ ਮਿਆਰ ਕੰਟਰੋਲ ਕਰਨਾ ਇਸੇ ਵਿਭਾਗ ਦੇ ਕੋਲੇ ਹੈ। ਜਾਂ ਫਿਰ ਮੰਨ ਲਓ ਕੋਈ ਬੀਜ ਆ, ਉਹਦਾ ਸਟੈਂਡਰਡਾਈਜ਼ ਕਰਨਾ ਬੀਜ ਨੂੰ, ਹੈ ਨਾ, ਇੰਨੇ ਸਟੈਂਡਰਡ ਤੱਕ ਉਹਦਾ ਮਿਆਰ ਬੀਜ ਦਾ ਹੋ ਗਿਆ, ਕੀਟਨਾਸ਼ਕ ਦਾ ਹੋ ਗਿਆ, ਇਹ ਸਾਰਾ ਕੁਝ ਕਿੱਥੇ ਤੱਕ ਪਹੁੰਚਾਉਂਦੇ ਆ? ਕਿਸਾਨਾਂ ਤੱਕ ਪਹੁੰਚਾਉਂਦੇ ਆ। ਇਸ ਤੋਂ ਇਲਾਵਾ ਅਗਰ ਕਿਸੇ ਕਿਸਾਨ ਨੇ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਾਉਣੀ ਹੈ, ਮਿੱਟੀ, ਹੈ ਨਾ, ਪਤਾ ਕਰਨੀ ਆ ਵੀ ਠੀਕ ਆ ਕਿ ਨਹੀਂ ਠੀਕ, ਜਾਂ ਕਿਸੇ ਬੀਜ ਦੀ ਪਰਖ ਕਰਾਉਣੀ ਹੈ, ਜਾਂ ਕੋਈ ਖਾਦ ਦੀ ਪਰਖ ਕਰਾਉਣੀ ਹੈ, ਇਹ ਸਾਰੀਆਂ ਜਿਹੜੀਆਂ ਲੈਬੋਰਟਰੀਜ਼ ਹੁੰਦੀਆਂ ਨੇ ਉਹ ਕਿਹੜੇ ਡਿਪਾਰਟਮੈਂਟ ਕੋਲੇ ਹੁੰਦੀਆਂ ਨੇ? ਖੇਤੀਬਾੜੀ ਵਿਭਾਗ ਕੋਲੇ ਹੁੰਦੀਆਂ ਨੇ। ਅਗਰ ਆਪਾਂ ਦੂਜੇ ਪਾਸੇ ਗੱਲ ਕਰੀਏ, ਜਿਵੇਂ ਹੋਰ ਦੂਸਰੀ ਖੇਤੀ ਹੁੰਦੀ ਹੈ, ਜਿਵੇਂ ਸ਼ਹਿਦ ਦੀ, ਮਧੂਮੱਖੀ ਪਾਲਣ ਦੀ ਕਰਦੇ ਹਾਂ ਆਪਾਂ, ਠੀਕ ਹੈ, ਚਿੱਲੀ ਵਗੈਰਾ, ਜਿਵੇਂ ਹਲਦੀ ਮਿਰਚਾਂ ਹੋ ਗਈਆਂ, ਇਹਨਾਂ ਸਾਰਿਆਂ ਦੇ ਵੀ ਪਰਖ ਕਰਨ ਵਾਸਤੇ ਇਹਦੇ ਕੋਲੇ ਕੀ ਹੈ? ਇੱਕ ਪ੍ਰਯੋਗਸ਼ਾਲਾ ਹੈਗੀ ਆ, ਕਿਹਦੇ ਕੋਲੇ? ਆਪਣੇ ਖੇਤੀਬਾੜੀ ਵਿਭਾਗ ਕੋਲੇ। ਤਾਂ ਰਾਈਟ ਹੈ ਰਾਜੇ। ਟਾਈਮ ਟੂ ਟਾਈਮ ਇਹ ਕੀ ਕਰਦੇ ਰਹਿੰਦੇ ਨੇ? ਨਵੀਆਂ ਸਕੀਮਾਂ ਲਾਗੂ ਕਰਦੇ ਰਹਿੰਦੇ ਨੇ, ਤਾਂ ਜੋ ਕਿਸਾਨ ਵੱਧ ਤੋਂ ਵੱਧ ਕੀ ਕਰ ਸਕਣ? ਇਹਨਾਂ ਤੋਂ ਲਾਭ ਉਠਾ ਸਕਣ। ਹੁਣ ਗੱਲ ਕਰਦੇ ਆ ਵੀ ਇਹਦਾ ਜਿਹੜਾ ਮੇਨ ਕੌਣ ਹੁੰਦਾ ਇਹਦੇ ਵਿੱਚ ਰਾਜੇ? ਮੇਨ ਹੁੰਦਾ ਇਹ ਵਿਭਾਗ ਡਾਇਰੈਕਟਰ ਖੇਤੀਬਾੜੀ ਦੀ ਰਹਿਨੁਮਾਈ ਦੇ ਏਡ ਕੰਮ ਕਰਦਾ ਹੈ। ਮਤਲਬ ਕਿ ਇਹਦੇ ਵਿੱਚ ਜਿਹੜੀ ਮੇਨ ਪੋਸਟ ਹੁੰਦੀ ਹੈ ਉਹ ਕਿਹਦੀ ਹੁੰਦੀ ਹੈ? ਡਾਇਰੈਕਟਰ ਖੇਤੀਬਾੜੀ। ਇਸ ਤੋਂ ਇਲਾਵਾ ਇਹਦੇ ਵਿੱਚ ਰਾਜੇ ਜਿਹੜੇ ਸਹਾਇਕ ਖੇਤੀਬਾੜੀ ਡਾਇਰੈਕਟਰ ਹੁੰਦੇ ਆ। ਅਗਰ ਆਪਾਂ ਗੱਲ ਕਰੀਏ ਡਿਸਟ੍ਰਿਕਟ ਲੈਵਲ ਤੇ, ਉੱਥੇ ਹੁੰਦਾ ਖੇਤੀਬਾੜੀ ਅਫਸਰ ਹੁੰਦੇ ਨੇ, ਤੇ ਨਾਲ ਹੀ ਅਗਰ ਆਪਾਂ ਬਲਾਕ ਲੈਵਲ ਤੇ ਗੱਲ ਕਰੀਏ, ਉੱਥੇ ਜਿਵੇਂ ਸਬ ਇੰਸਪੈਕਟਰ ਹੋ ਗਏ, ਖੇਤੀਬਾੜੀ ਵਿਭਾਗ ਦੇ ਵਿੱਚ ਕੰਮ ਕਰਦੇ ਆ। ਤਾਂ ਮਤਲਬ ਕਿ ਇਦਾਂ ਸਾਰੇ ਤਾਲਮੇਲ, ਇੱਕ ਦੂਜੇ ਨਾਲ ਤਾਲਮੇਲ ਕਰਕੇ ਕਿਸਾਨਾਂ ਦਾ ਕੀ ਕਰਦੇ ਨੇ? ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਇਸ ਤੋਂ ਇਲਾਵਾ ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਰਾਜੇ, ਪੁੱਛਿਆ ਜਾ ਸਕਦਾ ਹੈ, ਕਹਿੰਦਾ ਜ਼ਿਲ੍ਹੇ ਵਿੱਚ ਖੇਤੀ ਅਤੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀ ਖੇਤੀ ਵਿਕਾਸ ਅਤੇ ਪ੍ਰਸਾਰ ਨਾਲ ਸੰਬੰਧਿਤ ਗਤੀਵਿਧੀਆਂ ਦਾ ਤਾਲਮੇਲ ਦੇ ਲਈ ਖੇਤੀਬਾੜੀ ਵਿਭਾਗ ਨੇ ਆਤਮਾ ਦਾ ਵੀ ਗਠਨ ਕੀਤਾ ਹੈ। ਹੁਣ ਇੱਥੇ ਆਤਮਾ ਉਹ ਨਾ ਸਮਝ ਲਿਓ ਭਾਈ ਆਪਣੇ ਸਰੀਰ ਵਾਲੀ ਆਤਮਾ, ਠੀਕ ਹੈ। ਇੱਥੇ ਆਤਮਾ ਇੱਕ ਸਕੀਮ ਹੈ ਰਾਜੇ, ਇਹਦਾ ਫੁੱਲ ਫਾਰਮ ਤੁਸੀਂ ਨੋਟ ਕਰ ਲਿਓ। ਉਹਦੀ ਫੁੱਲ ਫਾਰਮ ਹੈਗੀ ਹੈ ਐਗਰੀਕਲਚਰਲ ਟੈਕਨੋਲੋਜੀ, A ਫॉर ਐਗਰੀਕਲਚਰ, T ਫॉर ਟੈਕਨੋਲੋਜੀ, M ਫॉर ਕੀ ਆ ਮੈਨੇਜਮੈਂਟ, ਤੇ A ਫॉर ਕੀ ਆ ਏਜੰਸੀ। ਇਹਦਾ ਕੰਮ ਇਹ 2005-6 ਦੇ ਵਿੱਚ ਲਾਗੂ ਕੀਤੀ ਗਈ ਸੀ ਸਕੀਮ ਰਾਜੇ, ਤੇ ਇਹ ਡਿਸਟ੍ਰਿਕਟ ਲੈਵਲ ਦੀ ਸਕੀਮ ਹੈ। ਇਹਦੇ ਵਿੱਚ ਵੀ ਇਹੀ ਕੰਮ ਹੈ ਜਿਹੜੀਆਂ ਮੈਂ ਤੁਹਾਨੂੰ ਦੱਸ ਕੇ ਹਟਿਆ ਪਿੱਛੇ ਜੇ, ਖੇਤੀਬਾੜੀ ਵਿਭਾਗ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ, ਇਹਦਾ ਏਮ ਵੀ ਇਹੀ ਹੈ। ਰਾਈਟ ਹੈ। ਤਾਂ ਪੁੱਛਿਆ ਜਾ ਸਕਦਾ ਭਾਈ ਇਹਦੇ ਵਿੱਚ ਕਿਹੜੀ ਸਕੀਮ ਲਾਗੂ ਕੀਤੀ ਗਈ? ਤਾਂ ਆਤਮਾ ਸਕੀਮ ਹੈ। ਇਹਦੇ ਫੁੱਲ ਫਾਰਮ ਵੀ ਯਾਦ ਰੱਖਣੀ ਹੈ, ਤੇ 2005-6 ਦੇ ਵਿੱਚ ਲਾਗੂ ਕੀਤੀ ਗਈ ਸੀਗੀ। ਨੈਕਸਟ ਗੱਲ ਕਰਦੇ ਆ ਰਾਜੇ, ਨਾਲ ਦੀ ਨਾਲ ਦੇਖੋ, ਤੁਸੀਂ ਕਈ ਬੱਚੇ ਕਮੈਂਟ ਕਰਦੇ ਆ ਕਿ ਸਰ ਇੰਗਲਿਸ਼ ਦੇ ਵਿੱਚ ਵੀ ਕੰਟੈਂਟ ਪ੍ਰੋਵਾਈਡ ਕਰ ਦਿਓ, ਤਾਂ ਤੁਹਾਡੇ ਸਾਹਮਣੇ ਆ ਜੋ ਮੈਂ ਪੰਜਾਬੀ ਦੇ ਵਿੱਚ ਪਹਿਲਾਂ ਬੋਲਦਾ, ਨਾਲ ਦੀ ਨਾਲ ਮੈਂ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ, ਕੱਲੀ ਲਾਈਨ ਇੰਗਲਿਸ਼ ਦੇ ਵਿੱਚ ਕਨਵਰਟ ਕੀਤੀ ਹੋਈ ਆ, ਤੁਹਾਡੇ ਸਾਹਮਣੇ ਆ। ਇੰਗਲਿਸ਼ ਦੇ ਵਿੱਚ ਤੁਸੀਂ ਨਾਲ ਦੀ ਨਾਲ ਪੜ੍ਹ ਸਕਦੇ ਹੋ, ਠੀਕ ਹੈ ਜੀ। ਤਾਂ ਜੋ ਮੈਂ ਪੰਜਾਬੀ ਦੇ ਵਿੱਚ ਬੋਲਦਾ ਰਾਜੇ, ਉਹੀ ਚੀਜ਼ ਕੀ ਲਿਖੀ ਹੋਈ ਹੈ ਤੁਹਾਡੇ ਸਾਹਮਣੇ ਇੰਗਲਿਸ਼ ਦੇ ਵਿੱਚ ਲਿਖੀ ਹੋਈ ਹੈ। ਅੱਛਾ ਚਲੋ ਆਪਾਂ ਨੈਕਸਟ ਮੂਵ ਕਰਦੇ ਹਾਂ। ਪਹਿਲਾ ਇੰਸਟੀਚਿਊਟ ਆਪਾਂ ਪੜ੍ਹ ਲਿਆ, ਸੈਕਿੰਡ ਵੱਲ ਵੱਧਦੇ ਹਾਂ ਰਾਜੇ। ਆਪਣਾ ਮੋਸਟ ਇੰਪੋਰਟੈਂਟ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿਹਨੂੰ PAU ਵੀ ਕਹਿ ਦਿੰਦੇ ਆਪਾਂ ਸ਼ਾਰਟ ਫਾਰਮ ਦੇ ਵਿੱਚ। ਤਾਂ ਰਾਈਟ ਹੈ। ਹੁਣ ਇਹ ਕਹਿੰਦਾ ਵੀ ਜਿਹੜੀ PAU ਹੈ ਕਦੋਂ ਇਹਦੀ ਸਥਾਪਨਾ ਹੋਈ? ਤਾਂ 1962। ਪੁੱਛਿਆ ਜਾ ਸਕਦਾ ਕਿਉਂਕਿ ਕਈ ਵਾਰੀ ਪੰਜਾਬ ਦੇ ਵਿੱਚ ਬਹੁਤ ਵਾਰ ਕੁਐਸਚਨ ਆਉਂਦਾ ਵੀ ਕਿਹੜੀ ਯੂਨੀਵਰਸਿਟੀ ਕਦੋਂ, ਮਤਲਬ ਕਿ ਉਹਨੂੰ ਕੀ ਕੀਤਾ, ਐਸਟੈਬਲਿਸ਼ ਕੀਤਾ ਗਿਆ।
ਤਾਂ 1962 ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ। ਅੱਛਾ, ਨਾਲ ਦੀ ਨਾਲ ਹੁਣ ਜੇ ਆਪਾਂ ਐਗਰੀਕਲਚਰ ਦੇ ਵਿੱਚ ਪੜ੍ਹੀਏ ਤਾਂ ਨਾਲ ਆਪਾਂ ਪੜ੍ਹਨਾ ਵੀ ਇਹ ਕਿਹੜੇ ਮਾਡਲ ਦੇ ਉੱਪਰ ਡਿਪੈਂਡੈਂਟ ਹੈ। ਤਾਂ ਇਹਦਾ ਜਿਹੜਾ ਮਾਡਲ ਲਿਆ ਗਿਆ ਰਾਜੇ ਲੈਂਡ ਗ੍ਰਾਂਟਸ ਕਾਲਜ ਦੇ ਮਾਡਲ ਦੇ ਉੱਪਰ ਲਿਆ ਗਿਆ, ਜਿਹੜਾ ਕਿ ਇੱਕ ਅਮਰੀਕਾ ਦਾ ਕੀ ਹੈ ਕਾਲਜ ਹੈ। ਠੀਕ ਹੈ, ਅਮਰੀਕਨ ਲੈਂਡ ਗ੍ਰਾਂਟ ਕਾਲਜ ਦੇ ਮਾਡਲ ਦੇ ਉੱਪਰ ਕੀ ਕੀਤੀ ਗਈ ਹੈ, ਇਹਦੀ ਸਥਾਪਨਾ ਕੀਤੀ ਗਈ ਹੈ। ਮਤਲਬ ਕਿ ਉਹਦੀ ਐਂ ਕਹਿ ਸਕਦੇ ਹਾਂ ਉਹਦੀ ਕਾਪੀ ਕੀਤੀ ਗਈ ਹੈ, ਉਹਦੇ ਮਤਲਬ ਕਿ ਜਿਹੜੇ ਰੂਲ ਰੈਗੂਲੇਸ਼ਨ ਹੈ ਇੱਥੇ ਅਪਲਾਈ ਕੀਤੇ ਗਏ ਹੈ। ਹੁਣ ਯੂਨੀਵਰਸਿਟੀ ਦਾ ਮੇਨ ਕੰਮ ਕੀ ਹੁੰਦਾ, ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਇਹ ਕਹਿੰਦਾ ਇਸ ਯੂਨੀਵਰਸਿਟੀ ਦੇ ਵਿੱਚ ਕਹਿੰਦਾ ਕੀ ਕਰਦੇ ਹਾਂ ਆਪਾਂ, ਖੇਤੀਬਾੜੀ ਅਤੇ ਖੇਤੀ ਦੇ ਨਾਲ ਸੰਬੰਧਿਤ ਵਿਸ਼ਿਆਂ ਤੇ ਖੋਜ ਕਰਦੇ ਹਾਂ। ਠੀਕ ਹੈ, ਜਿਵੇਂ ਹੁਣ ਨਵਾਂ ਕੋਈ ਸੀਡ ਹੋ ਗਿਆ, ਹਾਈਬ੍ਰਿਡ ਸੀਡ ਆ ਗਿਆ ਕੋਈ, ਹੈ ਨਾ, ਤਾਂ ਜਿਵੇਂ ਮਤਲਬ ਕੋਈ ਵੀ ਨਵਾਂ ਸੀਡ ਕੋਈ ਉਹਦੀ ਕੀ ਕਰਨੀ ਆ, ਖੋਜ ਕਰਨੀ ਆ, ਉਹ ਕਿੱਥੇ ਹੋਊਗੀ, ਇੱਥੇ ਹੀ ਹੋਊਗੀ। ਇਸ ਤੋਂ ਇਲਾਵਾ ਇੱਥੇ ਆਪਾਂ ਜਿਵੇਂ ਹੁਣ BSc ਆਪਾਂ ਐਗਰੀਕਲਚਰ ਕਰਦੇ ਹਾਂ ਜਾਂ MSc ਐਗਰੀਕਲਚਰ ਕਰਦੇ ਹਾਂ, ਇੱਥੇ ਨਾਲ ਦੀ ਨਾਲ ਕੀ ਕਰਦੇ ਹਾਂ ਆਪਾਂ, ਪੜ੍ਹਾਈ ਵੀ ਕੀਤੀ ਜਾਂਦੀ ਹੈ, ਪੜ੍ਹਾਈ ਕਰਵਾਈ ਵੀ ਜਾਂਦੀ ਹੈ। ਐਂ ਕਹਿ ਸਕਦੇ ਹਾਂ ਮਤਲਬ ਕਿ ਰਿਸਰਚ ਵੀ ਹੈ ਤੇ ਨਾਲ ਕੀ ਹੈ ਐਜੂਕੇਸ਼ਨ ਵੀ ਹੈ, ਦੋਨੇ ਕੰਮ ਇੱਥੇ ਹੁੰਦੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ। ਇਹਦਾ ਮੇਨ ਮਕਸਦ ਕੀ ਹੈ ਰਾਜੇ, ਇਹਦਾ ਮੇਨ ਮਕਸਦ ਹੈਗਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣਾ। ਮਤਲਬ ਦੇਸ਼ ਦੇ ਵਿੱਚ ਇੰਨਾ ਕੁ ਅਨਾਜ ਪੈਦਾ ਕਰਨਾ ਕਿ ਆਪਾਂ ਨੂੰ ਬਾਹਰੋਂ ਨਾ ਮੰਗਵਾਉਣੀ ਪਵੇ ਕੋਈ ਵੀ ਚੀਜ਼, ਆਪਾਂ ਜਿਹੜਾ ਮਿਨੀਮਮ ਆਪਾਂ ਨੂੰ ਚਾਹੀਦਾ ਉਹ ਘੱਟੋ ਘੱਟ ਆਪਾਂ ਕੀ ਕਰ ਸਕੀਏ, ਆਪਣੇ ਦੇਸ਼ ਦੇ ਵਿੱਚ ਹੀ ਉਗਾ ਸਕੀਏ। ਜੇ ਵੱਧ ਉਗਾਵਾਂਗੇ ਤਾਂ ਆਪਾਂ ਕੀ ਕਰ ਦਾਂਗੇ, ਦੇਸ਼ਾਂ ਨੂੰ ਭੇਜ ਦਾਂਗੇ। ਰਾਈਟ ਹੈ ਜੀ, ਇਹਦਾ ਮੇਨ ਮਕਸਦ ਇਹੀ ਹੈ। ਇਸ ਤੋਂ ਇਲਾਵਾ ਕਹਿੰਦਾ ਮਤਲਬ ਕਿ ਖੇਤੀਬਾੜੀ ਸਿੱਖਿਆ ਅਤੇ ਪ੍ਰਸਾਰ ਦੇ ਵਿੱਚ ਕਹਿੰਦਾ ਇਸ ਦਾ ਵਧੀਆ ਕੰਮਾਂ ਦੀ ਕਾਰਜਕਾਰੀ ਲਈ ਸਾਲ 1995 ਯਾਦ ਰੱਖਿਓ, 1995 ਦੇ ਵਿੱਚ ਕੀ ਮਿਲਿਆ ਸੀ ਰਾਜੇ ਨੂੰ, ਇੱਕ ਅਵਾਰਡ ਮਿਲਿਆ ਸੀ। ਕਾਹਦਾ ਅਵਾਰਡ ਮਿਲਿਆ ਸੀ ਇਹਨਾਂ ਨੂੰ, ਮਿਲਿਆ ਸੀ ਕਿ ਜਿਹੜੀ ਇਹ ਯੂਨੀਵਰਸਿਟੀ ਹੈਗੀ ਹੈ ਨੰਬਰ 1 ਹੈ ਕਾਹਦੇ ਵਾਸਤੇ ਭਾਈ, ਆਪਣੇ ਜਿਹੜੀ ਖੋਜਾਂ ਹੁੰਦੀਆਂ ਨੇ ਜਾਂ ਪੜ੍ਹਾਈ ਕਰਵਾਈ ਜਾਂਦੀ ਹੈ। ਤਾਂ ਕਹਿੰਦਾ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਕਹਿੰਦਾ ਇਸ ਨੂੰ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦਾ ਮਾਣ ਦਿੱਤਾ। ਕਦੋਂ, 1995 ਦੇ ਵਿੱਚ। ਯਾਦ ਰੱਖਿਓ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ICAR। ਠੀਕ ਹੈ, ਇੰਡੀਅਨ, ਠੀਕ ਹੈ, ਆਪਣਾ ਜਿਹੜਾ ਆਹ ਜਿਹੜੀ ਹੁੰਦੀ ਹੈ ਆਪਾਂ ਕਹਿ ਸਕਦੇ ਹਾਂ ਭਾਰਤੀ ਖੇਤੀ ਖੋਜ ਪਰਿਸ਼ਦ। ਠੀਕ ਹੈ ਜੀ, ICAR ਤੋਂ ਯਾਦ ਰੱਖ ਲਿਓ। ਤੇ ਇਹਨੇ ਅਵਾਰਡ ਦਿੱਤਾ ਸੀ 1995 ਦੇ ਵਿੱਚ। ਕਾਹਦਾ ਅਵਾਰਡ ਦਿੱਤਾ ਸੀਗਾ, ਆਪਣਾ ਨੰਬਰ 1 ਰੈਂਕਿੰਗ ਮਿਲੀ ਸੀ ਕਿਹਨੂੰ, ਐਗਰੀਕਲਚਰ ਯੂਨੀਵਰਸਿਟੀ ਨੂੰ। ਠੀਕ ਹੈ ਜੀ, ਅੱਗੇ ਗੱਲ ਕਰਦੇ ਆ ਖੇਤੀਬਾੜੀ ਯੂਨੀਵਰਸਿਟੀ ਦਾ। ਹੁਣ ਮੁੱਖ ਦਫ਼ਤਰ ਤੁਹਾਨੂੰ ਪਤਾ ਹੀ ਆ ਕਿੱਥੇ ਆ, ਲੁਧਿਆਣੇ ਦੇ ਵਿੱਚ ਹੈ। ਠੀਕ ਹੈ, ਇਹ ਦੱਸਣ ਦੀ ਵੈਸੇ ਲੋੜ ਤਾਂ ਹੈ ਨਹੀਂ, ਪਰ ਪੇਪਰ ਦੇ ਵਿੱਚ ਕਈ ਬੱਚੇ ਇਹ ਵੀ ਗਲਤ ਕਰੇ ਆਉਂਦੇ ਆ। ਤਾਂ ਹੈੱਡਕੁਆਟਰ ਯਾਦ ਰੱਖ ਲਿਓ, ਲੁਧਿਆਣੇ ਆ ਰਾਜੇ ਮੇਨ ਹੈੱਡਕੁਆਟਰ। ਬਾਕੀ ਕੀ ਹੁੰਦੇ ਨੇ ਇਹਦੇ ਰੀਜਨਲ ਇੰਸਟੀਚਿਊਟ ਵੀ ਹੁੰਦੇ ਨੇ ਵੱਖ-ਵੱਖ ਥਾਵਾਂ ਤੇ। ਅਗਲਾ ਇੰਸਟੀਚਿਊਟ ਵੱਲ ਵੱਧਦੇ ਆ ਰਾਜੇ, ਇਹ ਵੀ ਆਪਣੇ ਕਿੱਥੇ ਆ ਭਾਈ, ਬਠਿੰਡੇ ਆ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ। ਠੀਕ ਹੈ, ਇਹ ਕੀ ਹੈ, ਗੁਰੂ ਨਾਨਕ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਆ ਰਾਜੇ। ਤੇ ਇਹ ਯੂਨੀਵਰਸਿਟੀ ਕਦੋਂ ਸਥਾਪਿਤ ਕੀਤੀ ਗਈ ਸੀਗੀ, ਇਹ 2005 ਦੇ ਵਿੱਚ ਕੀਤੀ ਗਈ ਸੀਗੀ। ਹੁਣ ਇਹਦਾ ਨਾਮ ਤੋਂ ਹੀ ਕਲੀਅਰ ਹੈ, ਵੈਟਰਨਰੀ ਦੇ ਨਾਲ ਰਿਲੇਟਡ ਹੈ। ਤਾਂ ਇੱਥੇ ਕੀ ਹੋਊਗਾ ਰਾਜੇ, ਕੋਈ ਪਸ਼ੂ ਹੋ ਗਿਆ, ਕੋਈ ਮੁਰਗੀਆਂ ਹੋ ਗਈਆਂ, ਸੂਰ, ਭੇਡਾਂ, ਬੱਕਰੀਆਂ, ਜਿੰਨੇ ਵੀ ਪਸ਼ੂ ਪਾਲਣ ਦੇ ਕਿੱਤੇ ਹੈਗੇ ਆ ਰਾਜੇ, ਉਹਦੇ ਸੰਬੰਧਿਤ ਜਿਹੜੀ ਖੋਜ ਹੈਗੀ ਹੈ ਜਾਂ ਫਿਰ ਉਹਦੇ ਸੰਬੰਧੀ ਕੋਈ ਜਾਣਕਾਰੀ ਦੇਣੀ ਹੈ ਕਿਸਾਨਾਂ ਨੂੰ, ਇਹ ਕੰਮ ਕਰਦੀ ਹੈ। ਕਿ ਕਾਹਦੇ ਵਾਸਤੇ, ਉਹਨਾਂ ਨੂੰ ਜਾਣਕਾਰੀ ਪ੍ਰੋਵਾਈਡ ਕਰਨ ਵਾਸਤੇ। ਇਸ ਤੋਂ ਇਲਾਵਾ ਕਹਿੰਦਾ ਵੱਡੇ ਅਤੇ ਛੋਟੇ ਜਾਨਵਰਾਂ ਲਈ ਆਧੁਨਿਕ ਸਹੂਲਤਾਂ ਲਈ ਇੱਕ ਇੱਥੇ ਹਸਪਤਾਲ ਬਣਾਇਆ ਗਿਆ, ਜਿੱਥੇ 24 ਘੰਟੇ ਕੀ ਹੁੰਦਾ, ਪਸ਼ੂਆਂ ਦਾ ਇਲਾਜ ਹੁੰਦਾ। ਠੀਕ ਹੈ, ਤਾਂ ਜਿਵੇਂ ਮੰਨ ਲਓ ਕੋਈ ਪਸ਼ੂ ਨੂੰ ਪ੍ਰੋਬਲਮ ਹੋ ਗਈ, ਕੋਈ ਨਵੀਂ ਬਿਮਾਰੀ ਆ ਗਈ ਜੋ ਸਮਝ ਨਹੀਂ ਆ ਰਹੀ ਡਾਕਟਰ ਦੇ, ਤਾਂ ਉਹ ਆਪਾਂ ਇੱਥੇ ਲਿਆ ਸਕਦੇ ਹਾਂ। ਇੱਥੇ ਲਿਆ ਕੇ ਆਪਾਂ ਕੀ ਕਰ ਸਕਦੇ ਹਾਂ, ਉਹਦਾ ਇਲਾਜ ਕਰਵਾ ਸਕਦੇ ਹਾਂ। ਇਸ ਤੋਂ ਇਲਾਵਾ ਰਾਜੇ ਇਹ ਵੀ ਇੱਕ ਤਰ੍ਹਾਂ ਦਾ ਰਿਸਰਚ ਯੂਨੀਵਰਸਿਟੀ ਆ, ਨਾਲ ਦੀ ਨਾਲ ਕੀ ਇੱਥੇ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਤਾਂ ਇੱਥੇ ਕੀ ਹੈ ਰਾਜੇ, ਜਿਹੜਾ ਹਸਪਤਾਲ ਹੈਗਾ ਉੱਥੇ ਵਿਦਿਆਰਥੀਆਂ ਨੂੰ ਡਾਕਟਰੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਕਹਿੰਦਾ ਜਿਹੜੀ ਵੈਟਰਨਰੀ ਯੂਨੀਵਰਸਿਟੀ ਹੈ ਰਾਜੇ ਦੇ ਵਿੱਚ ਵੈਟਰਨਰੀ ਕਾਲਜ ਵੀ ਹੈਗਾ, ਡੇਅਰੀ ਸਾਇੰਸ ਤੇ ਟੈਕਨੋਲੋਜੀ ਕਾਲਜ ਵੀ ਹੈਗਾ, ਪਸ਼ੂ ਪਾਲਣ ਕਾਲਜ ਵੀ ਹੈਗਾ, ਵੈਟਰਨਰੀ ਪੋਲੀਟੈਕਨੀਕਲ ਦੇ 4 ਕਾਲਜ ਨੇ। ਮਤਲਬ ਕਿ ਵੈਟਰਨਰੀ ਦੇ ਨਾਲ ਰਿਲੇਟਡ ਜੋ ਵੀ ਚੀਜ਼ਾਂ ਹੈਗੀਆਂ ਸਾਰੀਆਂ ਇੱਥੇ ਹੈਗੀਆਂ। ਬਾਕੀ ਇਸ ਤੋਂ ਇਲਾਵਾ ਇਹਦੇ ਜਿਹੜੇ ਰੀਜਨਲ ਸੈਂਟਰ ਹੈਗੇ ਆ, ਬਠਿੰਡੇ ਹੋ ਗਿਆ, ਤਰਨਤਾਰਨ ਹੈਗਾ, ਹੁਸ਼ਿਆਰਪੁਰ ਹੈਗਾ। ਠੀਕ ਹੈ ਜੀ, ਤਾਂ ਵੈਟਰਨਰੀ ਕਾਲਜ ਹੋ ਗਿਆ ਕਹਿੰਦਾ ICAR ਵੱਲੋਂ ਕਹਿੰਦਾ ਸਰਜਰੀ ਅਤੇ ਗਾਇਨਕੋਲੋਜੀ ਦੇ 2 ਭਾਗ ਕਹਿੰਦਾ ਇੱਥੇ ਚੱਲ ਰਹੇ ਨੇ। ਕਿੱਥੇ, ਚਲੋ ਇਹਦੇ ਬਾਰੇ ਇੰਨੀ ਡਿਟੇਲ 'ਚ ਪੜ੍ਹਨ ਦੀ ਜ਼ਰੂਰਤ ਨਹੀਂ। ਤਾਂ ਇਹਦੀ ਵੈਬਸਾਈਟ ਹੈਗੀ ਆ ਭਾਈ, ਇਹ ਜਿਹੜੀ ਤੁਹਾਡੇ ਸਾਹਮਣੇ ਲਿਖੀ ਹੋਈ ਹੈ। ਤੇ ਵੈਬਸਾਈਟ ਬਾਰੇ ਅੱਗੇ ਤੁਸੀਂ ਜਾ ਕੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਬਸ ਤੁਸੀਂ ਪੇਪਰ ਵਾਸਤੇ ਕੀ ਯਾਦ ਰੱਖਣਾ ਰਾਜੇ, ਕਿ ਜਿਹੜੀ ਵੈਟਰਨਰੀ ਯੂਨੀਵਰਸਿਟੀ ਹੈ ਇਹ ਕਾਹਦੇ ਨਾਲ ਰਿਲੇਟਡ ਹੈ ਤੇ ਕਦੋਂ ਸਥਾਪਿਤ ਕੀਤੀ ਗਈ ਸੀ, 2005 ਦੇ ਵਿੱਚ ਕੀਤੀ ਗਈ ਸੀਗੀ। ਚਲੋ ਨੈਕਸਟ ਆਪਾਂ ਮੂਵ ਕਰਦੇ ਹਾਂ। ਨੈਕਸਟ ਹੈਗਾ ਰਾਜੇ ਤੁਹਾਡੇ ਸਾਹਮਣੇ ਆ ਗਿਆ ਭਾਈ ਬਾਗਬਾਨੀ ਵਿਭਾਗ। ਹੁਣ ਬਾਗਬਾਨੀ ਵਿਭਾਗ ਦੇ ਨਾਮ ਤੋਂ ਹੀ ਕਲੀਅਰ ਹੈ ਰਾਜੇ, ਕਹਿੰਦਾ ਪਹਿਲਾ ਬਾਗਬਾਨੀ ਦਾ ਕੰਮ ਖੇਤੀਬਾੜੀ ਵਿਭਾਗ ਦੇ ਅਧੀਨ ਹੀ ਸੀਗਾ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਸਭ ਤੋਂ ਨੰਬਰ 1 ਤੇ ਜਿਹੜਾ ਡਿਪਾਰਟਮੈਂਟ ਕਰਵਾਇਆ ਹੈ ਨਾ, ਤੇ ਖੇਤੀਬਾੜੀ ਵਿਭਾਗ ਦੇ ਅੰਡਰ ਹੀ ਕੰਮ ਕਰਦਾ ਸੀ। ਪਰ 1979 ਤੇ 80 ਦੇ ਵਿਚਕਾਰ ਇਹਨੂੰ ਕੀ ਕਰ ਦਿੱਤਾ, ਇੱਕ ਅਲੱਗ ਕੀ ਕਰਤਾ, ਇੰਸਟੀਚਿਊਟ ਬਣਾਤਾ, ਜਿਹਦਾ ਕੰਮ ਕੀ ਹੈ ਰਾਜੇ, ਫਲ ਹੋ ਗਏ, ਸਬਜ਼ੀਆਂ ਹੋ ਗਈਆਂ ਤੇ ਖੁੰਬਾਂ ਹੋ ਗਈਆਂ, ਇਹਦੀ ਕਾਸ਼ਤ ਵਾਸਤੇ ਕੀ ਕਰਨਾ, ਵੱਖਰੇ ਤੌਰ ਤੇ ਕੰਮ ਕਰਨਾ। ਵੱਖਰੇ ਤੌਰ ਤੇ ਕੀ ਕੀਤਾ ਗਿਆ,
ਡਿਪਾਰਟਮੈਂਟ ਸਥਾਪਿਤ ਕੀਤਾ ਗਿਆ ਹੈ। ਇਹਦਾ ਮੁੱਖ ਮੰਤਵ ਕੀ ਹੈ, ਇਹਦਾ ਮਤਲਬ ਕਿ ਏਮ ਕੀ ਹੈ ਰਾਜੇ? ਇਹਦਾ ਏਮ ਹੈਗਾ ਭਾਈ ਵੱਧ ਤੋਂ ਵੱਧ ਜਿਹੜੀ ਆਪਣੀ ਟ੍ਰੈਡੀਸ਼ਨਲ ਖੇਤੀਬਾੜੀ ਹੈ ਹੈ ਨਾ, ਆਪਾਂ ਜਿਵੇਂ ਕਣਕ ਤੇ ਬਸ ਝੋਨਾ ਲਗਾਈ ਜਾ ਰਹੇ ਹਾਂ ਜਾਂ ਵੱਧ ਤੋਂ ਵੱਧ ਕਾਟਨ ਲਗਾਈ ਜਾ ਰਹੇ ਹਾਂ, ਉਸ ਤੋਂ ਮਤਲਬ ਕਿ ਧਿਆਨ ਹਟਾ ਕੇ ਵੱਧ ਆਮਦਨ ਦੇ ਕੇ ਕਿਸਾਨਾਂ ਦਾ ਧਿਆਨ ਇੱਦਾਂ ਦੀ ਫਸਲ ਵੱਲ ਕਰਨਾ ਜਿੱਥੇ ਕੀ ਹੈ ਜਿਵੇਂ ਵੱਧ ਤੋਂ ਵੱਧ ਬਾਗਬਾਨੀ ਕੀਤੀ ਜਾਵੇ। ਕਹਿੰਦਾ ਬਾਗਬਾਨੀ ਫਸਲਾਂ ਦੇ ਏਟ ਰਕਬਾ ਵਧਾਉਣਾ, ਮਤਲਬ ਕਿ ਲੋਕ ਵੱਧ ਤੋਂ ਵੱਧ ਕੀ ਕਰਨ, ਬਾਗਬਾਨੀ ਫਸਲਾਂ ਦਾ ਉਤਪਾਦਨ ਕਰਨ। ਇਸ ਤੋਂ ਇਲਾਵਾ ਕਹਿੰਦਾ ਕੋਈ ਵਧੀਆ ਤਕਨੀਕਾਂ ਹੋ ਗਈਆਂ ਉਹਦਾ ਜਿਹੜਾ ਮਤਲਬ ਕਿ ਉਹਦੀ ਜਾਣਕਾਰੀ ਆ ਕਿਸਾਨਾਂ ਤੱਕ ਪਹੁੰਚਾਉਣਾ। ਇਸ ਤੋਂ ਇਲਾਵਾ ਕਹਿੰਦਾ ਜਿਵੇਂ ਮੰਨ ਲਓ ਕੋਈ ਪੌਦਿਆਂ ਦੀ ਆਪਾਂ ਪੌਦ ਕਰਦੇ ਹਾਂ, ਪੌਦ ਹੁੰਦਾ ਕਿ ਮਤਲਬ ਕਿ ਉਹਨੂੰ ਆਪਾਂ ਕੀ ਕਰਦੇ ਹਾਂ, ਹਾਈਬ੍ਰਿਡ ਕਰਦੇ ਆ ਹੈ ਨਾ ਪੌਦੇ ਨੂੰ, ਤਾਂ ਉਹਦੇ ਬਾਰੇ ਜਾਣਕਾਰੀ ਵਗੈਰਾ ਮਤਲਬ ਪ੍ਰੋਵਾਈਡ ਕਰਨਾ। ਇਸ ਤੋਂ ਇਲਾਵਾ ਕਹਿੰਦਾ ਜੋ ਵੀ ਮਤਲਬ ਕਿ ਇਹਦੇ ਨਾਲ ਰਿਲੇਟਿਡ ਆ, ਬਾਗਬਾਨੀ ਵਿਭਾਗ ਨਾਲ ਰਿਲੇਟਿਡ ਆ ਜਾਂ ਬਾਗਬਾਨੀ ਖੇਤੀਬਾੜੀ ਨਾਲ ਸੰਬੰਧਿਤ ਜੋ ਵੀ ਜਾਣਕਾਰੀਆਂ ਹੈਗੀਆਂ ਉਹ ਕਿਸਾਨਾਂ ਤੱਕ ਪਹੁੰਚਾਉਣਾ। ਇਸ ਤੋਂ ਇਲਾਵਾ ਜੇ ਕੋਈ ਬੰਦਾ ਇਹਦਾ ਕੰਮ ਕਰਦਾ, ਕੋਈ ਫਲ ਸਬਜ਼ੀਆਂ ਦਾ ਕੰਮ ਕਰਦਾ, ਤਾਂ ਉਹਦੀ ਤੁੜਾਈ ਹੋ ਗਈ, ਉਹਦਾ ਮੰਡੀਕਰਨ ਕਰਨਾ, ਇਹ ਸਾਰੀਆਂ ਸਹੂਲਤਾਂ ਕੌਣ ਪ੍ਰਦਾਨ ਕਰਦਾ? ਆਪਣਾ ਬਾਗਬਾਨੀ ਵਿਭਾਗ ਪ੍ਰਦਾਨ ਕਰਦਾ। ਤਾਂ ਰਾਈਟ ਇਹਨੂੰ ਵੀ ਯਾਦ ਰੱਖ ਲਿਓ, ਡਿਪਾਰਟਮੈਂਟ ਆਫ ਹਾਰਟੀਕਲਚਰ। ਇਸ ਤੋਂ ਇਲਾਵਾ ਇਹਦੇ ਬਾਰੇ ਥੋੜ੍ਹਾ ਜਿਹਾ ਹੋਰ ਪੜ੍ਹ ਲਓ। ਕਹਿੰਦਾ ਇਹਦੇ ਵਿੱਚ ਜਿਹੜਾ ਮੁਖੀ ਹੁੰਦਾ ਕੌਣ ਹੁੰਦਾ? ਡਾਇਰੈਕਟਰ ਹੁੰਦਾ, ਜਿਹਨੂੰ ਕਹਿ ਦਿੰਦੇ ਆ ਡਾਇਰੈਕਟਰ ਬਾਗਬਾਨੀ ਵਿਭਾਗ ਪੰਜਾਬ। ਇਸ ਤੋਂ ਇਲਾਵਾ ਰਾਜੇ ਸਹਾਇਕ ਡਾਇਰੈਕਟਰ ਵੀ ਹੁੰਦੇ ਨੇ, ਡਿਪਟੀ ਡਾਇਰੈਕਟਰ ਵੀ ਹੁੰਦੇ ਨੇ, ਠੀਕ ਹੈ ਜੀ। ਤੇ ਨਾਲ ਹੀ ਇਹਦੇ ਵਿੱਚ ਹੋਰ ਅਮਲਾ ਵੀ ਹੁੰਦਾ। ਅਮਲਾ ਹੁੰਦਾ ਮਤਲਬ ਕਿ ਹੋਰ ਜਿਹੜਾ ਕੀ ਹੁੰਦੇ ਨੇ ਬੰਦੇ ਕੰਮ ਕਰਦੇ ਨੇ ਇਸ ਡਿਪਾਰਟਮੈਂਟ ਦੇ ਵਿੱਚ। ਤਾਂ 2005-6 ਦੇ ਵਿੱਚ ਕੀ ਕਹਿੰਦਾ ਰਾਜੇ, ਇੱਕ ਕੌਮੀ ਬਾਗਬਾਨੀ ਮਿਸ਼ਨ ਚਲਾਇਆ ਗਿਆ ਸੀ, ਨੈਸ਼ਨਲ ਹਾਰਟੀਕਲਚਰ ਮਿਸ਼ਨ। ਤੇ ਇਹ ਵੀ ਯਾਦ ਰੱਖ ਸਕਦੇ ਹਾਂ ਵੀ ਜਿਹੜਾ NHM ਕਦੋਂ ਚਲਾਇਆ ਗਿਆ? 2005 ਦੇ ਵਿੱਚ ਚਲਾਇਆ ਗਿਆ, 6 ਦੇ ਵਿੱਚ। ਤੇ ਇਹਦਾ ਮੇਨ ਕੰਮ ਕੀ ਸੀਗਾ? ਕਿਸਾਨਾਂ ਨੂੰ ਪੈਕ ਹਾਊਸ ਹੋ ਗਿਆ, ਨੈਟ ਹਾਊਸ ਹੋ ਗਏ, ਪੋਲੀ ਹਾਊਸ ਹੋ ਗਏ, ਉਹਦੇ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਦੀ ਜਾਣਕਾਰੀ ਦਿੱਤੀ ਗਈ। ਕੋਲਡ ਸਟੋਰ ਕਿਵੇਂ ਬਣਾਉਣੇ ਨੇ, ਮੰਡੀਕਰਨ ਕਿਵੇਂ ਕਰਨਾ ਹੈ, ਫਲਾਂ ਦਾ ਪ੍ਰੋਸੈਸਿੰਗ ਕਿਵੇਂ ਕਰਨੀ ਹੈ, ਇਹ ਸਾਰੀਆਂ ਮੁੱਢਲੀਆਂ ਜਾਣਕਾਰੀਆਂ, ਮੁੱਢਲੀਆਂ ਸਹਾਇਤਾ ਪ੍ਰਦਾਨ ਕੀਤੀਆਂ ਗਈਆਂ ਸੀਗੀਆਂ। ਸਬਸਿਡੀ ਦਿੱਤੀ ਗਈ ਸੀ ਕਿਸਾਨਾਂ ਨੂੰ ਤਾਂ ਜੋ ਕਿਸਾਨ ਕੀ ਕਰਨ, ਬਾਗਬਾਨੀ ਵਾਲੀ ਸਾਈਡ ਮੂੰਹ ਕਰਨ ਤੇ ਜਿਹੜੀ ਟ੍ਰੈਡੀਸ਼ਨਲ ਖੇਤੀ ਆ ਉਹ ਤੋਂ ਕੀ ਕਰਨ, ਥੋੜ੍ਹੀ ਜਿਹੀ ਪਾਸਾ ਵਟਣ। ਠੀਕ ਹੈ, ਕਿਉਂਕਿ ਕੀ ਹੁੰਦਾ ਵੀ ਜਦੋਂ ਮੰਨ ਲਓ ਆਪਾਂ ਮਤਲਬ ਜ਼ਮੀਨ ਦੇ ਵਿੱਚੋਂ ਸੇਮ ਫਸਲਾਂ ਉਗਾਈ ਜਾਵਾਂਗੇ, ਸੇਮ ਫਸਲਾਂ ਜਿਵੇਂ ਮੰਨ ਲਓ ਕਣਕ ਉਗਾ ਲਈ, ਫਿਰ ਝੋਨਾ ਉਗਾ ਲਿਆ, ਫਿਰ ਕਣਕ ਉਗਾ ਲਈ, ਫਿਰ ਝੋਨਾ ਉਗਾ ਲਿਆ, ਤਾਂ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਰਾਜੇ ਉਹ ਘਟ ਜਾਂਦੀ ਹੈ। ਕਿਉਂਕਿ ਹਰੇਕ ਫਸਲ ਨੂੰ ਵੱਖਰੇ ਵੱਖਰੇ ਮਿਨਰਲਸ ਚਾਹੀਦੇ ਨੇ ਹੈ ਨਾ। ਤਾਂ ਹੋ ਸਕਦਾ ਵੀ ਜਦੋਂ ਆਪਾਂ ਸੇਮ ਫਸਲ ਉਗਾਈ ਜਾਵਾਂਗੇ ਤਾਂ ਉਹਦੇ ਵਿੱਚੋਂ ਉਪਜਾਊ ਸ਼ਕਤੀ ਆਪਣੀ ਜ਼ਮੀਨ ਦੀ ਖਤਮ ਹੋ ਜਾਊਗੀ। ਠੀਕ ਹੈ, ਤਾਂ ਇਸ ਕਰਕੇ ਰੋਟੇਸ਼ਨ ਵਾਈਜ਼ ਵੱਖਰੀਆਂ ਵੱਖਰੀਆਂ ਫਸਲਾਂ ਕੀ ਕਰਨੀਆਂ ਚਾਹੀਦੀਆਂ, ਉਤਪਾਦ ਕਰਨੀਆਂ ਚਾਹੀਦੀਆਂ। ਅੱਗੇ ਕੱਢਦੇ ਆਪਾਂ। ਨੈਕਸਟ ਆ ਗਿਆ ਭਾਈ ਤੁਹਾਡੇ ਕੋਲੇ ਪਸ਼ੂ ਪਾਲਣ ਵਿਭਾਗ। ਪਸ਼ੂ ਪਾਲਣ ਵਿਭਾਗ ਦੇ ਵਿੱਚ ਕੀ ਹੁੰਦਾ? ਇਹਦੇ ਵਿੱਚ ਕਹਿੰਦਾ ਜਿਹੜੇ ਪਸ਼ੂ ਹੈਗੇ ਆ, ਕਹਿੰਦਾ ਪੰਜਾਬ ਦੀ ਆਰਥਿਕ ਵਿੱਚ ਮਹੱਤਵਪੂਰਨ ਹਿੱਸਾ ਨਿਭਾਉਂਦੇ ਆ। ਤਾਂ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਕਿ ਪਸ਼ੂ ਤਾਂ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ, ਆਪਣੇ ਐਗਰੀਕਲਚਰ ਦੇ ਵਿੱਚ ਵੀ ਕਰਦੇ ਆ ਤੇ ਆਪਣੀ ਆਰਥਿਕਤਾ ਵਿੱਚ ਵੀ ਕਰਦੇ ਨੇ। ਇਸ ਤੋਂ ਇਲਾਵਾ ਇਹ ਸਵੈ ਰੁਜ਼ਗਾਰ ਪੈਦਾ ਕਰਦੇ ਨੇ ਰਾਜੇ ਛੋਟੇ ਕਿਸਾਨਾਂ ਵਾਸਤੇ, ਜਿੱਥੇ ਆਪਾਂ ਕੀ ਆ ਮਜ਼ਦੂਰੀ ਕਰਦੇ ਆ, ਗਰੀਬ ਮਤਲਬ ਕਿ ਘੱਟ ਜਿਨ੍ਹਾਂ ਕੋਲ ਆਮਦਨ ਹੁੰਦੀ ਹੈ, ਘੱਟ ਜ਼ਮੀਨ ਹੁੰਦੀ ਹੈ। ਹੁਣ ਤੁਸੀਂ ਆਪ ਹੀ ਦੇਖਿਆ ਹੋਊਗਾ ਡੈਰੀਆਂ ਬਹੁਤ ਖੁੱਲ੍ਹ ਗਈਆਂ। ਡੈਰੀਆਂ ਤਾਂ ਖੁੱਲ੍ਹ ਗਈਆਂ ਕਿਉਂਕਿ ਡੈਰੀਆਂ ਦੇ ਵਿੱਚ ਮੁਨਾਫਾ ਚੰਗਾ ਹੁੰਦਾ ਹੈ। ਹਾਂ ਮਿਹਨਤ ਜ਼ਰੂਰ ਹੈ, ਮਿਹਨਤ ਬਹੁਤ ਵੱਧ ਕਰਨੀ ਪੈਂਦੀ ਹੈ, ਪਰ ਆਪਾਂ ਹੁਣ ਦੇਖੋ ਤੁਸੀਂ ਨੋਰਮਲ ਦੁੱਧ ਵੀ ਲਈਏ ਤਾਂ 40 ਤੋਂ 50 ਰੁਪਏ ਕਿਲੋ ਦਾ ਮਿਲਦਾ ਹੈ। ਤਾਂ ਠੀਕ ਹੈ, ਇਹ ਮਤਲਬ ਕਿ ਇੱਕ ਵਧੀਆ ਧੰਦਾ ਅੱਜ ਕੱਲ੍ਹ ਜੇ ਆਪਾਂ ਕਰਨਾ ਚਾਹੀਏ ਤਾਂ ਕਰ ਸਕਦੇ ਹਾਂ। ਪਰ ਮਿਹਨਤ ਹੈ ਅੱਜ ਕੱਲ੍ਹ, ਜਿਵੇਂ ਮਿਹਨਤ ਕਰਕੇ ਲੋਕ ਕੋਈ ਰਾਜੀ ਨਹੀਂ ਹੈਗਾ ਹੈ ਨਾ, ਕਹਿੰਦੇ ਬਸ ਬੈਠੇ ਬਿਠਾਏ ਪੈਸੇ ਕਮਾਈਏ। ਤਾਂ ਕਰਕੇ ਰਾਜੇ ਧੰਦੇ ਸਾਰੇ ਹੀ ਵਧੀਆ ਨੇ, ਬਸ ਮਿਹਨਤ ਕਰਨ ਵਾਲਾ ਚਾਹੀਦਾ ਬੰਦਾ ਕੋਈ। ਤਾਂ ਮਿਹਨਤ ਕਰਕੇ ਆਪਾਂ ਵਧੀਆ ਇੱਥੋਂ ਕੀ ਲੈ ਸਕਦੇ ਹਾਂ, ਆਮਦਨ ਲੈ ਸਕਦੇ ਹਾਂ, ਵਧੀਆ ਆਊਟਪੁੱਟ ਜਨਰੇਟ ਕਰ ਸਕਦੇ ਹਾਂ। ਤਾਂ ਇਸ ਡਿਪਾਰਟਮੈਂਟ ਦਾ ਮਤਲਬ ਕਿ ਮੁੱਖ ਮੰਤਵ ਕੀ ਹੈ, ਏਮ ਕੀ ਹੈ ਰਾਜੇ? ਕਹਿੰਦਾ ਸਮੇਂ ਸਮੇਂ 'ਤੇ ਟੀਕਾਕਰਨ। ਹੁਣ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਆਮ ਟੀਮਾਂ ਆਉਂਦੀਆਂ ਰਹਿੰਦੀਆਂ, ਜਿਹੜੇ ਪਿੰਡਾਂ ਨਾਲ ਰਿਲੇਟਿਡ ਆ ਸਟੂਡੈਂਟ ਉਹਨਾਂ ਨੂੰ ਪਤਾ ਹੋਊਗਾ ਕਿ ਪਸ਼ੂਆਂ ਨੂੰ ਟੀਕੇ ਲੱਗਦੇ ਰਹਿੰਦੇ ਆ ਕਿ ਕੋਈ ਬਿਮਾਰੀ ਨਾ ਫੈਲੇ ਹੈ ਨਾ। ਤਾਂ ਇੱਦਾਂ ਦੇ ਮਤਲਬ ਕਿ ਸਕੀਮਾਂ ਚਲਾ ਕੇ ਕਹਿੰਦਾ ਵੀ ਪਸ਼ੂਆਂ ਨੂੰ, ਕਹਿੰਦਾ ਪਸ਼ੂਆਂ ਦੀ ਸਿਹਤ ਵੱਲ, ਮਤਲਬ ਪਸ਼ੂਆਂ ਨੂੰ ਕੀ ਆ ਪਸ਼ੂਆਂ ਦੀ ਸੰਭਾਲ ਕਰਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਤੇ ਨਾਲ ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਰਹਿੰਦੇ ਆ। ਇਸ ਤੋਂ ਇਲਾਵਾ ਕਹਿੰਦਾ ਪਸ਼ੂਆਂ ਦੀ ਪੈਦਾਵਾਰ ਦੀ ਸਮਰੱਥਾ ਨੂੰ ਵਧਾਉਣਾ ਤੇ ਨਸਲ ਦਾ ਸੁਧਾਰ ਕਰਨਾ। ਹੁਣ ਪਸ਼ੂਆਂ ਦੇ ਵਿੱਚ ਵੀ ਵੱਖਰੀਆਂ ਵੱਖਰੀਆਂ ਬਰੀਡ ਹੁੰਦੀਆਂ, ਬਰੀਡਿੰਗ ਕਰਕੇ ਉਹਨਾਂ ਦੀਆਂ ਨਵੀਆਂ ਨਸਲਾਂ ਕੀ ਕਰਨੀਆਂ, ਜਨਰੇਟ ਕਰਨੀਆਂ, ਪਸ਼ੂਆਂ ਦੀ ਖੁਰਾਕ ਦਾ ਪ੍ਰਬੰਧ ਕਰਨਾ, ਇਹਨਾਂ ਦੇ ਪ੍ਰਸਾਰ ਸੇਵਾਵਾਂ ਪ੍ਰਦਾਨ ਕਰਨੀਆਂ। ਤਾਂ ਇਹਦੇ ਵਿੱਚ ਵੀ ਰਾਜੇ ਇੱਕ ਡਾਇਰੈਕਟਰ ਹੁੰਦਾ ਹੈ ਜਿਹੜਾ ਮੁਖੀ ਹੁੰਦਾ ਕਿਹਦਾ, ਪਸ਼ੂ ਪਾਲਣ ਵਿਭਾਗ ਪੰਜਾਬ ਦਾ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਹੁੰਦਾ ਭਾਈ ਤੁਹਾਡਾ ਨਾਲ ਹੀ ਉਹਦੇ ਨਾਲ ਕੰਮ ਕਰਦੇ ਆ ਤੁਹਾਡੇ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬੋਰਟਰੀ ਦੇ ਨਾਲ ਕਹਿੰਦਾ ਸੰਬੰਧਿਤ ਕਹਿੰਦਾ ਡਾਇਰੈਕਟਰ ਹੁੰਦੇ ਆ। ਇਸ ਤੋਂ ਇਲਾਵਾ ਕਹਿੰਦਾ ਰਾਜ ਪੱਧਰ ਤੇ ਭੇਡਾਂ ਤੇ ਉਹਨਾਂ ਲਈ ਕਹਿੰਦਾ ਡਿਪਟੀ ਡਾਇਰੈਕਟਰ ਹੁੰਦੇ ਆ, ਮੁਰਗੀਆਂ ਲਈ ਵੀ ਸਹਾਇਕ ਡਾਇਰੈਕਟਰ ਹੁੰਦੇ ਆ। ਮਤਲਬ ਕਿ ਵੱਖਰੇ ਵੱਖਰੇ, ਹੁਣ ਦੇਖੋ ਪਸ਼ੂ ਕੀ ਹੋ ਗਏ, ਵੱਖਰੇ ਵੱਖਰੇ ਕੈਟਾਗਰੀ 'ਚ ਆ ਗਏ ਨਾ। ਹੁਣ ਜਿਵੇਂ ਗਾਵਾਂ ਹੋ ਗਈਆਂ, ਮੱਝਾਂ ਹੋ ਗਈਆਂ, ਅਲੱਗ ਆ ਗਈਆਂ, ਭੇਡਾਂ ਅਲੱਗ ਆ ਗਈਆਂ, ਮੁਰਗੀਆਂ ਅਲੱਗ ਆ ਗਈਆਂ। ਤਾਂ ਹਰੇਕ ਵਾਸਤੇ ਵੱਖਰੇ ਵੱਖਰੇ ਅਫਸਰ ਹੋਣਗੇ, ਵੱਖਰੇ ਵੱਖਰੇ ਕੀ ਹੋਣਗੇ, ਸਰਵਿਸਿਜ਼ ਹੋਣਗੀਆਂ। ਤਾਂ ਇਹ ਸਾਰੀਆਂ ਪ੍ਰੋਵਾਈਡ ਹੁੰਦੀਆਂ ਕਿਹਦੇ ਅੰਡਰ? ਇੱਕ ਇੰਸਟੀਚਿਊਟ ਦੇ ਅੰਡਰ ਜਿਹਨੂੰ ਕਹਿ ਦਿੰਦੇ ਆ ਪਸ਼ੂ ਪਾਲਣ ਵਿਭਾਗ ਪੰਜਾਬ। ਠੀਕ ਹੈ ਜੀ।
ਨੈਕਸਟ ਗੱਲ ਕਰਦੇ ਹਾਂ ਆਪਾਂ। ਨੈਕਸਟ ਇਹ ਚਲੋ ਯਾਦ ਰੱਖ ਲਿਓ, ਐਨੀਮਲ ਹਸਬੈਂਡਰੀ ਡਿਪਾਰਟਮੈਂਟ ਹੈ ਆਪਣਾ, ਜਿਹੜਾ ਹੁਣ ਪੜ੍ਹਾ ਕੇ ਹਟਿਆ। ਇੰਗਲਿਸ਼ ਦੇ ਵਿੱਚ ਵੀ ਇਹਨੂੰ ਯਾਦ ਰੱਖ ਲੈਣਾ ਤੁਸੀਂ। ਨੈਕਸਟ ਮੂਵ ਕਰਦੇ ਆ ਰਾਜੇ। ਨੈਕਸਟ ਆ ਗਿਆ ਆਪਣਾ ਕੋਲ 6th ਆ ਗਿਆ ਡੈਰੀ ਵਿਕਾਸ ਵਿਭਾਗ। ਹੁਣ ਡੈਰੀ ਵਿਕਾਸ ਵਿਭਾਗ ਦਾ ਕੰਮ ਕੀ ਹੈ ਰਾਜੇ, ਇਹਦੀ ਜ਼ਿੰਮੇਵਾਰੀ ਕੀ ਹੁੰਦੀ ਹੈ? ਇਹਦੀ ਜ਼ਿੰਮੇਵਾਰੀ ਹੈਗੀ ਜਿਵੇਂ ਮੰਨ ਲਓ ਹੁਣ ਦੁੱਧ ਦੇ ਵਿੱਚ ਮਿਲਾਵਟ ਵਗੈਰਾ ਹੁੰਦੀ ਹੈ ਨਾ, ਪਿੱਛੇ ਜੇ ਬਹੁਤ ਰੌਲਾ ਪਿਆ ਸੀਗਾ ਆਪਣੇ ਪੰਨੂ ਸਾਹਿਬ ਦਾ, ਜੋ ਡਾਇਰੈਕਟਰ ਸੀਗੇ ਆਪਣੇ, ਉਹਨਾਂ ਨੇ ਦੇਖੋ ਚੈੱਕ ਕੀਤਾ ਸੀ ਥਾਂ ਥਾਂ ਤੇ ਜਾ ਕੇ ਕਿ ਦੁੱਧਾਂ ਦੇ ਵਿੱਚ ਕਿੰਨੀ ਉਹ ਹੋ ਰਹੀ ਹੈ, ਮਿਲਾਵਟ ਹੋ ਰਹੀ ਹੈ। ਤਾਂ ਮਤਲਬ ਕਿ ਇੱਕ ਸਟੈਂਡਰਡ ਪ੍ਰੋਵਾਈਡ ਕਰਨਾ, ਇੱਕ ਦੁੱਧ ਦਾ ਮਿਆਰ ਸਥਾਪਿਤ ਕਰਨਾ ਇਸ ਡਿਪਾਰਟਮੈਂਟ ਦਾ ਕੰਮ ਹੈ। ਆਪਾਂ ਬਾਕੀ ਪੜ੍ਹ ਲੈਂਦੇ ਹਾਂ। ਕਹਿੰਦਾ ਪੰਜਾਬ ਦੇ ਵਿੱਚ ਡੈਰੀ ਦੇ ਸਰਬਪੱਖੀ ਵਿਕਾਸ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਡੈਰੀ ਵਿਕਾਸ ਵਿਭਾਗ ਨੂੰ ਸੌਂਪੀ ਗਈ ਹੈ। ਤਾਂ ਠੀਕ ਹੈ, ਮਤਲਬ ਕਿ ਅਗਰ ਸਟੇਟ ਦੇ ਵਿੱਚ ਗੱਲ ਕਰੀਏ, ਕਹਿੰਦਾ ਵੀ ਜਿਵੇਂ ਡੈਰੀਆਂ ਦੇ ਵਿਕਾਸ ਦੇ ਲਈ ਜ਼ਿੰਮੇਵਾਰੀ ਕਿਹਦੇ ਕੋਲੇ ਹੈ? ਇਸ ਡਿਪਾਰਟਮੈਂਟ ਕੋਲੇ ਹੈ, ਜਿਹਨੂੰ ਕਹਿ ਦਿੰਦੇ ਆ ਡੈਰੀ ਵਿਕਾਸ ਵਿਭਾਗ ਕਹਿ ਦਿੰਦੇ ਆ। ਇਸ ਤੋਂ ਇਲਾਵਾ ਰਾਜੇ ਇਹਦੇ ਵਿੱਚ ਹੁੰਦਾ ਕੌਣ ਹੈ? ਇਹਦੇ ਵਿੱਚ ਮੇਨ ਹੁੰਦਾ 1 ਸੈਕਿੰਡ, ਇਹਦੇ ਵਿੱਚ ਮੇਨ ਹੁੰਦਾ ਰਾਜੇ ਆਪਣਾ ਵਿਭਾਗ ਡਾਇਰੈਕਟਰ ਹੁੰਦਾ ਡੈਰੀ ਵਿਕਾਸ, ਜਿਹਦੇ ਹੇਠ ਸਾਰੇ ਬੰਦੇ ਕੀ ਕਰਦੇ ਆ, ਕੰਮ ਕਰਦੇ ਆ। ਡਿਪਟੀ ਡਾਇਰੈਕਟਰ ਵੀ ਹੁੰਦਾ। ਇਹਨਾਂ ਦਾ ਰੋਲ ਕੀ ਹੁੰਦਾ ਰਾਜੇ, ਜਿਵੇਂ ਕੋਈ ਡੈਰੀ ਸਿਖਲਾਈ ਦੇਣੀ, ਡੈਰੀ ਫਾਰਮਿੰਗ ਦਾ ਵਿਸਥਾਰ ਕਰਨਾ, ਤੇ ਇਹਦੇ ਵਾਸਤੇ ਵੱਖਰੇ ਵੱਖਰੇ ਵਿਕਾਸ ਦੇ ਕੰਮ ਕਰਨੇ। ਕਾਹਦੇ ਵਾਸਤੇ? ਡੈਰੀ ਵਿਕਾਸ ਵਾਸਤੇ। ਇਸ ਤੋਂ ਇਲਾਵਾ ਰਾਜੇ ਇਹਦੇ ਵਿੱਚ ਕਹਿੰਦਾ ਵੱਖਰੇ ਵੱਖਰੇ ਕੇਂਦਰ ਚਲਾਏ ਜਾ ਰਹੇ, ਜਿੱਥੇ ਡੈਰੀ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਕਿ ਤੁਸੀਂ ਇਸ ਰੋਜ਼ਗਾਰ ਦੇ ਵਿੱਚ ਵੀ ਆਓ। ਜਿਵੇਂ ਤੁਸੀਂ ਆਮ ਹੀ ਸੁਣਿਆ ਹੋਊਗਾ, ਨੈਸਲੇ ਦੀ ਡੈਰੀਆਂ ਹੁੰਦੀਆਂ ਥੋੜ੍ਹੇ ਮਤਲਬ ਕਿ ਪਿੰਡਾਂ ਦੇ ਵਿੱਚ ਆਮ ਮਿਲ ਜਾਣਗੀਆਂ, ਜਿੱਥੇ ਕੀ ਹੈ ਨੈਸਲੇ ਵਗੈਰਾ ਕੀ ਹੈ ਦੁੱਧ ਦਾ ਮਤਲਬ ਕਿ ਰੋਜ਼ਗਾਰ ਪੈਦਾ ਕਰਦਾ ਹੈ ਜਾਂ ਉੱਥੇ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਹਿੰਦਾ ਵੀ ਇਹਦੇ ਵਿੱਚ ਕੀ ਹੈ, ਮੁਫਤ SC ਕਹਿੰਦਾ ਮਹਿਲਾ ਸਿਖਲਾਈ ਦਿੱਤੀ ਜਾਂਦੀ ਹੈ 2 ਹਫ਼ਤਿਆਂ ਦੀ, ਜਿਹਦੇ ਵਿੱਚ ਕੀ ਕਰਦਾ ਡੈਰੀ ਉਤਪਾਦ ਤਿਆਰ ਕਰਨ ਵਾਸਤੇ ਸਿਖਲਾਈ ਦਿੱਤੀ ਜਾਂਦੀ ਹੈ। ਵੀ ਡੈਰੀ ਤੋਂ ਹੁਣ ਆਪਾਂ ਹੋਰ ਕੀ ਕਰ ਸਕਦੇ ਹਾਂ, ਜਿਵੇਂ ਆਪਾਂ ਕੋਈ ਮੱਖਣ ਘੀ, ਠੀਕ ਆ, ਜਿਵੇਂ ਆਪਾਂ ਕੋਈ ਦਹੀਂ ਵਗੈਰਾ ਜਾਂ ਕੁਝ ਉਸ ਤੋਂ ਅੱਗੇ ਜਿਹੜੇ ਪ੍ਰੋਡਕਟ ਬਣਦੇ ਆ, ਸੁੱਕਾ ਦੁੱਧ ਹੋ ਗਿਆ, ਵੱਖਰੇ ਵੱਖਰੇ ਆਪਾਂ ਹੋਰ ਚੀਜ਼ਾਂ ਕੀ ਕਰ ਸਕਦੇ ਹਾਂ, ਇੱਥੋਂ ਉਤਪਾਦ ਕਰ ਸਕਦੇ ਹਾਂ। ਤਾਂ ਰਾਜੇ ਕਹਿੰਦਾ ਪਿੰਡਾਂ ਦੇ ਵਿੱਚ ਕਹਿੰਦਾ ਡੈਰੀ ਫਾਰਮਿੰਗ ਦੇ ਲਾਭ ਦੱਸਣ ਲਈ ਕਹਿੰਦਾ ਵੱਖਰੇ ਵੱਖਰੇ ਕੈਂਪ ਲਗਾਏ ਜਾਂਦੇ ਆ। ਠੀਕ ਆ, ਮਤਲਬ ਕਿ ਸਾਰਾ ਜੋ ਵੀ ਇਹਦੇ ਬਾਰੇ ਜਾਣਕਾਰੀ ਦੇਣੀ ਆ ਜਾਂ ਸਬਸਿਡੀ ਪ੍ਰੋਵਾਈਡ ਕਰਨੀ ਆ ਕਿਸਾਨਾਂ ਨੂੰ, ਕਿ ਤਾਂ ਜੋ ਇਹਦੇ ਵਿੱਚ ਕੀ ਕਰਨ, ਕਿਸਾਨ ਵੱਧ ਤੋਂ ਵੱਧ ਇਨਵੈਸਟ ਕਰਨ, ਵੱਧ ਤੋਂ ਵੱਧ ਇਸ ਰੋਜ਼ਗਾਰ ਦੇ ਵਿੱਚ ਆਉਣ। ਤਾਂ ਇਸ ਡਿਪਾਰਟਮੈਂਟ ਦਾ ਕੰਮ ਹੈ ਤਾਂ ਜੋ ਡੈਰੀ ਦਾ ਵਿਕਾਸ ਹੋ ਸਕੇ, ਡੈਰੀ ਫਾਰਮਿੰਗ ਦਾ। ਰਾਈਟ ਹੈ ਜੀ, ਇਹ ਹੈਗਾ ਤੁਹਾਡਾ ਡੈਰੀ ਵਿਕਾਸ ਵਿਭਾਗ ਪੰਜਾਬ। ਇਸ ਤੋਂ ਇਲਾਵਾ ਕਹਿੰਦਾ ਇਹਦਾ ਹੋਰ ਕੰਮ ਕੀ ਹੈ ਰਾਜੇ, ਇਹਦੇ ਵਿੱਚ ਕਹਿੰਦਾ ਜਿਵੇਂ ਮੰਨ ਲਓ ਕਿ ਡੈਰੀ ਫਾਰਮਾਂ ਦੇ ਕਹਿੰਦਾ ਮਸ਼ੀਨੀਕਰਨ ਕਰਨ ਲਈ, ਹੁਣ ਮੰਨ ਲਓ ਕਿ ਇੱਕ ਬੰਦੇ ਨੇ 50 ਜਾਂ 100 ਮੱਝਾਂ ਗਾਵਾਂ ਰੱਖੀਆਂ, ਤਾਂ ਇਹ ਤਾਂ ਨਹੀਂ ਕਿ ਹੱਥ ਦੇ ਨਾਲ ਚਾਰਾ ਕੱਟੂਗਾ, ਉਹਦੇ ਵਾਸਤੇ ਮਸ਼ੀਨਾਂ ਦੀ ਜ਼ਰੂਰਤ ਪਊਗੀ। ਕਹਿੰਦਾ ਚਾਰਾ ਕੱਟਣ ਵਾਲੀਆਂ ਮਸ਼ੀਨਾਂ ਹੋ ਗਈਆਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫੂਡਰ ਹਾਰਵੈਸਟਰ ਕਹਿ ਦਿੰਦੇ ਹਾਂ, ਫੂਡਰ ਕਟਰ ਕਹਿ ਦਿੰਦੇ ਹਾਂ। ਉਹਦੇ ਉੱਪਰ ਕਹਿੰਦਾ 50% ਸਬਸਿਡੀ ਦਿੱਤੀ ਜਾਂਦੀ ਹੈ, ਕਿਹਦੇ ਦੁਆਰਾ? ਸਰਕਾਰ ਦੁਆਰਾ। ਇਸ ਤੋਂ ਇਲਾਵਾ ਕਹਿੰਦਾ ਦੁੱਧ ਨੂੰ ਕਹਿੰਦਾ ਸਟੋਰ ਕਰਨ ਵਾਸਤੇ ਬਲਕ ਮਿਲਕ ਕੂਲਰ ਹੋ ਗਏ, ਉਹ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ। ਮਤਲਬ ਗੱਲ ਕੀ ਕਿ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਇਹਦੇ ਵਿੱਚ ਇੰਟਰਸਟ ਬਣਾਉਣ ਵਾਸਤੇ ਕੀ ਹੈ, ਵੱਖਰੀ ਵੱਖਰੀਆਂ ਸਕੀਮਾਂ ਦਿੱਤੀਆਂ ਜਾਂਦੀਆਂ ਤਾਂ ਜੋ ਕੀ ਕਰ ਸਕਣ, ਕਿਸਾਨ ਇਹਦੇ ਵਿੱਚ ਵੱਧ ਤੋਂ ਵੱਧ ਇਨਵੈਸਟ ਕਰਨ ਤੇ ਡੈਰੀ ਵਿਕਾਸ ਕੀ ਹੋਵੇ, ਵੱਧ ਹੋਵੇ। ਠੀਕ ਹੈ ਜੀ, ਤਾਂ ਇਹ ਇਹਦੀ ਵੈਬਸਾਈਟ ਹੈਗੀ ਹੈ, ਤੁਸੀਂ ਇੱਥੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਹੈਗਾ ਭਾਈ ਡਿਪਾਰਟਮੈਂਟ ਆਫ ਡੈਰੀ ਡਿਵੈਲਪਮੈਂਟ। ਨੈਕਸਟ ਆ ਗਿਆ ਤੁਹਾਡਾ ਭਾਈ ਮੱਛੀ ਪਾਲਣ ਵਿਭਾਗ। ਠੀਕ ਹੈ, ਤਾਂ ਮੱਛੀ ਪਾਲਣ ਵਿਭਾਗ ਕੀ ਹੋ ਗਿਆ ਰਾਜੇ, ਕਹਿੰਦਾ ਪੰਜਾਬ ਦੇ ਸਭ ਤੋਂ ਪੁਰਾਣੇ ਵਿਭਾਗਾਂ ਦੇ ਵਿੱਚੋਂ ਇੱਕ ਹੈ। ਇਹਦਾ ਕੰਮ ਕੀ ਹੈ ਰਾਜੇ, ਇਹਦਾ ਕੰਮ ਵੀ ਇਹਦੇ ਵਿੱਚ ਕੋਈ ਇੱਕ ਡਾਇਰੈਕਟਰ ਹੁੰਦਾ ਜਿਹੜਾ ਕੀ ਕੰਮ ਕਰਦਾ, ਇਹਦੀ ਦੇਖ ਰੇਖ ਹੇਠ ਕੰਮ ਹੁੰਦਾ ਸਾਰਾ। ਠੀਕ ਹੈ, ਹੁਣ ਇਹਦਾ ਮਕਸਦ ਕੀ ਹੁੰਦਾ, ਤੁਸੀਂ ਪਹਿਲਾਂ ਆਮ ਸੁਣਿਆ ਹੋਊਗਾ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀਗੇ ਹੈ ਨਾ, ਛੱਪੜਾਂ ਦੇ ਵਿੱਚ ਕੀ ਕਰਦੇ ਸੀ, ਮੱਛੀ ਪਾਲਣ ਦਾ ਕੰਮ ਹੁੰਦਾ ਸੀਗਾ। ਅੱਜ ਕੱਲ੍ਹ ਤਾਂ ਬਹੁਤ ਘਟ ਗਿਆ, ਕਿਉਂਕਿ ਇੰਟਰਸਟ ਹੀ ਘਟ ਗਿਆ ਕਿਸਾਨਾਂ ਦਾ ਇਸ ਵਾਲੇ ਪਾਸੇ, ਕਿਉਂਕਿ ਇਹਦੇ ਵਿੱਚ ਮਿਹਨਤ ਜ਼ਿਆਦਾ ਲੱਗਦੀ ਹੈ। ਇਹ ਛੋਟੇ ਕਿੱਤੇ ਨੇ, ਆਮਦਨ ਚੰਗੀ ਆ ਲੇਕਿਨ ਮਿਹਨਤ ਜ਼ਿਆਦਾ ਹੈ। ਤਾਂ ਜਿਹੜੀ ਹੁਣ ਨਵੀਂ ਪਨੀਰੀ ਆ, ਮਿਹਨਤ ਘੱਟ ਕਰਕੇ ਰਾਜੀ, ਇਸ ਕਰਕੇ ਭਾਈ ਇਹ ਚੀਜ਼ਾਂ ਲੋਪ ਹੋ ਰਹੀਆਂ ਨੇ। ਕਹਿੰਦਾ ਇਹਦੇ ਵਿੱਚ ਕੀ ਆ, ਕਹਿੰਦਾ ਮੁੱਖ ਮੰਤਵ ਕੀ ਹੈ, ਇਹਦਾ ਏਮ ਕੀ ਹੈ, ਕਹਿੰਦਾ ਦਰਿਆ ਹੋ ਗਏ, ਨਦੀਆਂ ਹੋ ਗਈਆਂ, ਝੀਲਾਂ ਹੋ ਗਈਆਂ, ਨੋਟੀਫਾਈਡ ਵਾਟਰ ਬੋਡੀਜ਼ ਹੋ ਗਈਆਂ, ਇਹਦੇ ਵਿੱਚ ਕੀ ਕਰਦੇ ਨੇ, ਮੱਛੀਆਂ ਪਾਲਦੇ ਨੇ। ਤੇ ਮੱਛੀਆਂ ਪਾਲ ਕੇ ਜਿਵੇਂ ਮੰਨ ਲਓ ਕੋਈ ਮਤਲਬ ਕਿ ਸਰਕਾਰ ਦਾ ਕੋਈ ਹੈਗਾ ਦਰਿਆ ਹੈਗਾ ਜਾਂ ਕੋਈ ਨਹਿਰਾਂ ਹੈਗੀਆਂ, ਉਹਨੂੰ ਠੇਕੇ 'ਤੇ ਦੇ ਦਿੰਦੇ ਅੱਗੇ ਕਿ ਤੁਸੀਂ ਠੇਕਾ ਲਓ ਭਾਈ ਇਹਦਾ, ਇੱਥੇ ਤੁਸੀਂ ਮੱਛੀਆਂ ਪਾਲੋ, ਮੱਛੀਆਂ ਪਾਲ ਕੇ ਤੁਸੀਂ ਉੱਥੇ ਕੀ ਕਰੋ, ਸਵੈ ਰੋਜ਼ਗਾਰ ਪੈਦਾ ਕਰੋ ਤੇ ਆਪਦੀ ਆਮਦਨ ਪੈਦਾ ਕਰੋ। ਤਾਂ ਰਾਈਟ ਹੈ, ਇਹ ਕਹਿੰਦਾ 1975 ਦੇ ਵਿੱਚ ਕੀ ਸੀਗਾ, ਕਹਿੰਦਾ ਮੱਛੀ ਪਾਲਕ ਵਿਕਾਸ ਏਜੰਸੀ, ਜਿਹਨੂੰ ਕਹਿ ਦਿੰਦੇ ਆ ਫਿਸ਼ ਫਾਰਮ ਡਿਵੈਲਪਮੈਂਟ ਏਜੰਸੀ ਹੈਗੀ ਹੈ, ਬਣਾਈ ਗਈ ਸੀ, ਜਿਹਦਾ ਕੰਮ ਕੀ ਸੀਗਾ ਰਾਜੇ, ਜਿਵੇਂ ਫਿਸ਼ ਬਰੀਡਿੰਗ ਵਗੈਰਾ ਕਰਨੀ। ਠੀਕ ਹੈ, ਨਵੀਂ ਉਹ ਤੋਂ ਬਰੀਡ ਤਿਆਰ ਕਰਨੀ। ਤਾਂ ਇਸੇ ਕਰਕੇ ਕੀ ਕਹਿੰਦਾ ਰਾਜ ਦੇ ਵਿੱਚ, ਸਟੇਟ ਦੇ ਵਿੱਚ ਕੀ ਆਈ ਸੀਗੀ, ਮੱਛੀ ਪਾਲਣ ਦੇ ਵਿੱਚ ਕ੍ਰਾਂਤੀ ਆਈ ਸੀਗੀ। ਤਾਂ ਰਾਈਟ ਹੈ, ਜਿਵੇਂ ਕਹਿੰਦਾ ਪਹਿਲਾਂ ਪੂੰਗ ਦਰਿਆ ਹੋ ਗਏ, ਇਹਨਾਂ 'ਚੋਂ ਮੱਛੀਆਂ ਫੜ ਕੇ ਕਹਿੰਦਾ ਛੱਪੜਾਂ 'ਚ ਪਾਲੀਆਂ ਜਾਂਦੀਆਂ ਸੀਗੀਆਂ ਤੇ ਛੱਪੜਾਂ ਤੋਂ ਪਾਲ ਕੇ ਠੇਕੇ ਦਿੱਤਾ ਜਾਂਦਾ ਸੀ। ਠੇਕੇ ਦੇ ਕੇ ਮੰਨ ਲਓ ਕਿ ਉਹ ਪਿੰਡ ਦੀ ਪੰਚਾਇਤ ਕੀ ਕਰਦੀ ਸੀਗੀ, ਠੇਕੇ 'ਤੇ ਲੈ ਲੈਂਦੀ ਸੀ, ਕਿਉਂਕਿ ਛੱਪੜ ਪਿੰਡ ਦੀ ਪੰਚਾਇਤ ਦੇ ਅਧੀਨ ਹੁੰਦੇ ਨੇ। ਉੱਥੇ ਮੱਛੀਆਂ ਪਾਲੀਆਂ ਜਾਂਦੀਆਂ, ਜਿਹੜੀ ਆਮਦਨ ਹੁੰਦੀ ਸੀਗੀ ਉਹ ਪਿੰਡ ਦੇ ਵਿਕਾਸ ਦੇ ਉੱਪਰ ਲਗਾਈ ਜਾਂਦੀ ਸੀਗੀ। ਤਾਂ ਪਰ ਉਹਦਾ ਜਿਹੜਾ ਮੇਨ ਡਿਪਾਰਟਮੈਂਟ ਕਿਹੜਾ ਹੈਗਾ ਰਾਜੇ, ਮੱਛੀ ਪਾਲਣ ਵਿਭਾਗ। ਰਾਈਟ ਹੈ ਜੀ,
ਇਹ ਹੈਗਾ ਭਾਈ ਤੁਹਾਡਾ ਸਾਰਾ ਡਿਪਾਰਟਮੈਂਟ ਆਫ ਫਿਸ਼ਰੀਜ਼। ਨੈਕਸਟ ਗੱਲ ਕਰਦੇ ਹਾਂ ਭਾਈ, ਤੁਹਾਡਾ ਆ ਗਿਆ ਭੂਮੀ ਤੇ ਪਾਣੀ ਸੰਭਾਲ ਵਿਭਾਗ। ਅੱਛਾ, ਇਹਦੇ ਬਾਰੇ ਮੈਂ ਬਹੁਤ ਵਿਚਰਿਆ ਹੋਇਆ, ਇਹਦੇ ਨਾਲ ਮੈਂ ਬਹੁਤ ਕੰਮ ਕੀਤਾ। ਕੰਮ ਕਿਵੇਂ ਕੀਤਾ ਕਿ ਜਦੋਂ ਮੈਂ ਖੇਤੀਬਾੜੀ ਕਰਦਾ ਸੀਗਾ, ਸਾਡੇ ਏਰੀਆ ਵਾਲੀ ਸਾਈਡ ਨਾ ਪਾਣੀ ਦੀ ਬਹੁਤ ਮਤਲਬ ਕਿ ਪ੍ਰੋਬਲਮ ਹੈ। ਪਾਣੀ ਦੀ ਪ੍ਰੋਬਲਮ ਇਹ ਆ ਵੀ ਉੱਥੇ ਪਾਣੀ ਦਾ ਜਿਹੜਾ ਸਟੈਂਡਰਡ ਹੈਗਾ, ਲੈਵਲ ਹੈਗਾ, ਬਹੁਤ ਵਧੀਆ ਨਹੀਂ ਹੈਗਾ ਗਾ, ਫਸਲਾਂ ਵਾਸਤੇ ਵਧੀਆ ਪਾਣੀ ਨਹੀਂ ਹੈਗਾ। ਫਿਰ ਅਸੀਂ ਕੀ ਕਰਦੇ ਹਾਂ, ਮੰਨ ਲਓ ਮੇਰੀ ਜ਼ਮੀਨ ਹੈ, ਇੱਥੇ ਕੀ ਆ, ਮੈਂ ਮੋਟਰ ਲਗਾਈ, ਇੱਥੇ ਮੋਟਰ ਲਗਾਈ ਤਾਂ ਪਾਣੀ ਵਧੀਆ ਨਹੀਂ ਹੈਗਾ। ਪਰ ਹੁਣ ਕੁਛ ਰਕਬੇ 'ਤੇ ਜਾ ਕੇ 8-10 ਕਿੱਲੇ ਰਕਬੇ ਮਤਲਬ ਏਕੜ ਆਸੇ ਪਾਸੇ ਜਾ ਕੇ ਪਾਣੀ ਵਧੀਆ, ਤਾਂ ਮੰਨ ਲਓ ਇੱਥੇ ਪਾਣੀ ਵਧੀਆ, ਤਾਂ ਮੈਂ ਇੱਥੇ ਬੋਰ ਕਰਾਤਾ, ਤਾਂ ਉਹ ਪਾਣੀ ਮੈਂ ਅੰਡਰਗਰਾਊਂਡ ਪਾਈਪਾਂ ਦੇ ਰਾਹੀਂ ਕਿੱਥੇ ਪਹੁੰਚਾਊਂਗਾ, ਇੱਥੇ ਪਹੁੰਚਾਊਂਗਾ। ਤਾਂ ਜਿਹੜੀ ਮੇਰੀ ਸਾਰੀ ਜ਼ਮੀਨ ਹੈਗੀ ਆ, ਆਲਮੋਸਟ ਅਸੀਂ ਸਾਰੇ ਥਾਂ ਇਹੀ ਕੰਮ ਕੀਤਾ ਹੋਇਆ ਕਿ ਪਾਣੀ ਉੱਥੇ ਤਾਂ ਵਧੀਆ ਨਹੀਂ ਹੈਗਾ, ਲੇਕਿਨ ਆਸੇ ਪਾਸੇ 8-10 ਕਿੱਲੇ ਵਾਟ ਜਿੰਨਾ ਵੀ ਪਾਣੀ ਵਧੀਆ ਹੈਗਾ ਉਹਨੂੰ ਅਸੀਂ ਪਾਈਪਾਂ ਦੇ ਰਾਹੀਂ ਲੈ ਕੇ ਆਏ ਹਾਂ। ਤਾਂ ਇਹ ਸਾਰਾ ਕੰਮ ਕੌਣ ਕਰਵਾਉਂਦਾ ਰਾਜੇ? ਆਪਣਾ ਪੰਜਾਬ ਦਾ ਇੱਕ ਡਿਪਾਰਟਮੈਂਟ ਹੈਗਾ ਭੂਮੀ ਅਤੇ ਜਲ ਸਰੋਤ ਵਿਭਾਗ ਸੰਭਾਲ ਵਿਭਾਗ। ਉਹ ਰਾਜੇ ਇਹਦੇ ਵਿੱਚ ਕਿਸਾਨਾਂ ਦੀ ਮਦਦ ਕਰਦਾ। ਮੇਰਾ ਕਹਿਣ ਦਾ ਮਤਲਬ ਕੀ ਸੀਗਾ, ਕਿਸਾਨਾਂ ਨੂੰ ਜਾਣਕਾਰੀ ਦੇਣਾ। ਠੀਕ ਹੈ, ਮੰਨ ਲਓ ਜੇ ਮੈਂ ਪਾਣੀ ਨਹੀਂ ਲੈ ਕੇ ਆਉਂਦਾ ਆਸੇ ਪਾਸੋਂ, ਤਾਂ ਮੇਰੀ ਜ਼ਮੀਨ ਕੀ ਹੋ ਜੂਗੀ, ਬੰਜਰ ਹੋ ਜੂਗੀ। ਜਦੋਂ ਜ਼ਮੀਨ ਬੰਜਰ ਹੋ ਜੂਗੀ, ਕਿਸਾਨ ਵੀ ਮਰ ਜੂਗਾ, ਕਿਉਂਕਿ ਕਿਸਾਨ ਨੂੰ ਆਮਦਨ ਨਹੀਂ ਹੋਊਗੀ, ਉਹ ਛੱਡ ਹੀ ਜਾਊਗਾ ਖੇਤੀਬਾੜੀ, ਹੈ ਨਾ। ਤਾਂ ਇਸ ਕਰਕੇ ਉਸ ਚੀਜ਼ ਨੂੰ ਕੀ ਕਰਨ ਵਾਸਤੇ, ਜਾਗਰੂਕ ਕਰਨ ਵਾਸਤੇ ਕਿਸਾਨ ਨੂੰ ਇਹ ਡਿਪਾਰਟਮੈਂਟ ਕੰਮ ਕਰਦਾ। ਇਹ 1969 ਦੇ ਵਿੱਚ ਰਾਜੇ ਇੱਕ ਵੱਖਰੇ ਮਹਿਕਮੇ ਦੇ ਤੌਰ 'ਤੇ ਕੰਮ ਕਰਨ ਲੱਗ ਗਿਆ। ਪਰ ਪਹਿਲਾਂ ਕਿਹਦੇ ਅੰਡਰ ਕੰਮ ਕਰਦਾ ਸੀਗਾ? ਖੇਤੀਬਾੜੀ ਵਿਭਾਗ ਦੇ ਅੰਡਰ ਹੀ ਕੰਮ ਕਰਦਾ ਸੀਗਾ। ਹੁਣ ਇਹਦਾ ਕੰਮ ਕੀ ਹੈ ਰਾਜੇ? ਕਹਿੰਦਾ ਇਹ ਵਿਭਾਗ ਕਹਿੰਦਾ ਮੁੱਖ ਭੂਮੀਪਾਲ ਪੰਜਾਬ ਦੀ ਅਗਵਾਈ ਦੇ ਵਿੱਚ ਕੰਮ ਕਰਦਾ। ਇਹਦੇ ਵਿੱਚ ਕੀ ਹੁੰਦੇ ਨੇ? ਕਹਿੰਦਾ ਭੂਮੀ ਰੱਖਿਆ ਅਫਸਰ ਹੁੰਦੇ ਨੇ, ਤਹਿਸੀਲ ਪੱਧਰ ਤੇ ਉਪ ਮੰਡਲ ਭੂਮੀ ਰੱਖਿਆ ਅਫਸਰ ਵੀ ਹੁੰਦਾ, ਬਲਾਕ ਪੱਧਰ ਤੇ ਵੀ ਅਫਸਰ ਹੁੰਦੇ ਨੇ। ਚਲੋ ਠੀਕ ਹੈ, ਵੱਖਰੇ ਵੱਖਰੇ ਅਫਸਰ ਹੁੰਦੇ ਨੇ। ਇਹਦੇ ਵਿੱਚ ਕੰਮ ਕੀ ਆ? ਕਹਿੰਦਾ ਇਹ ਵਿਭਾਗ ਕਹਿੰਦਾ ਜ਼ਮੀਨ ਨੂੰ ਪੱਧਰਾ ਕਰਨ ਵਾਸਤੇ, ਢਲਾਣਾ ਤੇ ਪੌੜੀਦਾਰ ਖੇਤੀ ਵਾਸਤੇ, ਭੂਮੀ ਖਾਰ ਵਾਲੀਆਂ ਜ਼ਮੀਨਾਂ ਦੇ ਵਿੱਚ ਸੁਧਾਰ ਕਰਨ ਵਾਸਤੇ, ਜਾਂ ਜਿੱਥੇ ਸੇਮ ਵਗੈਰਾ ਆਉਂਦੀ ਆ, ਉਹ ਸਾਰਿਆਂ ਨੂੰ ਸੁਧਾਰ ਕਰਨ ਵਾਸਤੇ ਰਾਜੇ ਇਹ ਜਾਣਕਾਰੀ ਪ੍ਰਾਪਤ ਕਰਦਾ, ਕਿ ਇਹਨਾਂ ਨੂੰ ਕਿਸਾਨਾਂ ਨੂੰ ਦਿੰਦਾ ਜਾਣਕਾਰੀ। ਇਸ ਤੋਂ ਇਲਾਵਾ ਕਹਿੰਦਾ ਜਿਵੇਂ ਮੰਨ ਲਓ ਕਹਿੰਦਾ ਜ਼ਮੀਨ ਦੇ ਵਿੱਚ ਪਾਈਪਾਂ ਪਾਉਣੀਆਂ, ਨਹਿਰੀ ਪਾਣੀ ਵਾਸਤੇ ਪਾਈਪਾਂ ਪਾਉਣੀਆਂ, ਤੁਹਾਨੂੰ ਮੈਂ ਦੱਸ ਕੇ ਹਟਿਆ। ਇਹ ਸਾਰਾ ਮਤਲਬ ਇਹਦੇ ਵਾਸਤੇ ਕੰਮ ਕਰਦਾ, ਕਿਸਾਨਾਂ ਨੂੰ ਜਾਣਕਾਰੀ ਦਿੰਦਾ, ਉਹਦੇ ਵਿੱਚ ਸਬਸਿਡੀ ਵੀ ਪ੍ਰੋਵਾਈਡ ਕਰਦਾ ਕਿਸਾਨਾਂ ਨੂੰ। ਤਾਂ ਰਾਈਟ ਹੈ ਰਾਜੇ। ਇਹ ਜਿਵੇਂ ਹੁਣ ਮੰਨ ਲਓ ਧਰਤੀ ਹੇਠਲੇ ਜਿਹੜਾ ਪਾਣੀ ਦਾ ਪੱਧਰ ਹੈ ਦਿਨ ਬ ਦਿਨ ਡਿੱਗਦਾ ਜਾ ਰਿਹਾ, ਪਾਣੀ ਡੂੰਘੇ ਹੁੰਦੇ ਜਾ ਰਹੇ ਆ, ਕਿਉਂਕਿ ਆਪਾਂ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੀ ਖੇਤੀਬਾੜੀ ਹੁੰਦੀ ਹੈ, ਇਰੀਗੇਸ਼ਨ ਹੁੰਦੀ ਆ, ਟਿਊਬਵੈਲਾਂ ਦੇ ਰਾਹੀਂ ਹੁੰਦੀ ਹੈ। ਤਾਂ ਜਿੰਨਾ ਪਾਣੀ ਆਪਾਂ ਵੱਧ ਕੱਢਾਂਗੇ, ਹੁਣ ਦੇਖੋ ਪੰਜਾਬ ਦੇ ਵਿੱਚ ਉਨੀ ਵਰਖਾ ਤਾਂ ਹੁੰਦੀ ਨਹੀਂ, ਤਾਂ ਪਾਣੀ ਦਾ ਲੈਵਲ ਆਟੋਮੈਟਿਕਲੀ ਕੀ ਹੋ ਰਿਹਾ, ਡਾਊਨ ਹੋ ਰਿਹਾ। ਤਾਂ ਉਹਦੇ ਉੱਪਰ ਮਤਲਬ ਕੀ ਕੰਮ ਕਰਨਾ, ਇਸ ਲੈਵਲ ਨੂੰ ਮੇਨਟੇਨ ਕਰਕੇ ਰੱਖਣਾ। ਤਾਂ ਇਹ ਕੌਣ ਕੰਮ ਕਰ ਰਿਹਾ ਇਸ ਦੇ ਉੱਪਰ? ਆਪਣਾ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਕਰੂਗਾ। ਠੀਕ ਹੈ, ਤਾਂ ਪੁੱਛਿਆ ਜਾ ਸਕਦਾ ਜਿਹੜਾ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ ਹੈ, ਉਹ ਕਾਹਦੇ ਵਾਸਤੇ ਕੰਮ ਕਰਦਾ? ਤਾਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ। ਦੇਖੋ, ਜਦੋਂ ਤੁਸੀਂ ਥਿਊਰੀ ਪੜ੍ਹ ਲਈ, ਕੁਐਸਚਨ ਜਿਵੇਂ ਮਰਜ਼ੀ ਪੁੱਛਿਆ ਜਾ ਸਕਦਾ, ਤੁਸੀਂ ਇਹਦਾ ਆਨਸਰ ਕਰ ਸਕਦੇ ਹੋ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਜਿਹੜੀ ਐਗਰੀਕਲਚਰ ਆਊਗੀ ਬਿਲਕੁਲ ਬੇਸਿਕ ਆਊਗੀ, ਕੋਈ ਜ਼ਿਆਦਾ ਟਫ ਨਹੀਂ ਆਊਗੀ ਕਿ ਬਹੁਤ ਹਾਈ ਲੈਵਲ ਦਾ ਪੁੱਛਣਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਪਾਂ ਸਾਰੇ ਕੀ ਆ, ਜ਼ਿਆਦਾਤਰ ਜਿਹੜੇ ਸਟੂਡੈਂਟ ਹੁੰਦੇ ਆ ਐਗਰੀਕਲਚਰ ਦੇ ਨਾਲ ਨਹੀਂ ਪੜ੍ਹਦੇ, ਕਿਉਂਕਿ ਐਗਰੀਕਲਚਰ ਸਿਰਫ ਪਟਵਾਰੀ ਦੇ ਵਿੱਚ ਪੁੱਛਿਆ ਜਾਂਦਾ, ਹੋਰ ਕਿਸੇ ਐਗਜ਼ਾਮ ਦੇ ਵਿੱਚ ਨਹੀਂ ਪੁੱਛਿਆ ਜਾਂਦਾ। ਨੈਕਸਟ ਆ ਗਿਆ ਤੁਹਾਡਾ ਸਹਾਇਤਾ ਕਾਰਤਾ ਵਿਭਾਗ। ਠੀਕ ਹੈ, ਸਹਾਇਤਾ ਕਾਰਤਾ ਵਿਭਾਗ ਦਾ ਮਤਲਬ ਕੀ ਹੈ ਕਿ ਜੋ ਵੀ ਜਾਣਕਾਰੀ ਪ੍ਰਾਪਤ ਕਰਨੀ ਆ, ਜੋ ਵੀ ਕਿਸਾਨਾਂ ਦੀ ਜਾਣਕਾਰੀ, ਮਤਲਬ ਕਿਸਾਨਾਂ ਨਾਲ ਕੋਈ ਵੀ ਕਿਸਾਨਾਂ ਨੂੰ ਮੁੱਢਲੀਆਂ ਮਤਲਬ ਖੇਤੀਬਾੜੀ ਦੇ ਨਾਲ ਜਿਹੜੀਆਂ ਸੇਵਾਵਾਂ ਪ੍ਰਦਾਨ ਕਰਨੀਆਂ, ਉਹ ਇਹ ਡਿਪਾਰਟਮੈਂਟ ਕਰੂਗਾ। ਅੱਛਾ, ਕਹਿੰਦਾ ਵੀ ਜਿਹੜਾ ਸਹਾਇਤਾ ਕਾਰਤਾ ਕਹਿੰਦਾ ਭਾਵੇਂ ਮੁੱਢ ਤੋਂ ਹੀ ਸਾਡੇ ਕਹਿੰਦਾ ਸਮਾਜ ਦਾ ਅਨਿੱਖੜਵਾਂ ਅੰਗ ਹੈ, ਪਰ ਕਹਿੰਦਾ ਜੇ ਆਪਾਂ ਸੰਸਥਾ ਦੇ ਤੌਰ ਤੇ ਗੱਲ ਕਰੀਏ, ਇੰਸਟੀਚਿਊਟ ਦੇ ਤੌਰ ਤੇ ਗੱਲ ਕਰੀਏ, ਤਾਂ ਸੰਨ 1904 ਦੇ ਵਿੱਚ ਕਹਿੰਦਾ ਇੱਕ ਐਕਟ ਬਣਿਆ ਸੀਗਾ। ਉਸ ਐਕਟ ਦੇ ਅਧੀਨ ਕੀ ਕੀਤਾ, ਇਹਦੀ ਸਥਾਪਨਾ ਹੋਈ। ਅੱਛਾ, ਇਹਦਾ ਕੰਮ ਕੀ ਆ? ਕਹਿੰਦਾ ਇਸ ਵਿਭਾਗ ਨੇ ਕਹਿੰਦਾ ਖੇਤੀ ਅਤੇ ਪੇਂਡੂ ਖੇਤਰ ਦੀ ਬਿਹਤਰੀ ਲਈ ਕਹਿੰਦਾ ਵੱਡਮੁੱਲੀ ਭੂਮਿਕਾ ਨਿਭਾਈ ਹੈ। ਇਹਦੇ ਵਿੱਚ ਕਹਿੰਦਾ ਜਿਵੇਂ ਬੀਜ ਹੋ ਗਏ, ਖਾਦਾਂ ਹੋ ਗਈਆਂ, ਤੇ ਕਹਿੰਦਾ ਜਿਵੇਂ ਕਰਜ਼ੇ ਹੋ ਗਏ, ਕਰਜ਼ੇ ਦੇ ਵਿੱਤੀਕਰਨ ਹੋ ਗਏ, ਤਾਂ ਉਹਦੇ ਵਾਸਤੇ ਕਹਿੰਦਾ ਇੱਕ ਅਹਿਮ ਭੂਮਿਕਾ ਨਿਭਾਈ, ਜਿਹਦੇ ਕਰਕੇ ਕੀ ਆਈ, ਆਪਣੇ ਕੋਲੇ ਹਰੀ ਕ੍ਰਾਂਤੀ ਆਈ। ਠੀਕ ਹੈ ਜੀ। ਇਹਦਾ ਹੁਣ ਹੋਰ ਕੰਮ ਕੀ ਆ, ਤੁਹਾਨੂੰ ਮੈਂ ਦੱਸ ਦਿੰਦਾ। ਇਹਦਾ ਏਮ ਕੀ ਹੈ? ਇਹ ਕੀ ਕਰਦੇ ਨੇ ਰਾਜੇ? ਪੇਂਡੂ ਖੇਤਰ ਦੇ ਵਿੱਚ ਕਹਿੰਦਾ ਵੱਸਦੇ ਲੋਕਾਂ ਦੀ ਭਲਾਈ ਦੇ ਲਈ ਵੱਖਰੀਆਂ ਵੱਖਰੀਆਂ ਸਕੀਮਾਂ ਚਲਾਉਂਦੇ ਰਹਿੰਦੇ ਆ। ਠੀਕ ਹੈ, ਹੁਣ ਜਿਵੇਂ ਪਿੱਛੇ ਚਲਾਈ ਗਈ ਸੀ ਮਾਈ ਭਾਗੋ ਇਸਤਰੀ ਸ਼ਸਤੀਕਰਨ ਸਕੀਮ, ਇਹਦੇ ਵਿੱਚ ਕੀ ਸੀਗਾ, ਔਰਤਾਂ ਨੂੰ ਜਾਗਰੂਕ ਕੀਤਾ ਗਿਆ, ਭਾਈ ਤੁਸੀਂ ਪਿੰਡ ਦੇ ਵਿੱਚ ਛੋਟਾ ਰੋਜ਼ਗਾਰ ਚਲਾ ਸਕਦੇ ਆ, ਜਿਵੇਂ ਕੋਈ ਸਿਲਾਈ ਕੇਂਦਰ ਚਲਾ ਸਕਦੇ ਆ, ਤੁਸੀਂ ਕੋਈ ਖਾਦੀ ਦਾ ਚਲਾ ਸਕਦੇ ਆ, ਜਾਂ ਕੋਈ ਹੋਰ ਛੋਟਾ ਜਿਹੜਾ ਤੁਸੀਂ ਚਲਾ ਕੇ ਆਪਣੇ ਘਰ ਦੀ ਆਮਦਨ ਵਿੱਚ ਵਾਧਾ ਕਰ ਸਕਦੇ ਆ। ਤੁਹਾਨੂੰ ਪਤਾ ਅੱਜ ਕੱਲ੍ਹ ਇਕੱਲਾ ਬੰਦਾ ਕਮਾਉਣ ਦੇ ਨਾਲ ਕੁਛ ਨਹੀਂ ਹੁੰਦਾ, ਨਾਲ ਨਾਲ ਔਰਤ ਨੂੰ ਵੀ ਕਮਾਉਣਾ ਪੈਂਦਾ, ਮਤਲਬ ਘਰ ਦੇ ਵਿੱਚ ਸਾਰਿਆਂ ਨੂੰ ਕਮਾਉਣਾ ਪੈਂਦਾ ਹੈ, ਕਿਉਂਕਿ ਮਹਿੰਗਾਈ ਬਹੁਤ ਹੈ। ਉਸ ਕਰਕੇ ਮਤਲਬ ਔਰਤਾਂ ਨੂੰ ਜਾਗਰੂਕ ਕਰਨਾ, ਵੱਖਰੀਆਂ ਵੱਖਰੀਆਂ ਸਕੀਮਾਂ ਆਉਂਦੀਆਂ ਰਹਿੰਦੀਆਂ। ਜਾਂ ਕਹਿੰਦਾ ਖੇਤੀਬਾੜੀ ਪੈਦਾਵਾਰ ਦੇ ਲਈ ਕਹਿੰਦਾ ਬੀਜ ਹੋ ਗਏ, ਕੀੜੇਮਾਰ ਦਵਾਈਆਂ ਹੋ ਗਈਆਂ, ਕਿਸਾਨਾਂ ਦੇ ਤੱਕ ਪਹੁੰਚਾਉਣੀਆਂ, ਇਹ ਵੀ ਕਿਹਦਾ ਕੰਮ ਹੈ? ਸਹਾਇਤਾ ਕਾਰਤਾ ਵਿਭਾਗ ਦਾ ਕੰਮ ਹੈ। ਇਸ ਤੋਂ ਇਲਾਵਾ ਕਹਿੰਦਾ ਮੁੱਢਲੀਆਂ ਕਹਿੰਦਾ ਸਹਿਕਾਰੀ ਕਹਿੰਦਾ ਬਹੁ ਮੰਤਵੀ ਸਭਾਵਾਂ ਦੇ ਮੈਂਬਰਾਂ ਲਈ ਕਹਿੰਦਾ ਭਾਈ ਕਨ੍ਹਈਆ ਸਕੀਮ ਤਹਿਤ ਕਹਿੰਦਾ ਮੁਫਤ ਇਲਾਜ,
ਤਾਂ ਪਿੱਛੇ ਜੇ ਹੁਣੇ ਤੁਹਾਨੂੰ ਪਤਾ ਪੰਜਾਬ ਸਰਕਾਰ ਨੇ ਕੀਤੀ ਸੀ ਭਾਈ ਘਨੱਈਆ ਸਕੀਮ, ਜਿਹਦੇ ਵਿੱਚ ਮੁਫਤ ਇਲਾਜ ਹੁੰਦਾ ਕਿਸੇ ਮਤਲਬ 2 ਜਾਂ 2.5 ਲੱਖ ਤੱਕ। ਇਸ ਤੋਂ ਇਲਾਵਾ ਕਹਿੰਦਾ ਹੋਰ ਕੋਈ ਕਿਸਾਨਾਂ ਦੀ ਕਹਿੰਦਾ ਪੂਰਤੀ ਦੇ ਲਈ ਮੁੱਖ ਜਿਹੜੀ ਉਹਨਾਂ ਦੀ ਜ਼ਰੂਰਤ ਹੈਗੀ ਆ ਉਹਦੇ ਵਾਸਤੇ ਐਗਰੋ ਸਰਵਿਸਿਜ਼ ਸੈਂਟਰ ਦੀ ਸਥਾਪਨਾ ਕੀਤੀ ਗਈ। ਮਤਲਬ ਕਿ ਕਿਸਾਨਾਂ ਦੀ ਸਹਾਇਤਾ ਵਾਸਤੇ, ਕਿਸਾਨਾਂ ਨੂੰ ਮੁੱਢਲੀਆਂ ਸੇਵਾਵਾਂ ਪ੍ਰਦਾਨ ਕਰਨ ਵਾਸਤੇ ਰਾਜੇ ਇਸ ਇੰਸਟੀਚਿਊਟ ਦੀ ਕੀ ਕੀਤੀ ਗਈ ਹੈ, ਸਥਾਪਨਾ ਕੀਤੀ ਗਈ ਹੈ। ਇਹਦੇ ਵਿੱਚ ਕਹਿੰਦਾ ਸਹਿਕਾਰੀ ਸੇਵਾਵਾਂ ਹੋ ਗਈਆਂ, ਘਰੇਲੂ ਵਸਤਾਂ ਦੀ ਪੂਰਤੀ ਕਰਨੀਆਂ ਇਸ ਡਿਪਾਰਟਮੈਂਟ ਦੇ ਅੰਡਰ ਆਉਂਦਾ, ਜਾਂ ਫਿਰ ਕਹਿੰਦਾ ਖੇਤੀਬਾੜੀ ਦੀ ਉਪਜ ਵਾਸਤੇ ਮੰਡੀਕਰਨ ਦੀ ਵਿਵਸਥਾ ਕਰਨੀ, ਉਹ ਵੀ ਕਿਹਦੇ ਅੰਡਰ ਹੈ, ਇਸ ਡਿਪਾਰਟਮੈਂਟ ਦੇ ਅੰਡਰ ਹੈ। ਤਾਂ ਰਾਈਟ ਹੈ, ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਪੜ੍ਹ ਲਿਓ। ਅੱਛਾ, ਹੁਣ ਇਹਦੇ ਅੰਡਰ ਕਿਹੜਾ ਆਉਂਦਾ ਰਾਜੇ, ਤੁਸੀਂ ਮਾਰਕਫੈਡ ਬਾਰੇ ਸੁਣਿਆ ਹੋਊਗਾ, ਮਾਰਕਫੈਡ ਵੀ ਸੁਣਿਆ ਹੋਊਗਾ ਤੁਸੀਂ, ਮਿਲਕਫੈਡ ਵੀ ਸੁਣਿਆ ਹੋਊਗਾ। ਮਾਰਕਫੈਡ ਕੀ ਕਰਦਾ ਰਾਜੇ, ਜਿਵੇਂ ਕਹਿੰਦਾ ਸਸਤੀਆਂ ਦਰ ਤੇ ਆਪਾਂ ਨੂੰ ਖੇਤੀਬਾੜੀ ਬੀਜ ਹੋ ਗਏ, ਖਾਦਾਂ ਹੋ ਗਈਆਂ, ਕੀੜੇ ਮਾਰ ਦਵਾਈਆਂ ਹੋ ਗਈਆਂ, ਉਹ ਦਿੱਤੀਆਂ ਜਾਂਦੀਆਂ ਕਿਸਾਨਾਂ ਨੂੰ। ਇਸ ਤੋਂ ਇਲਾਵਾ ਕਹਿੰਦਾ ਪ੍ਰੋਸੈਸਿੰਗ ਦਾ ਕੰਮ ਵੀ ਕਰਦਾ ਹੈ, ਮੰਡੀਕਰਨ ਦਾ ਕੰਮ ਵੀ ਕਰਦਾ, ਕੌਣ, ਮਾਰਕਫੈਡ। ਤਾਂ ਯਾਦ ਰੱਖ ਲਿਓ। ਇਸ ਤੋਂ ਇਲਾਵਾ ਮਿਲਕਫੈਡ ਹੈ ਰਾਜੇ, ਮਿਲਕਫੈਡ ਨਾਮ ਤੋਂ ਕਲੀਅਰ ਹੈ, ਜਿਵੇਂ ਦੁੱਧ ਦੀ ਪੈਦਾਵਾਰ ਵਾਸਤੇ, ਉਹਦੀ ਖਰੀਦ ਵਾਸਤੇ, ਉਹਦੀ ਸਟੋਰੇਜ ਵਾਸਤੇ, ਉਹਦੀ ਪ੍ਰੋਸੈਸਿੰਗ ਵਾਸਤੇ, ਉਹਦੀ ਮੰਡੀਕਰਨ ਵਾਸਤੇ, ਮਤਲਬ ਸਾਰਾ ਕੰਮ ਕੌਣ ਕਰੂਗਾ, ਮਿਲਕਫੈਡ ਕਰੂਗਾ। ਇਸ ਤੋਂ ਇਲਾਵਾ ਕੁਝ ਹੋਰ ਕਿਹੜੀਆਂ ਹੈਗੀਆਂ ਰਾਜੇ, ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਹੋ ਗਏ, ਹੈ ਨਾ, ਜਿਹੜੇ ਚੰਡੀਗੜ੍ਹ ਦੀ ਇਹਦੀ ਮੇਨ ਬ੍ਰਾਂਚ ਹੈ। ਇਹਨਾਂ ਦਾ ਕੰਮ ਕੀ ਹੁੰਦਾ, ਕਿਸਾਨਾਂ ਨੂੰ ਕਰਜ਼ੇ ਦੇਣਾ, ਕਰਜ਼ੇ ਮੁਹੱਈਆ ਕਰਾਉਣਾ, ਮਤਲਬ ਕਿ ਸਸਤੇ ਵਿਆਜ ਦਰਾਂ ਦੇ ਉੱਪਰ। ਇਸ ਤੋਂ ਇਲਾਵਾ ਕਹਿੰਦਾ ਜਿਵੇਂ ਆਪਣੀਆਂ ਜਿਹੜੀ ਖੇਤੀਬਾੜੀ ਸਹਿਕਾਰੀ ਸਭਾਵਾਂ ਹੁੰਦੀਆਂ, ਪੈਕਸ ਹੋ ਗਈਆਂ ਜਿਵੇਂ, ਹੈ ਨਾ, ਇਸੇ ਡਿਪਾਰਟਮੈਂਟ ਦੇ ਅੰਡਰ ਕੰਮ ਕਰਦੀਆਂ ਨੇ। ਜਾਂ ਫਿਰ ਕਹਿੰਦਾ ਜਿਵੇਂ ਪੰਜਾਬ ਸਟੇਟ ਕੋਆਪਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈਂਕ ਹੁੰਦਾ ਹੈ, ਠੀਕ ਹੈ। ਇਹਨਾਂ ਦਾ ਕੰਮ ਕੀ ਹੁੰਦਾ, ਜਿਵੇਂ ਕੋਈ ਮਸ਼ੀਨ ਲੈਣੀ ਆ ਕਿਸਾਨ ਨੇ, ਉੱਥੇ ਸਬਸਿਡੀ ਮਿਲ ਜਾਂਦੀ ਹੈ। ਹੁਣ ਜਿਵੇਂ ਪਿੱਛੇ ਜੇ ਕੰਪਿਊਟਰ ਕਿਰਾਏ ਚੱਲੇ ਸੀਗੇ ਜ਼ਮੀਨ ਨੂੰ ਪੱਧਰਾ ਕਰਨ ਵਾਸਤੇ, ਜਾਂ ਕੁਝ ਹੋਰ ਤੁਸੀਂ ਕੋਈ ਮਸ਼ੀਨ ਖਰੀਦਣੀ ਜਿਹੜੀ ਬਹੁਤ ਮਹਿੰਗੀ ਹੈ 5-10 ਲੱਖ ਦੀ, ਉਹਦੇ ਵਿੱਚ ਸਬਸਿਡੀ ਮਿਲ ਜਾਂਦੀ ਹੈ, ਮਤਲਬ ਕਿ 60% 50% ਸਬਸਿਡੀ ਮਿਲ ਜਾਂਦੀ ਹੈ, ਤਾਂ ਜੋ ਕਿਸਾਨ ਕੀ ਕਰ ਸਕਣ, ਆਧੁਨਿਕ ਮਸ਼ੀਨਾਂ ਖਰੀਦ ਸਕਣ। ਤਾਂ ਡਿਪਾਰਟਮੈਂਟ ਆਫ ਕੋਆਪਰੇਸ਼ਨਸ ਹੋ ਗਿਆ ਰਾਜੇ, ਇਹ ਜਿਹੜਾ ਮੈਂ ਹੁਣ ਪੜ੍ਹਾ ਕੇ ਹਟਿਆ ਤੁਹਾਨੂੰ, ਇਹਦੇ ਬਾਰੇ ਸਾਰਾ ਕੁਝ ਤੁਸੀਂ ਪੜ੍ਹ ਲਿਓ। ਇਸ ਤੋਂ ਇਲਾਵਾ ਅੱਗੇ ਆ ਗਿਆ ਆਪਣਾ ਭਾਈ ਪਨ ਸੀਡ। ਪਨ ਸੀਡ ਵੀ ਬਹੁਤ ਇੰਪੋਰਟੈਂਟ ਹੈ ਰਾਜੇ, ਜਿਹਨੂੰ ਕਹਿ ਦਿੰਦੇ ਆ ਪੰਜਾਬ ਰਾਜ ਬੀਜ ਨਿਗਮ ਲਿਮਟਿਡ। ਇਹਦੀ ਸਥਾਪਨਾ ਹੋਈ ਸੀ 1976 ਦੇ ਵਿੱਚ। ਇਹਦਾ ਕੰਮ ਕੀ ਸੀਗਾ ਰਾਜੇ, ਇਹਦਾ ਮੇਨ ਮਕਸਦ ਸੀਗਾ ਘੱਟ ਕੀਮਤ ਤੇ, ਮਤਲਬ ਕਿ ਵਾਜਬ ਕੀਮਤਾਂ ਤੇ ਕੀ ਕਰਨਾ, ਵਧੀਆ ਬੀਜ ਮੁਹੱਈਆ ਕਰਾਉਣਾ। ਜੇ ਬੀਜ ਵਧੀਆ ਹੋਊਗਾ ਤਾਂ ਹੀ ਫਸਲ ਵਧੀਆ ਹੋਊਗੀ, ਤਾਂ ਹੀ ਉਹਦੀ ਜਿਹੜੀ ਉਤਪਾਦਨ ਹੈਗਾ ਵਧੀਆ ਹੋਊਗਾ ਰਾਜੇ, ਉਹਦੀ ਕੁਆਲਿਟੀ ਵਧੀਆ ਹੋਊਗੀ। ਤਾਂ ਕਹਿੰਦਾ ਬੀਜ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਬੁਨਿਆਦੀ ਢਾਂਚਾ ਬਣਾਉਣਾ, ਤਾਂ ਜੋ ਕਹਿੰਦਾ ਤੇਜ਼ੀ ਨਾਲ ਵੱਧ ਰਹੀ ਬੀਜ ਦੀ ਮੰਗ ਨੂੰ ਪੂਰਾ ਕਰਨ ਵਾਸਤੇ ਕੌਣ ਕੰਮ ਕਰਦਾ, ਪਨ ਸੀਡ ਕੰਮ ਕਰਦਾ ਹੈ। ਇਸ ਤੋਂ ਇਲਾਵਾ ਕਹਿੰਦਾ ਰਾਜੇ ਇਹਦਾ ਹੋਰ ਕੰਮ ਕੀ ਹੁੰਦਾ ਹੈ, ਕਹਿੰਦਾ ਬੀਜ ਵਪਾਰ ਦਾ ਕਾਰੋਬਾਰ ਵੀ ਇਹੀ ਕਰਦਾ, ਕੌਣ, ਪਨ ਸੀਡ। ਤਾਂ ਰਾਈਟ ਹੈ। ਪਨ ਸੀਡ ਕੀ ਹੈ ਰਾਜੇ, ਤੁਹਾਡਾ ਪੰਜਾਬ ਸਟੇਟ ਸੀਡ ਕਾਰਪੋਰੇਸ਼ਨ ਲਿਮਟਿਡ ਹੈ, ਇਹਨੂੰ ਪੂਰਾ ਬੋਲ ਦਿੰਦੇ ਆ ਪੰਜਾਬ ਰਾਜ ਬੀਜ ਨਿਗਮ ਲਿਮਟਿਡ, ਯਾਦ ਰੱਖਿਓ। ਨੈਕਸਟ ਆ ਗਿਆ ਭਾਈ ਤੁਹਾਡਾ ਖੇਤੀਬਾੜੀ ਉਦਯੋਗ ਨਿਗਮ, ਜਿਹਨੂੰ ਆਪਾਂ ਕਹਿ ਦਿੰਦੇ ਆ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ, ਹੈ ਨਾ, PAIC ਇਹਦੀ ਸ਼ਾਰਟ ਫਾਰਮ ਹੈ, ਤੇ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਰਾਜੇ। 1966 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ। ਇਹਦਾ ਮੁੱਖ ਮੰਤਵ ਕੀ ਹੈ, ਜਿੰਨੀਆਂ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ ਵਸਤੂਆਂ ਹੈਗੀਆਂ ਉਹਦਾ ਮੰਡੀਕਰਨ ਕਰਨਾ, ਠੀਕ ਹੈ। ਜਿਵੇਂ ਆਪਾਂ ਕੰਟੈਕਟ ਫਾਰਮਿੰਗ ਕਰਦੇ ਹਾਂ, ਉਹਦੇ ਵਾਸਤੇ ਵੀ ਕੰਮ ਕਰਨਾ। ਤਾਂ ਖੇਤੀਬਾੜੀ ਕਹਿੰਦਾ ਆਧਾਰਿਤ ਜਿਹੜੇ ਉਦਯੋਗ ਹੈਗੇ ਆ ਉਹਨਾਂ ਨੂੰ ਉਤਸ਼ਾਹਿਤ ਕਰਨਾ, ਤਾਂ ਜੋ ਇਹਦੇ ਵਿੱਚ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਵੱਖਰੇ ਵੱਖਰੇ ਛੋਟੇ ਛੋਟੇ ਧੰਦੇ ਵੀ ਕਰਨ, ਕਿੱਤੇ ਵੀ ਕਰਨ। ਇਸ ਤੋਂ ਇਲਾਵਾ ਆ ਗਿਆ ਤੁਹਾਡਾ PAFC, ਇਹ ਹੈਗਾ ਭਾਈ ਤੁਹਾਡਾ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ। ਇਹਦਾ ਕੰਮ ਕੀ ਕਰਨਾ ਰਾਜੇ, 2002 ਦੇ ਵਿੱਚ ਕੀ ਕੀਤਾ ਗਿਆ ਸੀ, ਇਹਦੀ ਸਥਾਪਨਾ ਕੀਤੀ ਗਈ ਸੀਗੀ। ਇਹ ਕੰਮ ਕਰਦਾ ਰਾਜੇ FCI ਦੇ ਅੰਡਰ ਕੰਮ ਕਰਦਾ। ਤਾਂ ਇਹਦੇ ਵਿੱਚ ਕਹਿੰਦਾ ਕਣਕ ਝੋਨੇ ਦੀ ਖਰੀਦ ਲਈ ਕੰਮ ਕੀਤਾ ਜਾਂਦਾ ਹੈ, ਕਿਹਦੇ ਦੁਆਰਾ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ। ਓਕੇ ਜੀ। ਨੈਕਸਟ ਗੱਲ ਕਰਦੇ ਹਾਂ ਰਾਜੇ, ਨੈਕਸਟ ਆ ਗਿਆ ਤੁਹਾਡਾ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ। ਇਹਦੀ ਫੁੱਲ ਫਾਰਮ ਵੀ ਯਾਦ ਰੱਖ ਲੈਣੀ ਹੈ, ਸ਼ਾਰਟ ਫਾਰਮ ਵੀ ਯਾਦ ਰੱਖਣੀ ਹੈ, ਫੁੱਲ ਫਾਰਮ ਪੁੱਛੀ ਜਾ ਸਕਦੀ ਹੈ। ਇਹਦਾ ਕੰਮ ਕੀ ਆ, ਕਹਿੰਦਾ ਪੰਜਾਬ ਖੇਤੀ ਉਦਯੋਗ ਨਿਗਮ ਅਤੇ ਪੰਜਾਬ ਮੰਡੀ ਬੋਰਡ ਦੀ ਬਰਾਬਰੀ ਭਾਗੀਦਾਰੀ ਦੀ ਇਕਾਈ ਹੈ। ਇਹਦਾ ਕੰਮ ਜਿਵੇਂ ਪ੍ਰੋਸੈਸਿੰਗ ਕਰਨੀ, ਜਿਹੜਾ ਫਲਾਂ ਦੀਆਂ, ਸਬਜ਼ੀਆਂ ਦੀਆਂ, ਫੁੱਲਾਂ ਦੀ ਨਿਰਯਾਤ ਕਰਨਾ, ਹੈ ਨਾ, ਅੱਜ ਕੱਲ੍ਹ ਲੋਕ ਫੁੱਲਾਂ ਦੀ ਖੇਤੀ ਵੀ ਕਰਦੇ ਆ। ਤਾਂ ਇਹ ਸਾਰਿਆਂ ਦੇ ਵਿੱਚ ਇੱਕ ਅਹਿਮ ਰੋਲ ਪਲੇ ਕਰਦਾ, ਕੌਣ, ਪੰਜਾਬ ਐਗਰੀ ਕਾਰਪੋਰੇਸ਼ਨ ਲਿਮਟਿਡ, ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ। ਰਾਈਟ ਹੈ ਜੀ। ਨੈਕਸਟ ਹੈਗਾ ਤੁਹਾਡਾ ਭਾਈ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ। ਤਾਂ ਨਾਮ ਤੋਂ ਕਲੀਅਰ ਹੈ ਰਾਜੇ, 1958 ਦੇ ਵਿੱਚ ਸਥਾਪਨਾ ਕੀਤੀ ਗਈ ਸੀਗੀ। ਹੁਣ ਜਿਵੇਂ ਪਿੰਡਾਂ ਦੇ ਵਿੱਚ ਖਾਦੀ ਉਦਯੋਗ ਸ਼ੁਰੂ ਹੁੰਦੇ ਆ, ਛੋਟੇ ਛੋਟੇ ਲਘੂ ਉਦਯੋਗ ਲਗਾਏ ਜਾਂਦੇ ਆ, ਉਹਨੂੰ ਜੋ ਵੀ ਸਹਾਇਤਾ ਪ੍ਰਦਾਨ ਕਰਨੀ ਆ, ਉਹਦਾ ਜੋ ਵੀ ਮੰਡੀਕਰਨ ਕਰਨਾ, ਉਹਦੇ ਵਿੱਚ ਸਬਸਿਡੀ ਵਗੈਰਾ ਪ੍ਰੋਵਾਈਡ ਕਰਨੀ ਆ, ਉਹ ਕੌਣ ਕਰਦਾ, ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਕਰਦਾ। ਰਾਈਟ ਹੈ, ਇਹਦੇ ਬਾਰੇ ਵੀ ਪੜ੍ਹ ਲਿਓ। ਨੈਕਸਟ ਮੂਵ ਕਰਦੇ ਆ ਰਾਜੇ, ਅੱਗੇ ਆ ਗਿਆ ਮੋਸਟ ਇੰਪੋਰਟੈਂਟ ਹੈ ਪੰਜਾਬ ਸਟੇਟ ਫਾਰਮਰ ਕਮਿਸ਼ਨ।
ਪੰਜਾਬ ਰਾਜ ਕਿਸਾਨ ਕਮਿਸ਼ਨ ਕੀ ਹੈ ਰਾਜੇ 1950 ਤੋਂ ਲੈ ਕੇ 1990 ਤੱਕ ਕਹਿੰਦਾ ਲਗਾਤਾਰ ਕਹਿੰਦਾ ਪੰਜਾਬ ਦੇ ਵਿੱਚ ਕਹਿੰਦਾ ਆਰਥਿਕਤਾ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕਹਿੰਦਾ ਇਹ ਵਾਧਾ ਖੇਤੀ ਦੇ ਵਿੱਚ ਤਾਂ ਹੀ ਸੰਭਵ ਹੋਇਆ ਜੇ ਕਹਿੰਦਾ ਵੀ ਕਾਫੀ ਘੱਟ ਗਤੀ ਦੇ ਨਾਲ ਕਹਿੰਦਾ ਕਿਸਾਨ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਜਿਵੇਂ ਕਿ ਕਹਿੰਦਾ ਕੁਦਰਤੀ ਸਾਧਨਾਂ ਦੀ ਬੇਲੋੜੀ ਵਰਤੋਂ। ਹੁਣ ਦੇਖੋ ਤੁਹਾਨੂੰ ਮੈਂ ਇੱਕ ਵਾਰੀ ਓਵਰਵਿਊ ਦੱਸਦਾ ਇਹਦਾ ਕੰਮ ਕੀ ਹੁੰਦਾ। ਇਹਦਾ ਕੰਮ ਆਏ ਆ ਵੀ ਜਿਵੇਂ ਹੁਣ ਜ਼ਮੀਨ ਦੇ ਵਿੱਚ ਪਾਣੀ ਦਾ ਲੈਵਲ ਡਾਊਨ ਜਾ ਰਿਹਾ ਹੈ। ਹੁਣ ਡਾਊਨ ਜਾ ਰਿਹਾ ਦੇਖੋ ਕਿਸਾਨ ਤਾਂ ਸੋਚ ਨਹੀਂ ਰਹੇ ਲੇਕਿਨ ਉਹਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਭਾਈ ਤੁਸੀਂ ਪੈਡੀ ਹੈਗੀ ਆ ਇਹਦਾ ਖਹਿੜਾ ਛੱਡੋ ਕਿਉਂਕਿ ਜਿਹੜੀ ਪੈਡੀ ਦੀ ਖੇਤੀ ਹੈਗੀ ਆ ਝੋਨੇ ਦੀ ਖੇਤੀ ਹੈਗੀ ਉਹਦੇ ਵਿੱਚ ਪਾਣੀ ਬਹੁਤ ਕੰਜ਼ਿਊਮ ਹੁੰਦਾ ਹੈ, ਪਾਣੀ ਬਹੁਤ ਲੱਗਦਾ ਹੈ। ਤਾਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਭਾਈ ਤੁਸੀਂ ਇਹਦੀ ਖੇਤੀ ਛੱਡ ਦਿਓ ਪਰ ਕਿਸਾਨ ਨਹੀਂ ਛੱਡ ਰਹੇ। ਪਰ ਹੁਣ ਉਹਨੂੰ ਕੰਟਰੋਲ ਵੀ ਕਰਨਾ ਉਹਨੂੰ ਕੰਟਰੋਲ ਕੌਣ ਕਰੂਗਾ? ਪੰਜਾਬ ਰਾਜ ਕਮਿਸ਼ਨ ਕਰੂਗਾ, ਫਾਰਮਰ ਕਮਿਸ਼ਨ ਕਰੂਗਾ। ਤਾਂ ਕਹਿੰਦਾ ਜਿਵੇਂ ਕਹਿੰਦਾ ਬੇਲੋੜੇ ਵਰਤੋਂ ਕੀਤੀ ਜਾਂਦੀ ਜਿਵੇਂ ਹੁਣ ਮੰਨ ਲਓ ਜਿਹੜੇ ਕੁਦਰਤੀ ਸਾਧਨ ਹੈਗੇ ਆ ਉਹਦੀ ਆਪਾਂ ਵੱਧ ਵਰਤੋਂ ਕਰ ਰਹੇ ਹਾਂ ਉਹਦੀ ਵੇਸਟੇਜ ਕਰ ਰਹੇ ਹਾਂ ਉਹਨੂੰ ਰੋਕਣਾ ਉਹਦੇ ਵਿੱਚ ਸੁਧਾਰ ਕਰਨਾ ਕੌਣ ਕਰੂਗਾ? ਪੰਜਾਬ ਰਾਜ ਕਿਸਾਨ ਕਮਿਸ਼ਨ ਕਰੂਗਾ। ਇਸ ਤੋਂ ਇਲਾਵਾ ਕਹਿੰਦਾ ਵੀ ਆਪਣਾ ਕਹਿੰਦਾ ਅੱਜ ਕੱਲ੍ਹ ਵੀ ਕਹਿੰਦਾ ਖੇਤੀ ਦੀ ਕਹਿੰਦਾ ਜਿਹੜੀ ਪੈਦਾਵਾਰ ਦਾ ਟਿਕਾਊ ਰਹਿਣਾ ਵੀ ਬਹੁਤ ਮੁਸ਼ਕਿਲ ਹੈ। ਹੁਣ ਇਹ ਤਾਂ ਨਹੀਂ ਹੈਗਾ ਕਿ ਇਸ ਵਾਰੀ ਮੇਰੀ ਫਸਲ ਬਹੁਤ ਵਧੀਆ ਹੋਈ ਅਗਲੀ ਵਾਰ ਵੀ ਉਨੀ ਵਧੀਆ ਹੋਊਗੀ, ਹੋ ਸਕਦਾ ਘੱਟ ਹੋ ਜਾਵੇ, ਹੋ ਸਕਦਾ ਉਸ ਤੋਂ ਵੱਧ ਹੋ ਜਾਵੇ। ਤਾਂ ਕਹਿੰਦਾ ਜੋ ਵੀ ਹੈ ਕਹਿੰਦਾ ਇਸ ਕਮਿਸ਼ਨ ਦੀ ਜਿਹੜੀ ਸਥਾਪਨਾ ਕੀਤੀ ਗਈ ਸੀ 2005 ਦੇ ਵਿੱਚ ਕੀਤੀ ਗਈ ਸੀ ਰਾਜੇ ਕਿਹਦੇ ਅਧੀਨ ਕੀਤੀ ਗਈ ਸੀ? ਡਾਕਟਰ JS ਕਾਲਕਟ ਦੀ ਪ੍ਰਧਾਨਗੀ ਦੇ ਹੇਠ ਕਹਿੰਦਾ ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਕਹਿੰਦਾ ਸੰਗਠਨ ਕੀਤਾ ਗਿਆ ਸੀਗਾ। ਤਾਂ ਇਹਦੇ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟ ਆ ਜਾਂਦੇ ਆ? ਤੁਹਾਡਾ ਕਮਿਸ਼ਨਰ ਵਿਕਾਸ ਆ ਜਾਂਦਾ ਹੈ ਪੰਜਾਬ ਅਤੇ ਉਪ ਕੁਲਪਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਨਾ। ਉਸ ਤੋਂ ਇਲਾਵਾ ਕਹਿੰਦਾ ਐਨੀਮਲ ਸਾਇੰਸ ਯੂਨੀਵਰਸਿਟੀ ਵੈਟਰਨਰੀ ਯੂਨੀਵਰਸਿਟੀ ਹੋ ਗਈ ਤੁਹਾਡੀ ਤੇ 3 ਸਰਕਾਰੀ ਮੈਂਬਰ ਨੇ ਇਹਦੇ। ਠੀਕ ਹੈ ਇਹਦਾ ਕੰਮ ਕੀ ਹੈ ਰਾਜੇ? ਕਹਿੰਦਾ ਅਗਾਂਹਵਾਧੂ ਕਿਸਾਨ ਅਤੇ ਖੇਤੀ ਵਿਗਿਆਨੀ ਇਸ ਦੇ ਮੈਂਬਰ ਹੁੰਦੇ ਨੇ। ਤੇ ਇਹਦਾ ਕੰਮ ਕੀ ਆ? ਕਹਿੰਦਾ ਰਾਜ ਦੇ ਵਿੱਚ ਖੇਤੀਬਾੜੀ ਤੇ ਖੇਤੀ ਨਾਲ ਸੰਬੰਧਿਤ ਖੇਤਰਾਂ ਨੂੰ ਜਾਂਚਣਾ ਤੇ ਉਹਨਾਂ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕਰਨਾ। ਹੁਣ ਮੰਨ ਲਓ ਬਠਿੰਡਾ ਏਰੀਆ ਹੈ ਜਾਂ ਕੋਈ ਮੋਗਾ ਜਿੱਥੇ ਪਾਣੀ ਬਹੁਤ ਡਾਊਨ ਜਾ ਰਿਹਾ ਹੈ ਉੱਥੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਾ ਕਿ ਜੇ ਤੁਸੀਂ 5-7 ਸਾਲ ਇੱਦਾਂ ਹੀ ਕੰਮ ਕਰਦੇ ਰਹੇ ਤਾਂ ਆਉਣ ਵਾਲੇ ਟਾਈਮ 'ਚ ਧਰਤੀ 'ਤੇ ਪਾਣੀ ਖਤਮ ਹੋ ਜਾਊਗਾ। ਜਦੋਂ ਪਾਣੀ ਖਤਮ ਹੋ ਗਿਆ ਤੁਸੀਂ ਬਿਲਕੁਲ ਖੇਤੀ ਨਹੀਂ ਕਰੋਗੇ। ਇਸ ਤੋਂ ਚੰਗਾ ਕਿ ਤੁਸੀਂ ਹੁਣੇ ਤੋਂ ਇਹਨੂੰ ਕੰਟਰੋਲ ਕਰਨਾ ਸਟਾਰਟ ਕਰੋ। ਇਸ ਤੋਂ ਇਲਾਵਾ ਕਹਿੰਦਾ ਰਾਜ ਦੀ ਖੇਤੀ ਨੂੰ ਸਦੀਵੀ ਤੌਰ ਤੇ ਟਿਕਾਊ ਅਤੇ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਸੁਝਾਅ ਦੇਣੇ। ਠੀਕ ਹੈ ਕਿ ਮਤਲਬ ਖੇਤੀਬਾੜੀ ਸਿਸਟਮ ਨੂੰ ਸਟਰੋਂਗ ਕਰਨਾ ਉਹਦੇ ਵਾਸਤੇ ਜਾਣਕਾਰੀ ਪ੍ਰਦਾਨ ਕਰਨੀ। ਇਸ ਤੋਂ ਇਲਾਵਾ ਕਹਿੰਦਾ ਵਿਸ਼ਵ ਵਪਾਰ ਸਮਝੌਤੇ ਦੇ ਨਤੀਜੇ ਵਜੋਂ ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ਤੇ ਤੇਜ਼ੀ ਨਾਲ ਕਹਿੰਦਾ ਹੋ ਰਹੀਆਂ ਤਬਦੀਲੀਆਂ ਤੇ ਖੇਤੀ ਦੇ ਵਿੱਚ ਕਹਿੰਦਾ ਜਿਹੜੀਆਂ ਵੀ ਚੇਂਜਿਸ ਆਉਣੀਆਂ ਨੇ ਉਹਨਾਂ ਦੇ ਬਾਰੇ ਮੁਲਾਂਕਣ ਕਰਨਾ। ਮਤਲਬ ਕਿ ਆਪਾਂ ਇੱਦਾਂ ਕਹਿ ਸਕਦੇ ਤੁਸੀਂ ਪੜ੍ਹ ਲਿਓ ਕਿ ਜੋ ਵੀ ਮਤਲਬ ਕਿ ਜੋ ਵੀ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਹ ਹੋ ਸਕਦਾ ਹੈ, ਆਹ ਖਤਰਾ ਕਿਸਾਨਾਂ ਲਈ ਬਣ ਸਕਦੀ ਹੈ ਚੀਜ਼, ਜਾਂ ਕੋਈ ਜਿਹੜੀ ਖੇਤੀਬਾੜੀ ਸਾਧਨ ਹੈਗੇ ਆ ਉਹਦੀ ਬੇਲੋੜੀ ਵਰਤੋਂ ਹੋ ਰਹੀ ਹੈ, ਸਹੀ ਢੰਗ ਨਾਲ ਵਰਤੋਂ ਨਹੀਂ ਹੋ ਰਹੀ, ਉਹਦੇ ਬਾਰੇ ਜਾਣਕਾਰੀ ਪ੍ਰਦਾਨ ਕਰਨਾ, ਉਹਨੂੰ ਕੰਟਰੋਲ ਕਰਨਾ ਕੌਣ ਕਰੂਗਾ? ਪੰਜਾਬ ਰਾਜ ਕਿਸਾਨ ਕਮਿਸ਼ਨ ਕਰੂਗਾ। ਠੀਕ ਹੈ ਜਿਵੇਂ ਹੁਣ ਕਹਿੰਦਾ ਵੀ ਖੇਤੀਬਾੜੀ ਉਤਪਾਦਨ ਵਧਾਉਣਾ ਕਹਿੰਦਾ ਉਹਦੇ ਉਪਰੰਤ ਉਹਦੀ ਮਤਲਬ ਜਿਹੜੀ ਵੀ ਪੈਦਾਵਾਰ ਹੋਈ ਆ ਉਹਦੀ ਸੰਭਾਲ ਕਰਨਾ, ਉਹਦੀ ਪ੍ਰੋਸੈਸਿੰਗ ਕਰਨਾ। ਤਾਂ ਉਹ ਸਾਰਾ ਕੰਮ ਕੌਣ ਕਰੂਗਾ? ਤੁਹਾਡਾ ਪੰਜਾਬ ਰਾਜ ਕਿਸਾਨ ਕਮਿਸ਼ਨ ਕਰੂਗਾ। ਠੀਕ ਹੈ ਨਵੀਆਂ ਸਕੀਮਾਂ ਲਾਗੂ ਕਰਨੀਆਂ। ਠੀਕ ਹੈ ਨਵੀਆਂ ਮਸ਼ੀਨਰੀਆਂ ਪ੍ਰੋਵਾਈਡ ਕਰਨੀਆਂ ਕਿਸਾਨਾਂ ਨੂੰ। ਤਾਂ ਰਾਈਟ ਹੈ ਸਾਰਾ ਕੰਮ ਕਿਹਦਾ ਹੈਗਾ ਭਾਈ? ਤੁਹਾਡਾ ਪੰਜਾਬ ਸਟੇਟ ਫਾਰਮਰ ਕਮਿਸ਼ਨ ਦਾ ਕੰਮ ਹੈ। ਓਕੇ ਜੀ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਅੱਗੇ ਆ ਗਿਆ ਤੁਹਾਡਾ ਭਾਈ ਇਫਕੋ ਆ ਗਿਆ, ਕਰਬਿਕੋ ਆ ਗਿਆ ਤੇ NFL ਆ ਗਿਆ। ਇਹਦੀ ਗੱਲ ਕਰੀਏ ਇਫਕੋ ਦੀ। ਇਫਕੋ ਹੈਗਾ ਭਾਈ ਤੁਹਾਡਾ ਇੰਡੀਅਨ ਫਾਰਮਰਜ਼ ਫਰਟੀਲਾਈਜ਼ਰ ਕਾਰਪੋਰੇਟਿਵ ਲਿਮਟਿਡ ਹੈਗਾ। ਜੇ ਆਪਾਂ ਕਰਬਿਕੋ ਦੀ ਗੱਲ ਕਰੀਏ ਤਾਂ ਕ੍ਰਿਸ਼ਿਕ ਭਾਰਤੀ ਕੋਆਪਰੇਟਿਵ ਲਿਮਟਿਡ ਆ ਗਿਆ। ਜੇ ਆਪਾਂ NFL ਦੀ ਗੱਲ ਕਰੀਏ ਤਾਂ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਆ ਗਿਆ। ਇਹਨਾਂ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਰਾਜੇ। ਕਹਿੰਦਾ ਖਾਦਾਂ ਦੀ ਪੈਦਾਵਾਰ ਤੇ ਮੰਡੀਕਰਨ ਵਿੱਚ ਸਭ ਤੋਂ ਸਿਰ ਕੱਢਵੇਂ ਅਦਾਰੇ ਹੈ। ਠੀਕ ਹੈ ਹੁਣ ਖਾਦ ਜਿਵੇਂ ਤੁਸੀਂ ਯੂਰੀਆ ਵਰਤਦੇ ਆ ਉਹਦੇ ਵਾਸਤੇ ਕੌਣ ਕੰਮ ਕਰਦਾ? ਇਹ ਸਾਰੇ ਡਿਪਾਰਟਮੈਂਟ ਕੰਮ ਕਰਦੇ ਆ। ਕਹਿੰਦਾ ਵੀ ਜਿਹੜਾ 1974 ਦੇ ਵਿੱਚ ਇਫਕੋ NFL ਦੀ ਜਿਹੜੀ ਸਥਾਪਨਾ ਕੀਤੀ ਗਈ ਕਾਹਦੇ ਵਾਸਤੇ ਕੀਤੀ ਗਈ? ਯੂਰੀਆ ਦੇ ਵਾਸਤੇ, ਕਿ ਵਧੀਆ ਢੰਗ ਦੀ ਯੂਰੀਆ ਖਾਦਾਂ ਜਿਹੜੀਆਂ ਆਪਾਂ ਪੈਦਾ ਕਰੀਏ ਤਾਂ ਜੋ ਪੈਦਾਵਾਰ ਆਪਣੀ ਵੱਧ ਸਕੇ। 1980 ਦੇ ਵਿੱਚ ਕਹਿੰਦਾ ਸਥਾਪਿਤ ਹੋਈ ਸੀਗੀ ਕਰਬਿਕੋ। ਇਹਦਾ ਮੁੱਖ ਮੰਤਵ ਕੀ ਸੀਗਾ? ਯੂਰੀਆ ਖਾਦ ਦੀ ਪੈਦਾਵਾਰ ਕਰਨਾ। ਕਹਿੰਦਾ ਇਹਨਾਂ ਅਦਾਰੇ ਕੀ ਕਰਦੇ ਆ? ਖਾਦਾਂ ਦੇ ਮੰਡੀਕਰਨ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰਸਾਰ ਵਿਧੀਆਂ ਰਾਹੀਂ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਪਹੁੰਚਾਉਂਦੇ ਆ। ਤਾਂ ਬਸ ਗੱਲ ਕਰ ਲਿਓ ਕਿ ਯੂਰੀਆ ਦੇ ਨਾਲ ਹੋ ਗਈਆਂ, ਯੂਰੀਆ ਹੋ ਗਿਆ, ਖਾਦਾਂ ਹੋ ਗਈਆਂ, ਜਿੰਨੀਆਂ ਵੀ ਕਿ ਖੇਤੀਬਾੜੀ ਦੇ ਵਿੱਚ ਵਰਤੀਆਂ ਜਾਂਦੀਆਂ ਉਹਨਾਂ ਬਾਰੇ ਜੋ ਵੀ ਜਾਣਕਾਰੀ ਪ੍ਰੋਵਾਈਡ ਕਰਨੀ, ਨਵੀਆਂ ਖਾਦਾਂ ਬਣਾਉਣੀਆਂ, ਉਹ ਤਿੰਨੇ ਡਿਪਾਰਟਮੈਂਟ ਕੰਮ ਕਰਦੇ ਆ। ਇਫਕੋ, ਕਰਬਿਕੋ ਤੇ NFL ਯਾਦ ਰੱਖ ਲਿਓ ਬਹੁਤ ਇੰਪੋਰਟੈਂਟ ਹੈ। ਅੱਗੇ ਆ ਗਿਆ ਭਾਈ ਤੁਹਾਡਾ FCI। ਇਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ ਜਿਹਨੂੰ ਕਹਿ ਦਿੰਦੇ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ, ਜਿਹਦੇ ਵਿੱਚ ਫੂਡ ਇੰਸਪੈਕਟਰ ਵਗੈਰਾ ਕੰਮ ਕਰਦੇ ਆ। ਠੀਕ ਹੈ ਤਾਂ ਇਹਦਾ ਕੰਮ ਕੀ ਹੁੰਦਾ ਰਾਜੇ? ਇਹ 1964 ਦੇ ਵਿੱਚ ਸਥਾਪਿਤ ਕੀਤਾ ਗਿਆ ਸੀਗਾ।
ਇਹਦਾ ਕੰਮ ਕੀ ਹੈ, ਦੇਸ਼ ਦੇ ਵਿੱਚ ਅਨਾਜ ਕੀ ਕਰਨਾ, ਵੰਡਣਾ। ਹੁਣ ਤੁਹਾਨੂੰ ਪਤਾ ਕਿ 2 ਰੁਪਏ ਕਿਲੋ ਕਣਕ ਵੰਡੀ ਜਾਂਦੀ ਆ ਗਰੀਬ ਜਨਤਾ ਨੂੰ, ਉਹ ਆਪਾਂ ਕਿਵੇਂ ਵੰਡੀ ਜਾਂਦੀ ਹੈ, ਇਹਦੇ ਵਿੱਚ ਆਪਾਂ ਸਟੋਰ ਕਰਕੇ ਰੱਖਦੇ ਹਾਂ। ਫਿਰ ਅੱਗੇ ਆਪਾਂ ਕੀ ਕਰਦੇ ਹਾਂ, ਇਹਦਾ ਮੇਨ ਮਕਸਦ ਹੁੰਦਾ ਕਿ ਮਿਨੀਮਮ ਅਨਾਜ ਹਰ ਇੱਕ ਕਿਸਾਨ ਤੱਕ ਪਹੁੰਚੇ, ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਉਹਦੀਆਂ ਫੰਡਾਮੈਂਟਲ ਡਿਊਟੀਜ਼ ਵੀ ਹੁੰਦੀਆਂ ਨੇ ਆਪਣੇ ਲੋਕਾਂ ਦੇ ਪ੍ਰਤੀ। ਉਹਨਾਂ ਨੂੰ ਮਿਨੀਮਮ, ਕੋਈ ਇਹ ਤਾਂ ਨਹੀਂ ਕਿ ਭੁੱਖਮਰੀ ਨਾਲ ਕੋਈ ਲੋਕ ਮਰ ਰਹੇ ਆ, ਤਾਂ ਕਰਕੇ ਇਹੋ ਜਿਹੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ। ਆਟਾ ਦਾਲ ਸਕੀਮ ਹੋ ਗਈ, ਜਿਹਦੇ ਵਿੱਚ ਮਿਨੀਮਮ ਰੇਟ 'ਤੇ ਕਣਕਾਂ ਹੋ ਗਈਆਂ, ਦਾਲਾਂ ਹੋ ਗਈਆਂ, ਵੰਡੀਆਂ ਜਾਂਦੀਆਂ ਸਰਕਾਰੀ ਡਿਪੂ ਦੇ ਉੱਪਰ। ਤਾਂ ਉਹ ਕਿਹੜਾ ਡਿਪਾਰਟਮੈਂਟ ਹੈ ਰਾਜੇ ਭਾਈ ਤੁਹਾਡਾ, FCI, ਜਿਹਨੂੰ ਕਹਿ ਦਿੰਦੇ ਆ ਭਾਰਤੀ ਖੁਰਾਕ ਨਿਗਮ, ਜਾਂ ਉਹਨੂੰ ਕਹਿ ਦਿੰਦੇ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ। ਰਾਈਟ ਹੈ ਜੀ। ਨੈਕਸਟ ਗੱਲ ਕਰਦੇ ਆ, ਨੈਕਸਟ ਆ ਗਿਆ ਤੁਹਾਡਾ ਨੈਸ਼ਨਲ ਸੀਡ ਕਾਰਪੋਰੇਸ਼ਨ, ਜਿਹਨੂੰ ਕਹਿ ਦਿੰਦੇ ਆ NSC। ਇਹਦਾ ਕੰਮ ਕੀ ਹੈ ਰਾਜੇ, 1963 ਦੇ ਵਿੱਚ ਸਥਾਪਿਤ ਕੀਤਾ ਗਿਆ। ਇਹਦਾ ਕੰਮ ਹੁੰਦਾ ਕਿ ਬੀਜ ਸਟੈਂਡਰਡ ਦੇ ਮਤਲਬ ਪੈਦਾਵਾਰ ਕਰਨੇ, ਨਵੇਂ ਬੀਜ। ਇਹਦਾ ਕੰਮ ਕਹਿੰਦਾ ਇਹ ਭਾਰਤੀ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੇ ਅਧੀਨ ਕੰਮ ਕਰਦਾ। ਇਹ ਕਹਿੰਦਾ 60 ਤੋਂ ਲੈ ਕੇ 600 ਕਿਸਮਾਂ ਦੇ ਕੀ ਕਰਦੇ ਆ, ਬੀਜ ਦਾ ਉਤਪਾਦਨ ਕਰਦਾ। ਇਹਦੇ ਵਿੱਚ ਬੀਜ ਦੀ ਜਿਹੜੀ ਗੁਣਵੰਤਾ ਹੁੰਦੀ ਉਹ ਚੈੱਕ ਕੀਤੀ ਜਾਂਦੀ ਹੈ ਸਮੇਂ ਦੇ ਦੌਰਾਨ। ਵਧੀਆ ਕੁਆਲਿਟੀ ਦੇ ਕਹਿੰਦਾ ਬੀਜ ਦਿੱਤੇ ਜਾਂਦੇ ਆ, ਕਿਹਨਾਂ ਨੂੰ, ਕਿਸਾਨਾਂ ਨੂੰ, ਤਾਂ ਜੋ ਕੀ ਕਰਦੇ ਆ, ਕਹਿੰਦੇ ਕਿਸਾਨ ਨਵੇਂ ਕੀ ਕਰਨ, ਨਵੀਂ ਬਰੀਡ ਉਤਪਾਦ ਕਰਦੇ ਰਹਿਣ। ਬਾਕੀ ਰਾਜੇ ਪੌਦੇ ਹੋ ਗਏ, ਉਹਦੇ ਟਿਸ਼ੂ ਕਲਚਰ 'ਤੇ ਵੀ ਕੰਮ ਕਰਦਾ। ਮਤਲਬ ਜੋ ਵੀ ਨਵੇਂ ਬੀਜਾਂ ਬਾਰੇ ਜਾਣਕਾਰੀ ਹੈਗੀ ਆ, ਨਵੇਂ ਬੀਜਾਂ ਦੀ ਖੋਜ ਹੈਗੀ ਆ, ਉਹ ਕਿਹੜਾ ਡਿਪਾਰਟਮੈਂਟ ਕਰਦਾ, ਤੁਹਾਡਾ ਨੈਸ਼ਨਲ ਸੀਡ ਕਾਰਪੋਰੇਸ਼ਨ ਕਰਦਾ। ਰਾਈਟ ਹੈ ਜੀ। ਨੈਕਸਟ ਮੂਵ ਕਰਦੇ ਆ ਰਾਜੇ, ਅੱਗੇ ਆ ਗਿਆ ਆਪਣਾ ਨੈਸ਼ਨਲ ਕਾਉਂਸਲ ਆਫ ਐਗਰੀਕਲਚਰ ਰਿਸਰਚ, ICAR। ਕਾਫੀ ਇੰਪੋਰਟੈਂਟ ਹੈ ਰਾਜੇ, ਇੱਥੋਂ ਕੁਐਸਚਨ ਪੁੱਛਿਆ ਜਾ ਸਕਦਾ ਕਿ ICAR ਦੀ ਫੁੱਲ ਫਾਰਮ ਕੀ ਹੈ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ। ਤੇ ਨਾਲ ਹੀ ਰਾਜੇ ਇਹਦੇ ਵਿੱਚ ਹੁੰਦਾ ਕਹਿੰਦਾ ਡਿਪਾਰਟਮੈਂਟ ਆਫ ਐਗਰੀਕਲਚਰ ਰਿਸਰਚ ਐਂਡ ਐਜੂਕੇਸ਼ਨ। ਇਹ ਦੋਨੇ ਕੀ ਨੇ, ਇੱਕ ਖੁਦ ਮੁਖਤਿਆਰ ਸੰਸਥਾਵਾਂ ਨੇ। 1929 ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਸੀ। ਮੁੱਖ ਦਫ਼ਤਰ ਕਿੱਥੇ ਆ, ਦਿੱਲੀ ਵਿਖੇ। ਯਾਦ ਰੱਖ ਲਿਓ। ਇਹਦਾ ਕੰਮ ਕੀ ਹੈ ਰਾਜੇ, ਖੇਤੀਬਾੜੀ ਦੇ ਵਿੱਚ ਖੋਜ ਹੋ ਗਈ, ਸਿੱਖਿਆ ਤੇ ਪ੍ਰਸਾਰ ਦਾ ਤਾਲਮੇਲ ਕਰਨਾ, ਸੇਧ ਦੇਣੀ। ਦੇਸ਼ ਦੇ ਸਰਵੋਤਮ ਸੰਸਥਾ ਹੈ ਸਾਰੀਆਂ। ਤੇ ਇਹਦੇ ਵਿੱਚ ਕਹਿੰਦਾ ਲਗਭਗ 100 ਸੰਸਥਾਵਾਂ ਤੇ 55 ਐਗਰੀਕਲਚਰ ਯੂਨੀਵਰਸਿਟੀਆਂ ਦੇ ਨਾਲ ਰਿਲੇਟਡ ਨੇ। ਇਹਦਾ ਕੰਮ ਕੀ ਆ, ਖੇਤੀਬਾੜੀ ਹੋ ਗਈ, ਬਾਗਬਾਨੀ ਹੋ ਗਈ, ਵਣ ਖੇਤੀ ਹੋ ਗਈ, ਪਸ਼ੂ ਖੇਤੀ ਹੋ ਗਈ, ਪਸ਼ੂ ਪਾਲਣ ਹੋ ਗਿਆ। ਇਹ ਸਾਰੀਆਂ ਨੂੰ ਕੀ ਕਰਨਾ, ਪ੍ਰਫੁੱਲਿਤ ਕਰਨਾ, ਇਹਨਾਂ ਦੇ ਬਾਰੇ ਜਾਣਕਾਰੀ ਦੇਣੀ, ਤਾਂ ਜੋ ਇਹਦੇ ਵਿੱਚ ਵਾਧਾ ਹੋ ਸਕੇ। ਕਿਸਾਨ ਕੀ ਆ, ਰਵਾਇਤੀ ਖੇਤੀ ਨੂੰ ਛੱਡ ਕੇ ਇਧਰ ਨੂੰ ਵੀ ਕੀ ਕਰਨ, ਮੁੱਖ ਕਰਨ, ਇਹਦਾ ਵੀ ਪੈਦਾਵਾਰ ਕਰਨ। ਰਾਈਟ ਹੈ ਜੀ। ਇਹ ਹੈਗਾ ਭਾਈ ਤੁਹਾਡਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ। ਅੱਗੇ ਆ ਗਿਆ ਭਾਈ, ਬਹੁਤ ਇੰਪੋਰਟੈਂਟ ਹੈ ਨਾਬਾਰਡ। ਨਾਬਾਰਡ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਊਗਾ, ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਇਹ 1982 ਦੇ ਵਿੱਚ ਸਥਾਪਿਤ ਕੀਤਾ ਗਿਆ ਸੀ। ਕਿਹਦੇ ਅੰਡਰ ਕੰਮ ਕਰਦਾ, RBI ਦੇ ਅੰਡਰ ਕੰਮ ਕਰਦਾ। ਇਹਦਾ ਮੇਨ ਮਕਸਦ ਹੁੰਦਾ ਰਾਜੇ ਘੱਟ ਦਰਾਂ ਦੇ ਉੱਤੇ ਕਿਸਾਨਾਂ ਨੂੰ ਕਰਜ਼ੇ ਦੇਣੇ, ਤਾਂ ਜੋ ਕਿਸਾਨ ਕੀ ਕਰ ਸਕਣ, ਛੋਟੇ ਉਦਯੋਗ ਲਗਾ ਸਕਣ, ਜਾਂ ਕੋਈ ਫਸਲਾਂ ਦੇ ਉੱਪਰ ਕੰਮ ਕਰ ਸਕਣ। ਜਿਨ੍ਹਾਂ ਕੋਲ ਜ਼ਮੀਨ ਵਗੈਰਾ ਘੱਟ ਹੁੰਦੀ ਆ, ਆਮ ਦੇ ਨਾਲੋਂ, ਨੋਰਮਲ ਦੇ ਨਾਲੋਂ ਘੱਟ ਵਿਆਜ ਦਰ 'ਤੇ ਕੀ ਕਰਦੇ ਆ, ਕਰਜ਼ੇ ਵਗੈਰਾ ਦਿੱਤੇ ਜਾਂਦੇ ਆ। ਕਹਿੰਦਾ ਇਹਦਾ ਮੁੱਖ ਦਫ਼ਤਰ ਹੈ ਕਿੱਥੇ ਹੈ ਰਾਜੇ, ਮੁੰਬਈ ਦੇ ਵਿੱਚ ਹੈ। ਪਰ ਕਹਿੰਦਾ ਇਹਦਾ ਉਪ ਦਫ਼ਤਰ ਕਹਿੰਦਾ ਹਰ ਰਾਜ ਦੀ ਰਾਜਧਾਨੀ ਵਿੱਚ ਹੁੰਦਾ, ਜਿਵੇਂ ਚੰਡੀਗੜ੍ਹ ਵਿੱਚ ਹੋਊਗਾ, ਠੀਕ ਹੈ, ਜਿਵੇਂ ਵੀ ਕੋਈ ਹਰਿਆਣੇ ਦੀ ਕੋਈ ਜਿਹੜੀ ਸ਼ਿਮਲਾ ਹੈਗੀ ਆ, ਜਾਂ ਕਿੱਥੇ ਵੀ ਆ ਜਿਹੜੀ ਵੀ ਮਤਲਬ ਕਿ ਸਟੇਟ ਦੀ ਰਾਜਧਾਨੀ ਆ, ਉੱਥੇ ਕੀ ਇੱਕ ਇਹਦਾ ਦਫ਼ਤਰ ਹੁੰਦਾ। ਇਹਦਾ ਕੰਮ ਕੀ ਹੈ ਰਾਜੇ, ਕਹਿੰਦਾ ਇਹਦਾ ਮੰਤਵ ਹੈਗਾ, ਕਹਿੰਦਾ ਪੇਂਡੂ ਵਿਕਾਸ ਦੇ ਵੀ ਲਈ ਖੇਤੀਬਾੜੀ ਦਾ ਵਿਕਾਸ ਕਰਨਾ, ਛੋਟੇ ਉਦਯੋਗ ਹੋ ਗਏ, ਘਰੇਲੂ ਉਦਯੋਗ ਹੋ ਗਏ। ਇਹਦੇ ਵਿੱਚ ਕੀ ਆ, ਹਰੇਕ ਪਿੰਡ ਦੇ ਵਿੱਚ ਕੀ ਹੁੰਦਾ, ਇਹਦਾ ਦਫ਼ਤਰ ਹੁੰਦਾ ਰਾਜੇ। ਤੁਸੀਂ ਸੁਣਿਆ ਹੀ ਹੋਊਗਾ, ਸਹਿਕਾਰੀ ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ, ਉਹ ਸਾਰੀਆਂ ਕੀ ਆ, ਤਾਲਮੇਲ ਕਰਕੇ ਕੀ ਕਰਦੀਆਂ ਨੇ, ਇਹਦੇ ਉੱਪਰ ਕੰਮ ਕਰਦੀਆਂ ਨੇ। ਠੀਕ ਹੈ ਜੀ। ਤਾਂ ਯਾਦ ਰੱਖ ਲਿਓ ਰਾਜੇ, ਜਿਵੇਂ ਤੁਸੀਂ ਸਰਕਾਰੀ ਬੈਂਕ ਹੋ ਗਏ, ਸਹਿਕਾਰੀ ਬੈਂਕ ਹੋ ਗਏ, ਸਾਰੇ ਇਹਦੇ ਅੰਡਰ ਆਉਂਦੇ ਆ, ਨਾਬਾਰਡ ਦੇ ਅੰਡਰ। ਰਾਈਟ ਹੈ। ਇਹਦੇ ਬਾਰੇ ਤੁਸੀਂ ਸੁਣਿਆ ਹੀ ਹੋਊਗਾ। ਅੱਗੇ ਆਪਾਂ ਥੋੜ੍ਹਾ ਜਿਹਾ ਹੋਰ ਪੜ੍ਹ ਲੈਂਦੇ ਹਾਂ। ਨੈਸ਼ਨਲ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਕੀ ਆ ਰਾਜੇ, ਤੁਹਾਡੇ ਕੋਲ ਇੱਕ WTO ਆ ਜਾਂਦੀ ਹੈ, ਵਿਸ਼ਵ ਵਪਾਰ ਸੰਸਥਾ ਆ ਜਾਂਦੀ ਆ, ਹੈ ਨਾ, ਜਿਹਨੂੰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਮ ਨਾਲ ਵੀ ਜਾਣਦੇ ਆ। ਅੱਜ ਕੱਲ੍ਹ ਇਹਦਾ ਨਾਮ ਬਦਲ ਦਿੱਤਾ ਗਿਆ ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੇ ਆ। ਇਹ ਕੀ ਆ ਰਾਜੇ, ਜਿੰਨਾ ਵੀ ਇੰਟਰਨੈਸ਼ਨਲ ਲੈਵਲ 'ਤੇ, ਜਿਵੇਂ ਹੁਣ ਮੰਨ ਲਓ ਕਿ ਆਪਾਂ ਕੋਈ ਚੀਜ਼ ਪੈਦਾਵਾਰ ਵੱਧ ਕਰਦੇ ਹਾਂ, ਆਪਾਂ ਬਾਹਰ ਭੇਜਦੇ ਹਾਂ, ਕੋਈ ਬਾਹਰੋਂ ਕੋਈ ਚੀਜ਼ ਜਿਹੜੀ ਆਪਣੇ ਦੇਸ਼ ਦੇ ਵਿੱਚ ਨਹੀਂ ਹੁੰਦੀ, ਆਪਾਂ ਬਾਹਰੋਂ ਲੈਂਦੇ ਹਾਂ, ਆਯਾਤ ਨਿਰਯਾਤ ਕਰਦੇ ਹਾਂ, ਉਹਦੇ ਉੱਪਰ ਰੂਲ ਰੈਗੂਲੇਸ਼ਨ ਕਰਨੇ, ਉਹਦੇ ਉੱਪਰ ਨਿਗਰਾਨੀ ਰੱਖਣੀ ਕੌਣ ਕਰਦਾ, WTO ਕਰਦਾ। ਤਾਂ ਕਹਿੰਦਾ ਵੀ ਇਹ 1948 ਦੇ ਵਿੱਚ ਇਹਦੀ ਸੰਸਥਾ ਕੀਤੀ ਗਈ ਸੀਗੀ। ਇਹਦੇ ਵਿੱਚ ਇੱਕ ਸੀਗੀ ਜਨਰਲ ਐਗਰੀਮੈਂਟ ਆਫ ਟੈਰਿਫਿਕ ਐਂਡ ਟ੍ਰੇਡ, ਗੈਟੀ ਬਣਾਈ ਗਈ ਸੀਗੀ, ਜਿਹਦੇ ਵਿੱਚ 23 ਮੈਂਬਰ ਸੀਗੇ ਰਾਜੇ, ਹੁਣ ਵੱਧ ਕੇ 160 ਹੋ ਗਏ ਹੈ। ਤਾਂ ਇਹ ਕੀ ਆ ਰਾਜੇ, ਜਿਵੇਂ ਖੇਤੀ ਵਪਾਰ ਹੋ ਗਿਆ, ਕੱਪੜਾ ਉਦਯੋਗ ਹੋ ਗਿਆ, ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੋ ਗਿਆ, IPR, ਇਹ ਸਾਰੇ ਇਹਦੇ ਅਧੀਨ ਆ ਗਏ ਆ। ਤਾਂ ਇਹਦਾ ਕੰਮ ਕੀ ਆ ਰਾਜੇ, ਕਹਿੰਦਾ ਖੇਤੀ ਜਿਨਸਾਂ ਦੀ ਵਿਕਰੀ 'ਤੇ ਲੱਗੀਆਂ ਪਾਬੰਦੀਆਂ ਹਟਾਉਣਾ, ਕਿਸਾਨਾਂ ਦੀ ਖੇਤੀ ਲੋੜਾਂ ਦੇ ਦਿੱਤੀਆਂ ਗਈਆਂ ਰਿਆਇਤਾਂ ਜਾਂ ਘੱਟ ਕਰਨੀਆਂ, ਠੀਕ ਹੈ, ਜਾਂ ਖੇਤੀ ਜਿਨਸਾਂ ਦੀ ਵਿਕਰੀ 'ਤੇ ਲੱਗਣ ਵਾਲੀਆਂ ਮਹਿਸੂਲਾਂ ਨੂੰ ਘਟਾਉਣਾ, ਜਿਹੜੇ ਕਰ ਲੱਗਦੇ ਆ, ਜਿਹੜੇ ਟੈਕਸ ਲੱਗਦੇ ਆ, ਜਾਂ ਕਹਿੰਦਾ ਖੇਤੀ ਦੇ ਨਿਰਯਾਤ ਦੇ ਦਿੱਤੀ ਜਾਣ ਵਾਲੀ ਸਹੂਲਤ ਘੱਟ ਕਰਨਾ। ਠੀਕ ਹੈ, ਮਤਲਬ ਕਿ ਜੋ ਵੀ ਖੇਤੀਬਾੜੀ ਦੇ ਨਾਲ ਆਯਾਤ ਨਿਰਯਾਤ ਹੈ, ਉਹਦੇ ਉੱਪਰ ਕੀ ਕਰਦਾ, ਕੰਮ ਕਰਦਾ ਕੌਣ, WTO। ਯਾਦ ਰੱਖ ਲਿਓ। ਅੱਗੇ ਆ ਗਿਆ ਭਾਈ FAO, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ।
ਇਹ ਕੀ ਹੈ ਰਾਜੇ, ਇਹਦਾ ਕੰਮ ਕੀ ਹੈ ਕਿ ਕੋਈ ਵੀ ਪੂਰੇ ਵਰਲਡ ਦੇ ਵਿੱਚ ਭੁੱਖਾ ਨਾ ਸੋਵੇ, ਘਰ ਦੇ ਵਿੱਚ ਹਰ ਇੱਕ ਨੂੰ 2 ਟਾਈਮ ਦੀ 3 ਟਾਈਮ ਦੀ ਰੋਟੀ ਨਸੀਬ ਹੋਵੇ। ਤਾਂ ਰਾਜੇ ਇਹ ਭੁੱਖਮਰੀ ਨੂੰ ਦੂਰ ਕਰਨ ਵਾਸਤੇ 1943 ਦੇ ਵਿੱਚ ਬਣਾਈ ਗਈ ਸੰਸਥਾ ਹੈ। ਇਹਦਾ ਜਿਹੜਾ ਮੁੱਖ ਦਫ਼ਤਰ ਹੈ ਰੋਮ ਇਟਲੀ ਦੇ ਵਿੱਚ ਹੈ। ਦੇਖੋ ਇੰਟਰਨੈਸ਼ਨਲ ਲੈਵਲ ਵੀ ਪੁੱਛੀ ਜਾ ਸਕਦੀ ਹੈ, ਤਾਂ ਇਹਦਾ ਰੋਮ ਇਟਲੀ ਦੇ ਵਿੱਚ ਦਫ਼ਤਰ ਹੈ, ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਇਹ ਕਹਿੰਦਾ ਅੰਨ ਸੁਰੱਖਿਆ ਹੋ ਗਈ, ਉਹਨੂੰ ਯਕੀਨੀ ਬਣਾਉਣਾ। ਇਸ ਤੋਂ ਇਲਾਵਾ ਕਹਿੰਦਾ ਇਹਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤੀ ਸੋਮਿਆਂ ਦੀ ਸਹਿਣ ਸੰਭਾਲ ਰੱਖਣੀ, ਹੈ ਨਾ। ਇਹ ਤਾਂ ਨਹੀਂ ਕਿ ਆਪਾਂ ਬਸ ਆਪਣੀ ਜਨਰੇਸ਼ਨ ਨੇ ਖਤਮ ਕਰਤਾ ਸਾਰਾ ਕੁਛ, ਆਉਣ ਵਾਲੀ ਪੀੜ੍ਹੀ ਵਾਸਤੇ ਜ਼ਮੀਨਾਂ ਬੰਜਰ ਕਰਤੀਆਂ, ਜ਼ਮੀਨ 'ਚ ਪਾਣੀ ਖਤਮ ਕਰਤਾ, ਹੈ ਨਾ। ਤਾਂ ਆਉਣ ਵਾਲੀਆਂ ਨਸਲਾਂ ਵਾਸਤੇ ਕੀ ਹੋ ਜੂਗੀ, ਮੁਸ਼ਕਿਲ ਖੜੀ ਹੋ ਜੂਗੀ। ਉਹਦੇ ਉੱਪਰ ਵੀ ਕੰਮ ਕਰਦਾ ਹੈ FAO, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ। ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਰਾਜੇ ਲੰਬੀ ਜ਼ਰੂਰ ਸੀਗੀ ਲੇਕਿਨ ਕਾਫੀ ਇਨਫੋਰਮੇਟਿਵ ਸੀਗੀ। ਜਿਹੜੇ ਬਹੁਤ ਹਾਈਲਾਈਟਡ ਸੀਗੇ ਸਾਰੇ ਇੰਸਟੀਚਿਊਟ ਮੈਂ ਤੁਹਾਨੂੰ ਕਰਵਾਤੇ ਹੈ, ਅਤੇ ਕਿਵੇਂ ਕਿਵੇਂ ਕੰਮ ਕਰਦੇ ਆ, ਕਿਹਦੇ ਅਧੀਨ ਕਿਹੜਾ ਡਿਪਾਰਟਮੈਂਟ ਆਉਂਦਾ। ਅਤੇ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਹੁਣ ਕੋਈ ਕੁਐਸਚਨ ਛੱਡ ਕੇ ਆਉਂਗੇ। ਲਾਸਟ ਦੇ ਵਿੱਚ ਮੈਂ ਇੱਕ ਕੁਐਸਚਨ ਪੁੱਛ ਰਿਹਾ ਕਿਉਂਕਿ ਇਹਦੇ ਵਿੱਚ ਨਾਬਾਰਡ ਜਿਹੜਾ ਹੈਗਾ ਰਾਜੇ ਬਹੁਤ ਇੰਪੋਰਟੈਂਟ ਹੈ। ਇੱਥੋਂ ਵਾਰ-ਵਾਰ ਕੁਐਸਚਨ ਪੁੱਛੇ ਜਾਂਦੇ ਆ। ਪਿਛਲੀ ਵਾਰੀ ਪੁੱਛਿਆ ਗਿਆ ਕੁਐਸਚਨ ਹੈ, ਕਹਿੰਦਾ ਵਾਟ ਇਜ਼ ਦਾ ਮੇਨ ਫੰਕਸ਼ਨ ਆਫ ਨਾਬਾਰਡ। ਨਾਬਾਰਡ ਦਾ ਮੇਨ ਫੰਕਸ਼ਨ ਦੱਸਣਾ, ਕਹਿੰਦਾ ਫਾਰਮਰ ਨੂੰ ਲੋਨਿੰਗ ਦੇਣਾ, ਐਗਰੀਕਲਚਰ ਰਿਸਰਚ, ਜਾਂ ਕਹਿੰਦਾ ਰੀਫਾਈਨਾਂਸਿੰਗ ਕਰਨਾ ਐਗਰੀਕਲਚਰ ਫਾਈਨਾਂਸਿੰਗ ਇੰਸਟੀਟਿਊਸ਼ਨ ਨੂੰ, ਜਾਂ ਕਹਿੰਦਾ ਡਿਵੈਲਪਮੈਂਟ ਆਫ ਦਾ ਐਗਰੀਕਲਚਰ। ਕੰਮ ਤਾਂ ਸਾਰੇ ਹੀ ਕਰਦਾ ਲੇਕਿਨ ਮੇਨ ਕਿਹੜਾ ਕੰਮ ਕਰਦਾ, ਤੁਸੀਂ ਇਹਦਾ ਆਨਸਰ ਜ਼ਰੂਰ ਕਰਕੇ ਜਾਣਾ। ਆਈ ਹੋਪ ਤੁਹਾਨੂੰ ਸਾਰਾ ਕੁਝ ਵਧੀਆ ਲੱਗਿਆ ਹੋਊਗਾ ਅਤੇ ਕਾਫੀ ਇਨਫੋਰਮੇਟਿਵ ਸੀ। ਠੀਕ ਹੈ, ਅੱਜ ਦੀ ਵੀਡੀਓ ਤੋਂ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਆਈ ਹੋਪ। ਚਲੋ ਆਪਾਂ ਇਹਦਾ ਆਨਸਰ ਤੁਸੀਂ ਜ਼ਰੂਰ ਕਰਕੇ ਜਾਣਾ ਇਸ ਕੁਐਸਚਨ ਦਾ। ਜੇ ਆਨਸਰ ਨਹੀਂ ਪਤਾ ਹੋਊਗਾ ਰਾਜੇ ਮੈਂ ਕਮੈਂਟ ਬਾਕਸ ਦੇ ਵਿੱਚ ਇਹਦਾ ਰਾਈਟ ਆਨਸਰ ਲਿਖ ਦੂੰਗਾ। ਅਤੇ ਜਲਦੀ ਆਪਾਂ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਹੁਣ ਨੈਕਸਟ ਜਿਹੜੀ ਵੀਡੀਓ ਤੁਹਾਨੂੰ ਸ਼ਾਮ ਤੱਕ ਮਿਲੂਗੀ ਰਾਜੇ ਕੰਪਿਊਟਰ ਦੀ, ਬਹੁਤ ਵਧੀਆ ਵੀਡੀਓ ਹੈ ਔਰ ਬਹੁਤ ਵਧੀਆ ਟੌਪਿਕ ਹੈ ਜਿਹੜਾ ਤੁਸੀਂ ਨਾ ਤਾਂ ਕਦੇ ਪੜ੍ਹਿਆ ਹੋਊਗਾ ਔਰ ਨਾ ਹੀ ਸ਼ਾਇਦ ਇਸ ਤਰੀਕੇ ਨਾਲ ਪੜ੍ਹੋਗੇ ਜਿਸ ਤਰੀਕੇ ਨਾਲ ਮੈਂ ਉਹ ਵੀਡੀਓ ਪਾਊਂਗਾ। ਠੀਕ ਹੈ, ਚਲੋ ਮਿਲਦੇ ਆਪਾਂ ਸ਼ਾਮ ਨੂੰ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਪੰਜਾਬੀ ਮਾਂ ਬੋਲੀ ਜਿੰਦਾਬਾਦ।